ਦੋਸਤੋ, ਮੈਂ ਅਸੁਵਿਧਾ ਵੱਲੋਂ ਤੁਹਾਡੇ ਸਭ ਦਾ ਸਵਾਗਤ ਕਰਦੀ ਹਾਂ। ਅਸੁਵਿਧਾ ਦੇ ਵਿੱਚ ਨੀਤੂ ਅਰੋੜਾ ਨੇ ਜਿਹੜੀ ਭਾਸ਼ਣ ਲੜੀ ਸ਼ੁਰੂ ਕੀਤੀ ਸੀ, ਅੱਜ ਅਸੀਂ ਉਸਦੇ 11ਵੇਂ ਸੰਸਕਰਣ ਦੇ ਵਿੱਚ ਡਾਕਟਰ ਰੇਣੂਕਾ ਸਿੰਘ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਅੱਜ ਦੇ ਇਸ 11ਵੇਂ ਭਾਸ਼ਣ ਵਿੱਚ ਸਾਡੇ ਕੋਲ ਡਾਕਟਰ ਰੇਣੂਕਾ ਜੀ ਸਪੀਕਰ ਦੇ ਤੌਰ ਤੇ ਆਏ ਨੇ। ਮੈਂ ਚਾਹੁੰਦੀ ਹਾਂ ਕਿ ਮੈਂ ਤੁਹਾਡੇ ਨਾਲ ਉਹਨਾਂ ਦਾ ਸੰਖੇਪ ਜੀ ਜਾਣ ਪਛਾਣ ਕਰਾ ਦੇਵਾਂ। ਉਂਝ ਤਾਂ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਬਹੁਤੇ ਲੋਕ ਰੇਣੂਕਾ ਜੀ ਨੂੰ ਇਹਨਾਂ ਦੇ ਪਿਤਾ ਜੀ ਦੇ ਸੰਦਰਭ ਨਾਲ ਵੀ ਜਾਣਦੇ ਹੋਣਗੇ, ਪਰ ਫਿਰ ਵੀ ਮੈਂ ਚਾਹੁੰਦੀ ਹਾਂ ਕਿ ਤੁਹਾਨੂੰ ਸਾਡੇ ਸਾਰੇ ਦਰਸ਼ਕਾਂ ਦਾ, ਸਾਡੇ ਸਾਰੇ ਸੁਣਨ ਵਾਲਿਆਂ ਦਾ ਰੇਣੂਕਾ ਜੀ ਦੇ ਨਾਲ ਪਰਿਚੈ ਹੋਣਾ ਚਾਹੀਦਾ ਹੈ। ਰੇਣੂਕਾ ਜੀ, ਜੋ ਮੈਂ ਇਹਨਾਂ ਦੇ ਪੜ੍ਹਨ ਲਿਖਣ ਤੋਂ, ਇਹਨਾਂ ਦੇ CV ਤੋਂ ਤੇ ਇਹਨਾਂ ਦੇ ਹੋਰ ਰੁਝੇਵਿਆਂ ਤੋਂ ਜੋ ਸਮਝ ਸਕੀ ਹਾਂ ਕਿ ਇੱਕ ਅਕਾਦਮਿਕ ਦੇ ਤੌਰ ਤੇ ਆਪਣੇ ਬੌਧਿਕ ਚਿੰਤਨ ਦੇ ਵਿੱਚ ਇਹ ਬੜੀ ਪ੍ਰਖਰਤਾ ਨਾਲ ਇਹਨਾਂ ਨੇ ਹੁਣ ਤੱਕ ਦਾ ਆਪਣਾ ਜੀਵਨ ਬਿਤਾਇਆ। ਵੈਸੇ ਇਹ JNU ਤੋਂ ਸੋਸ਼ੀਓਲੋਜੀ ਸੈਂਟਰ ਆਫ ਸੋਸ਼ਲ ਸਿਸਟਮਸ ਡਿਪਾਰਟਮੈਂਟ ਤੋਂ ਕੰਮ ਕਰਕੇ ਮੁਕਤ ਹੋਏ ਨੇ ਤੇ ਉਸੇ ਆਪਣੇ ਅਕਾਦਮਿਕ ਜੀਵਨ ਦੇ ਦੌਰਾਨ ਵੀ ਜੋ ਮੈਂ ਦੇਖਿਆ ਕਿ ਦੋ ਮੁੱਖ ਜਿਹੜੇ ਇਹਨਾਂ ਦੇ ਚਿੰਤਨ ਦੀਆਂ ਧਾਰਾਵਾਂ ਮੇਰੀ ਸਮਝ ਵਿੱਚ ਆਈਆਂ। ਇੱਕ ਇਹ ਮੈਨੂੰ ਲੱਗਿਆ ਕਿ ਜੈਂਡਰ ਦੇ ਨਾਲ ਹਮੇਸ਼ਾ ਹੀ ਆਕਿਊਪਾਈਡ ਰਹੇ ਨੇ ਆਪਣੀ ਸਾਰੇ ਤਰ੍ਹਾਂ ਦੀ ਚਿੰਤਨ ਪ੍ਰਕਿਰਿਆ ਵਿੱਚ, ਤੇ ਦੂਸਰਾ ਇਹ ਕਿ ਕਿਸੇ ਵੀ ਸਮਾਜ ਵਿੱਚ ਕਿਸੇ ਵੀ ਮਨੁੱਖ ਦਾ ਜਿਹੜਾ ਇੱਕ ਦੇ ਅਸਤਿਤਵ ਦਾ ਇੱਕ ਵੱਡਾ ਮਸਲਾ, ਇੱਕ ਵੱਡਾ ਸਵਾਲ ਹੁੰਦਾ ਹੈ ਕਿ ਉਹ ਇਸ ਜੀਵਨ ਦੇ ਸੰਘਰਸ਼ ਨਾਲ ਕਿਵੇਂ ਨਜਿੱਠੇ। ਤੇ ਉਹਦੇ ਬਾਰੇ ਸਾਡੇ ਕੋਲ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਸਪਿਰਿਚੁਅਲ ਟ੍ਰੈਡੀਸ਼ਨਸ ਹੈਗੀਆਂ ਨੇ ਤੇ ਰੇਣੂਕਾ ਜੀ ਨੇ ਆਪਣਾ ਕਾਫੀ ਜੀਵਨ, ਮੈਂ ਕਹਿ ਸਕਦੀ ਹਾਂ ਕਿ ਆਜੀਵਨ ਇਹਨਾਂ ਨੇ ਬੁੱਧਿਜ਼ਮ ਦਾ ਇਹਦੇ ਵਿੱਚ ਕੀ ਰੋਲ ਹੋ ਸਕਦਾ ਹੈ ਟ੍ਰੈਂਕੁਇਲਿਟੀ ਪ੍ਰਾਪਤ ਕਰਨ ਦੇ ਵਿੱਚ, ਰੇਣੂਕਾ ਜੀ ਨੇ ਉਸ ਪ੍ਰਤੀ ਵੀ ਆਪਣੇ ਆਪ ਨੂੰ ਬਹੁਤ ਇੰਗੇਜ ਕੀਤਾ। ਸੋ ਮੈਨੂੰ ਇਹ ਬੜਾ ਹੀ ਇੰਟਰਸਟਿੰਗ ਲੱਗਾ ਰੇਣੂਕਾ ਜੀ ਕਿ ਤੁਹਾਡੇ ਜਿਹੜੇ ਦੋ ਪ੍ਰਾਈਮ ਕੰਸਰਨਸ, ਹਾਲਾਂਕਿ ਉਸ ਤੋਂ ਇਲਾਵਾ ਵੀ ਬਹੁਤ ਕੰਸਰਨਸ ਰਹੇ ਹੋਣਗੇ, ਆਦਮੀ ਕੋਈ ਇਸ ਤਰੀਕੇ ਨਾਲ ਧਾਰਾਵਾਂ ਵਿੱਚ ਵੰਡਿਆ ਹੋਇਆ ਨਹੀਂ ਹੁੰਦਾ, ਪਰ ਇਹ ਜਿਹੜੇ ਤੁਹਾਡੇ ਪ੍ਰਾਈਮ ਕੰਸਰਨਸ ਮੈਨੂੰ ਜੋ ਸਮਝ ਆਏ, ਇਹ ਮੈਨੂੰ ਬੜੇ ਇੰਟਰਸਟਿੰਗ ਲੱਗੇ ਕਿ ਜੈਂਡਰ ਤੇ ਸਪਿਰਿਚੁਅਲਿਟੀ, ਜੈਂਡਰ ਤੇ ਬੁੱਧਿਜ਼ਮ, ਮਤਲਬ ਤੁਸੀਂ ਇਹਨਾਂ ਦੇ ਵਿੱਚ ਕੀ ਕਨਵਰਜੈਂਸ ਦੇਖ ਸਕੇ ਜਾਂ ਕੀ ਇਹ ਬਿਲਕੁਲ ਤੁਸੀਂ, ਕਿਉਂਕਿ ਇਦਾਂ ਤਾਂ ਨਹੀਂ ਪੋਸੀਬਲ ਹੁੰਦਾ ਕਿ ਤੁਸੀਂ ਜਦੋਂ ਜੈਂਡਰ ਕਰ ਰਹੇ ਹੋ ਤੇ ਤੁਸੀਂ ਆਪਣੀ ਦੂਸਰੀ ਪ੍ਰੀ ਆਕੂਪੇਸ਼ਨ ਨੂੰ ਦੇ ਪ੍ਰਤੀ ਓਬਲੀਵੀਅਸ ਹੋਵੋ। ਸੋ ਮੈਂ ਬਹੁਤ ਹੀ ਲੁੱਕ ਫਾਰਵਰਡ ਕਰ ਰਹੀ ਹਾਂ ਕਿ ਅੱਜ ਦੇ ਭਾਸ਼ਣ ਦੇ ਵਿੱਚ ਸਾਨੂੰ ਤੁਸੀਂ ਆਪਣੀਆਂ ਇਹਨਾਂ ਇੰਗੇਜਮੈਂਟਸ ਬਾਰੇ ਕੀ ਦੱਸੋਗੇ, ਕਿਉਂਕਿ ਸਾਡੀ ਇਸ ਭਾਸ਼ਣ ਲੜੀ ਵਿੱਚ ਹਰ ਭਾਸ਼ਣ, ਹਰ ਵਕਤਾ ਜੋ ਆਇਆ ਉਹ ਇੱਕ ਆਫਕੋਰਸ ਇੱਕ ਵਿਮਨ ਸਪੀਕਰ ਸੀ ਔਰ ਉਹਨਾਂ ਨੇ ਬੜੇ ਵੱਖ-ਵੱਖ ਘੇਰਿਆਂ ਵਿੱਚੋਂ ਆਏ ਹੋਏ ਸਪੀਕਰ ਸੀ ਔਰ ਬੜਾ ਹੀ ਇੱਕ ਕ੍ਰੀਏਟਿਵ, ਬੜਾ ਹੀ ਸ੍ਰਿਜਨਾਤਮਕ ਸਾਡੀ ਯਾਤਰਾ ਰਹੀ ਹੈ ਅਸੁਵਿਧਾ ਦੀ, ਕਿ ਇੱਥੇ ਉਹ ਔਰਤਾਂ ਵੀ ਆਈਆਂ ਜਿਹੜੀਆਂ ਬਿਲਕੁਲ ਜਿਹੜੇ ਹਾਰਡ ਕੋਰ, ਅਸੀਂ ਜਿਹਨੂੰ ਮੈਸਕੂਲਿਨ ਸਬਜੈਕਟਸ ਕਹਿੰਦੇ ਆ, ਪਰ ਔਰਤਾਂ ਨੇ ਉਸ ਦੇ ਵਿੱਚ ਬੜਾ ਇੰਟਰਵੀਨ ਕੀਤਾ ਔਰ ਇਹਨਾਂ ਮਿੱਥਾਂ ਨੂੰ ਤੋੜ ਕੇ ਉਹਦੇ ਵਿੱਚ ਬਹੁਤ ਹੀ ਚੰਗੇ ਕੰਟਰੀਬਿਊਸ਼ਨ ਕੀਤੇ ਤੇ ਹੋਰ ਔਰਤਾਂ ਨੂੰ ਵੀ ਇਹਦੇ ਪ੍ਰਤੀ ਸੁਚੇਤ ਕੀਤਾ। ਸੋ ਜਿਹੜਾ ਵਿਸ਼ਾ ਤੁਸੀਂ ਲੈ ਕੇ ਆਏ ਹੋ ਉਹ ਵੀ ਇੱਕ ਬੜਾ ਨਵੇਕਲਾ, ਅਸੁਵਿਧਾ ਦੀ ਇਸ ਯਾਤਰਾ ਦੇ ਵਿੱਚ ਬੜੇ ਮੀਲ ਪੱਥਰ ਵਰਗਾ ਹੈ। ਸੋ ਰੇਣੂਕਾ ਜੀ ਨੇ ਜੋ ਵਿਸ਼ਾ ਅਸੁਵਿਧਾ ਦੀ ਇਸ ਭਾਸ਼ਣ ਲੜੀ ਵਿੱਚ ਜੋ ਚੁਣਿਆ ਹੈ ਉਹ ਹੈ ਫੈਮਿਨਿਸਟ ਮੈਥਡੋਲੋਜੀ। ਸੋ ਇਹਦੀ ਸਥਾਪਨਾ ਹੀ ਇਹ ਕਹਿੰਦੀ ਹੈ ਕਿ ਵੀ ਫੈਮਿਨਨ ਕੋਈ ਇੱਧਰ ਉੱਧਰ ਦੀ ਕੋਈ ਐਮੋਰਫਸ ਜਿਹੀ ਚੀਜ਼ ਨਹੀਂ ਹੈ। ਫੈਮਿਨਿਜ਼ਮ ਨੂੰ ਪਰਸਿਊ ਕਰਨ ਵਾਸਤੇ ਸਾਨੂੰ ਸ਼ਾਇਦ ਦੂਸਰੀਆਂ ਸਾਇੰਸਿਸ ਦੀ ਤਰ੍ਹਾਂ, ਦੂਸਰੇ ਵਿਸ਼ਿਆਂ ਦੀ ਤਰ੍ਹਾਂ ਇੱਕ ਮੈਥਡੋਲੋਜੀ ਦੀ ਵੀ ਜ਼ਰੂਰਤ ਹੁੰਦੀ ਹੈ। ਸੋ ਦੋਸਤੋ, ਮੈਨੂੰ ਯਕੀਨ ਹੈ ਇਸ ਗੱਲ ਦਾ ਕਿ ਰੇਣੂਕਾ ਜੀ ਦੇ ਅੱਜ ਦੇ ਭਾਸ਼ਣ ਦੇ ਨਾਲ ਅਸੀਂ ਸਾਰੇ ਹੀ ਬੌਧਿਕ ਤੌਰ ਤੇ ਜ਼ਰੂਰ ਕੁਝ ਨਵਾਂ ਸਿੱਖਾਂਗੇ। ਸੋ ਰੇਣੂਕਾ ਜੀ, ਮੈਂ ਤੁਹਾਨੂੰ ਬੇਨਤੀ ਕਰੂੰਗੀ ਕਿ ਤੁਸੀਂ ਆਪਣੇ ਵਿਚਾਰ ਜਦ ਤੱਕ ਤੁਸੀਂ ਚਾਹੋ ਤੁਸੀਂ ਅਸੁਵਿਧਾ ਦੇ ਸਰੋਤਿਆਂ ਦੇ ਸਨਮੁਖ ਹੋਵੋ। ਧੰਨਵਾਦ। बहुत बहुत शुक्रिया मोनिका जी। पहले तो मैं नीतू जी और तुहाडा मोनिका जी धन्यवाद करांगी कि तुसी मैनू अज इत्थे बोलण वास्ते बुलाया है
ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਂ ਆਪਣੇ ਵਿਚਾਰ ਤੁਹਾਡੇ ਸਾਰਿਆਂ ਨਾਲ ਅੱਜ ਮੈਂ ਸਾਂਝੇ ਕਰਾਂਗੀ। ਆਪਣਾ ਲੈਕਚਰ ਸ਼ੁਰੂ ਕਰਨ ਤੋਂ ਪਹਿਲੇ ਮੈਂ ਥੋੜਾ ਜਿਹਾ ਆਪਣਾ ਆਟੋਬਾਇਓਗ੍ਰਾਫਿਕਲ ਨੋਟ ਦੇਣਾ ਚਾਹਾਂਗੀ ਕਿ ਮੇਰਾ ਫੈਮਿਨਿਜ਼ਮ ਵਿੱਚ ਇੰਟਰਸਟ ਕਿਸ ਤਰ੍ਹਾਂ ਪੈਦਾ ਹੋਇਆ। ਮੇਰੇ ਮਾਤਾ ਜੀ ਸੋਸ਼ਲ ਵਰਕਰ ਹੈਗੇ ਸਨ ਤੇ ਉਹ ਅਕਸਰ ਔਰਤਾਂ ਦੇ ਨਾਲ ਕੰਮ ਕਰਦੇ ਹੁੰਦੇ ਸੀ। ਸੋ ਮੈਂ ਬਚਪਨ ਤੋਂ ਦੇਖਦੀ ਆਈ ਕਿ ਸਾਡੇ ਘਰ ਬਹੁਤ ਔਰਤਾਂ ਆਉਂਦੀਆਂ ਸੀ ਆਪਣੀਆਂ ਪ੍ਰੋਬਲਮਸ ਲੈ ਕੇ, ਤੇ ਜਿਹੜਾ ਕਿ ਮੇਰੇ ਮਾਤਾ ਜੀ ਹੈਲਪ ਕਰਦੇ ਸਨ ਉਹਨਾਂ ਨੂੰ ਸੋਲਵ ਕਰਨ ਵਿੱਚ। ਤੇ ਮੈਨੂੰ ਬੜਾ ਔਰਤਾਂ ਦੇ ਉਦੋਂ ਨਾ ਤਰਸ ਆਉਂਦਾ ਹੁੰਦਾ ਸੀ ਕਿ ਵਿਚਾਰੀਆਂ ਔਰਤਾਂ ਦੇਖੋ ਕਿੰਨੀ ਮੁਸ਼ਕਲ ਪਿੱਛੋਂ ਲੰਘ ਰਹੀਆਂ ਨੇ। ਪਰ ਫਿਰ ਵੀ ਮੇਰੇ ਮਨ ਵਿੱਚ ਕਦੀ ਉਦੋਂ ਇਹ ਗੱਲ ਨਹੀਂ ਆਈ ਕਿ ਮੈਂ ਇਸ ਸਬਜੈਕਟ ਦੇ ਉੱਤੇ ਕੁਝ ਪੜ੍ਹਾਂ ਲਿਖਾਂ ਜਾਂ ਕੁਝ ਕਰਾਂ। ਇਹ ਜਦੋਂ ਮੈਂ MA ਦੀ ਸਟੂਡੈਂਟ JNU ਵਿੱਚ ਹੈਗੀ ਸਾਂ, ਉਦੋਂ ਮੈਂ ਕਹਾਂਗੀ ਕਿ ਜਿਹੜੀ ਮੇਰੀ ਆਪਣੀ ਇੱਕ ਪਰਸਨਲ ਐਕਸਪੀਰੀਅੰਸ ਮੇਰਾ ਲਾਈਫ ਦਾ ਹੋਇਆ, ਉਹਨੇ ਜਾ ਕੇ ਮੈਨੂੰ ਨਾ ਇੱਕਦਮ ਸ਼ੇਕ ਕਰ ਦਿੱਤਾ, ਜਿਹਦੇ ਕਾਰਨ ਕਿ ਉਦੋਂ ਮੈਨੂੰ ਸਮਝ ਆਈ ਕਿ ਨਹੀਂ, ਇਹ ਜਿਹੜਾ ਵਿਸ਼ੇ ਹੈਗਾ ਵੇ ਔਰਤਾਂ ਦਾ ਜਾਂ ਫੈਮਿਨਿਜ਼ਮ ਹੈਗਾ, ਇਹਨੂੰ ਰੀਅਲੀ ਸਮਝਣ ਦੀ ਲੋੜ ਹੈਗੀ ਹੈ। ਔਰਤ ਦੀ ਐਕਚੁਅਲੀ ਸਮੱਸਿਆ ਕੀ ਹੈਗੀ ਹੈ, ਤੇ ਉਹਦੇ ਵਾਸਤੇ ਫਿਰ ਮੈਂ ਆਪਣੀ ਇੱਕ ਵੱਖਰੀ ਤਰ੍ਹਾਂ ਦੀ ਵੀ ਪੜ੍ਹਾਈ ਸ਼ੁਰੂ ਕੀਤੀ, ਜਿਹੜੀ ਕਿ ਮੈਨੂੰ ਆਪਣੇ PhD ਤੱਕ ਲੈ ਕੇ ਗਈ, ਕਿਉਂਕਿ ਮੈਂ ਦਿੱਲੀ ਦੀ ਔਰਤਾਂ ਤੇ ਕੰਮ ਕੀਤਾ ਸੀ, ਉਹਨਾਂ ਦਾ ਸਟੇਟਸ ਐਕਸਪੀਰੀਅੰਸ ਕੀ ਹੁੰਦਾ ਹੈ। ਤੇ ਉਹਦੇ ਨਾਲ ਹੀ ਮੇਰਾ ਜਿਹੜਾ ਇੰਟਰਸਟ ਹੈ ਉਹ ਬੁੱਧਿਜ਼ਮ ਵਿੱਚ ਵੀ ਡਿਵੈਲਪ ਹੋਇਆ, ਕਿਉਂਕਿ ਮੈਨੂੰ ਸਾਰੀ ਮੈਂ ਵੈਸਟਰਨ ਸਾਈਕੋਲੋਜੀ ਪੜ੍ਹ ਲਿੱਤੀ ਸੀ, ਆਪਣੀ ਇੰਡੀਅਨ ਫਿਲਾਸਫੀ ਪੜ੍ਹ ਲਿੱਤੀ ਸੀ। ਮੈਨੂੰ ਮੇਰੇ ਪ੍ਰਸ਼ਨਾਂ ਦੇ ਉੱਤਰ ਨਹੀਂ ਮਿਲ ਰਹੇ ਸਨ, ਨਾ ਹੀ ਮੇਰੇ ਪ੍ਰੋਫੈਸਰਸ ਮੈਨੂੰ ਕੁਝ ਸਮਝਾ ਪਾ ਰਹੇ ਸਨ। ਤੇ ਉਸ ਸਿਲਸਿਲੇ ਵਿੱਚ ਫਿਰ ਮੈਂ ਇਹ ਟਿਬੇਟਨ ਬੁੱਧਿਜ਼ਮ ਨੂੰ ਸਟੱਡੀ ਕਰਨਾ ਸ਼ੁਰੂ ਕੀਤਾ, ਔਰ ਉੱਥੇ ਮੈਨੂੰ ਲੱਗਿਆ ਕਿ ਸਾਈਕੋ ਐਨਾਲਿਸਿਸ ਔਰ ਟਿਬੇਟਨ ਬੁੱਧਿਜ਼ਮ ਬਹੁਤ ਮਨ ਦੇ ਡੀਪ ਜਾਂਦਾ ਹੈ, ਔਰ ਜਿਹੜੀ ਇਨਸਾਨਾਂ ਦੀ ਰਿਐਲਿਟੀ ਹੈ ਉਹਨੂੰ ਐਕਚੁਅਲੀ ਪਕੜਨ ਦੀ ਕੋਸ਼ਿਸ਼ ਕਰਦਾ। ਸੋ ਇਹ ਦੋ ਮੇਰੀਆਂ ਜਰਨੀਆਂ ਇਕੱਠੀਆਂ ਹੀ ਚੱਲਦੀਆਂ ਰਹੀਆਂ, ਤੇ ਉਹ ਅੱਗੇ ਜਾ ਕੇ ਫਿਰ ਜਦੋਂ ਮੈਂ ਇੱਕ ਕਿਤਾਬ ਕੀਤੀ ਵੂਮਨ ਰੀਬੋਰਨ, ਉੱਥੇ ਮੈਂ ਜੈਂਡਰ ਵੀ ਸਟੱਡੀ ਕੀਤਾ ਔਰ ਸਪਿਰਿਚੁਅਲਿਟੀ ਵੀ ਸਟੱਡੀ ਕੀਤੀ। ਤੋ ਇਸ ਤਰ੍ਹਾਂ ਮੇਰਾ ਇੰਟਰਸਟ ਇਸ ਸਬਜੈਕਟ ਦੇ ਵਿੱਚ ਬਣਿਆ। ਹੁਣ ਮੈਨੂੰ ਪਤਾ ਨਹੀਂ ਕਿ ਮੈਂ ਕਿੰਨਾ ਸਕਸੀਡ ਕੀਤਾ ਵੇ ਇਹਨੂੰ ਸਿੰਥੇਸਾਈਜ਼ ਕਰਨ ਦੇ ਵਿੱਚ, ਪਰ ਕੋਸ਼ਿਸ਼ ਜ਼ਰੂਰ ਕੀਤੀ ਹੈ। ਐਂਡ ਆਈ ਹੋਪ ਕਿ ਜਿਹੜੇ ਲੋਕ ਵੀ ਸਪਿਰਿਚੁਅਲਿਟੀ ਬਾਰੇ ਜਾਣਨਾ ਚਾਹੁੰਦੇ ਹੋਣਗੇ ਜਾਂ ਥੋੜਾ ਜਿਹਾ ਬੁੱਧਿਜ਼ਮ ਬਾਰੇ, ਉਹ ਅਗਰ ਮੇਰੀਆਂ ਕਿਤਾਬਾਂ ਦੇਖ ਲੈਣ, ਉਹ ਮੇਰਾ ਖਿਆਲ ਹੈ ਉਹਨਾਂ ਨੂੰ ਕੁਛ ਨਾ ਕੁਛ ਤੇ ਹਾਸਿਲ ਹੋਏਗਾ। ਸੋ ਅੱਜ ਹੁਣ ਮੈਂ ਜਿਹੜਾ ਟੌਪਿਕ ਚੁਣਿਆ ਵੇ ਉਹ ਹੈਗਾ ਵੇ ਫੈਮਿਨਿਸਟ ਮੈਥੋਡੋਲੋਜੀ ਤੇ ਸ਼ੁਰੂ ਕਰਨ ਤੋਂ ਪਹਿਲੇ ਮੈਂ ਕਹਿਣਾ ਚਾਹਾਂਗੀ ਕਿ ਕੌਣ ਜਾਣਨਾ ਚਾਹੁੰਦਾ ਵੇ ਕੋਈ ਚੀਜ਼, ਕਿਸ ਤਰ੍ਹਾਂ ਜਾਣਨਾ ਚਾਹੁੰਦਾ ਵੇ ਔਰ ਕੀ ਜਾਣ ਪਾਉਂਦਾ ਹੈ, ਇਹਦਾ ਇੱਕ ਬੜਾ ਗਹਿਰਾ ਸੰਬੰਧ ਹੈਗਾ ਵੇ। ਸੋ ਜਾਣਨ ਵਾਲਾ ਬੰਦਾ ਕਿਸ ਤਰ੍ਹਾਂ ਜਾਣਦਾ ਵੇ ਔਰ ਫਿਰ ਕੀ ਲੱਭ ਕੇ ਲਿਆਂਦਾ, ਕਿਹੋ ਜਿਹਾ ਨੌਲੇਜ ਪ੍ਰੋਡਿਊਸ ਕਰਦਾ ਹੈ, ਇਸ ਰਿਸ਼ਤੇ ਬਾਰੇ ਮੈਂ ਅੱਜ ਗੱਲ ਕਰਾਂਗੀ। ਤੇ ਜਦੋਂ ਅਸੀਂ ਫਿਰ ਫੈਮਿਨਿਸਟ ਮੈਥੋਡੋਲੋਜੀ ਦੀ ਗੱਲ ਕਰਦੇ ਹਾਂ, ਇਹ ਕਿਉਂ ਇੰਪੋਰਟੈਂਟ ਹੋ ਜਾਂਦੀ ਹੈ? ਇਸ ਕਾਰਨ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਜਿਹੜਾ ਫੈਮਿਨਿਸਟ ਲੋਕਾਂ ਨੇ ਆਪਣਾ ਨੌਲੇਜ ਨਵਾਂ ਕੋਡੀਫਾਈ ਕੀਤਾ, ਕ੍ਰੀਏਟ ਕੀਤਾ, ਉਹ ਕਿਸ ਤਰ੍ਹਾਂ ਕੀਤਾ ਵੇ, ਇਹ ਵੀ ਜਾਣਨਾ ਔਰ ਸਮਝਣਾ ਬਹੁਤ ਜ਼ਰੂਰੀ ਹੈ, ਜਾਂ ਕਿਸ ਤਰ੍ਹਾਂ ਕਰਨਾ ਚਾਹੀਦਾ ਵੇ, ਇਹ ਵੀ ਇੱਕ ਪ੍ਰਸ਼ਨ ਉੱਠਦਾ ਵੇ, ਔਰ ਮੇਲ ਮੈਥੋਡੋਲੋਜੀ ਤੋਂ ਕਿਸ ਤਰ੍ਹਾਂ ਵੱਖਰਾ ਹੋ ਜਾਂਦਾ ਹੈ। ਸੋ ਅਸੀਂ ਜਨਰਲੀ ਦੇਖਿਆ ਵੇ ਕਿ ਪੋਲਿਟਿਕਸ ਔਰ ਨੌਲੇਜ ਨੂੰ ਤੁਸੀਂ ਕਦੀ ਵੀ ਸੈਪਰੇਟ ਨਹੀਂ ਕਰ ਸਕਦੇ ਹੋ,
ਇਹ ਜਿਹੜੀ ਸੈਪਰੇਸ਼ਨ ਸਾਨੂੰ ਦੱਸੀ ਗਈ ਹੈ ਨਾ, ਇਹ ਬੜੀ ਆਰਟੀਫਿਸ਼ੀਅਲ ਹੈ ਔਰ ਝੂਠੀ ਹੈ, ਫਾਲਸ ਹੈਗੀ ਹੈ ਬਿਲਕੁਲ। ਸਾਨੂੰ ਦੱਸਿਆ ਗਿਆ ਕਿ there is a political objective knowledge, but ਕੋਈ ਇਸ ਨਾਂ ਦੀ ਚੀਜ਼ ਹੈ ਹੀ ਨਹੀਂ ਹੈ ਕਿ objective knowledge ਤੁਹਾਨੂੰ ਕਦੀ ਸਮਾਜ ਵਿੱਚ ਮਿਲੇਗਾ। ਇਹ ਸਾਨੂੰ ਇਸ ਕਾਰਨ ਦੱਸਿਆ ਗਿਆ ਵੇ ਕਿਉਂਕਿ ਇਹ ਐਸਟੈਬਲਿਸ਼ਮੈਂਟ ਨੂੰ ਬੜਾ ਚੰਗੀ ਤਰ੍ਹਾਂ ਸਰਵ ਕਰਦਾ, ਉਹਨਾਂ ਦਾ ਜਿਹੜਾ ਪਰਪਸ ਹੈਗਾ। ਤੇ ਹੁਣ ਅਸੀਂ ਦੇਖਦੇ ਹਾਂ ਕਿ ਸੋਸ਼ਲ ਸਾਇੰਸਸ ਵਿੱਚ ਇੱਕ ਬੜੀ ਤਗੜੀ ਸ਼ਿਫਟ ਆਈ ਹੈ, ਜਿਹਦੇ ਵਿੱਚ ਉਹ ਰੈਕਗਨਾਈਜ਼ ਕਰ ਰਹੇ ਨੇ ਕਿ ਜਿਹੜੀ ਨੌਲੇਜ ਹੈ ਉਹ ਸੋਸ਼ਲੀ ਕੰਸਟਰਕਟਡ ਹੈਗੀ ਐਕਚੁਅਲੀ, ਕਲਚਰਲੀ ਕੰਸਟਰਕਟਡ, ਉਹਦੀ ਪੂਰੀ ਇੱਕ ਸੋਸ਼ਲ ਲੋਕੇਸ਼ਨ ਹੈ, ਜਿਹਨੂੰ ਕਿ ਇਹ ਸੋਸ਼ਲ ਕੰਸਟਰਕਟਿਵਿਜ਼ਮ ਵੀ ਕਿਹਾ ਜਾਂਦਾ ਹੈ। ਤੇ ਅਗਰ ਅਸੀਂ ਪਿਛਲੇ ਸਦੀਆਂ ਦਾ ਨੌਲੇਜ ਦੇਖੀਏ ਜਿਹੜਾ ਕਿ ਪ੍ਰੋਡਿਊਸ ਕੀਤਾ ਗਿਆ, ਉਹ ਆਦਮੀਆਂ ਨੇ ਕੀਤਾ ਹੋਵੇ ਤੇ ਹਮੇਸ਼ਾ ਔਰਤ ਨੂੰ ਉਹਦੇ ਵਿੱਚੋਂ ਐਕਸਕਲੂਡ ਕੀਤਾ ਗਿਆ। ਤੇ ਬੰਦੇ ਨੇ ਜਿਹੜੇ ਉਹ ਹਮੇਸ਼ਾ ਸਾਰੀ ਹਿਊਮੈਨਿਟੀ ਵਾਸਤੇ ਇੱਕ ਤਰ੍ਹਾਂ ਦੇ ਰਿਪਰੈਜ਼ੈਂਟੇਟਿਵ ਬਣ ਕੇ ਆਏ ਨੇ ਕਿ ਜੋ ਉਹਨਾਂ ਨੇ ਕਿਹਾ ਉਹ ਸਾਰਿਆਂ ਤੇ ਲਾਗੂ ਹੁੰਦਾ ਹੈ। ਸੋ ਸਾਨੂੰ ਪਤਾ ਲੱਗਦਾ ਹੈ ਕਿ ਉਹ ਇੱਕ ਪਾਰਸ਼ਲ ਵਿਊ ਸਾਨੂੰ ਦੇ ਰਹੇ ਨੇ, ਜਿਹੜਾ ਕਿ ਸਾਨੂੰ ਐਕਸੈਪਟ ਕਰਨਾ ਪਿਆ ਕਿ ਉਹ ਸਾਰਿਆਂ ਵਾਸਤੇ ਇਕੁਅਲੀ ਵੈਲਿਡ ਹੈ। ਤੇ ਇਹ ਜਿਹੜਾ ਪ੍ਰਸ਼ਨ ਹੈ, ਇਹ ਫੈਮਿਨਿਸਟ ਨੇ ਆਪਣੀ ਜਿਹੜੀ ਕੰਟਰੀਬਿਊਸ਼ਨ ਕੀਤੀ ਹੈ ਕੰਮ ਕਰਕੇ, ਤੇ ਉਹਨਾਂ ਨੇ ਐਨਾਲਾਈਜ਼ ਕੀਤਾ ਕਿ ਔਰਤ ਇੱਕ ਆਟੋਨਮਸ ਹਿਊਮਨ ਬੀਇੰਗ ਹੋ ਕੇ ਕੰਟਰੀਬਿਊਟ ਕਰਨਾ ਨੌਲੇਜ ਨੂੰ, ਔਰ ਉਹਦੀ ਐਬਸੈਂਸ ਹੋਣੀ ਇਸ ਪ੍ਰੋਸੈਸ ਦੇ ਵਿੱਚ, ਉਹਦੇ ਬਾਰੇ ਫੈਮਿਨਿਸਟ ਨੇ ਕੰਮ ਕੀਤਾ। ਤੇ ਸਾਰੇ ਫੈਮਿਨਿਸਟ ਨੇ ਇਹ ਜਿਹੜਾ ਨਵਾਂ ਨੌਲੇਜ ਕ੍ਰੀਏਟ ਕੀਤਾ, ਇਹਨੂੰ ਰੀਕਨਸੈਪਚੁਅਲਾਈਜ਼ ਕਰਕੇ ਐਨਕੋਡ ਕੀਤਾ ਹੈ ਸਾਰਾ ਨੌਲੇਜ ਔਰਤਾਂ ਦੇ ਐਕਸਪੀਰੀਐਂਸਸ ਦੇ ਬਾਰੇ। ਪਰ ਅਗਰ ਅਸੀਂ ਦੇਖੀਏ ਜਿਹੜੀ ਇਨਵਿਜ਼ਿਬਿਲਿਟੀ ਆਫ ਵੂਮਨ ਹੈਗੀ ਹੈ, ਇਹ ਇੱਕ ਨਾ ਸਟਰਕਚਰਲ ਪ੍ਰੋਬਲਮ ਹੈ। ਇਸੇ ਕਾਰਨ ਤੁਹਾਨੂੰ ਲੱਗਦਾ, ਤੁਸੀਂ ਸਾਰੀ ਹਿਸਟਰੀ ਪੜ੍ਹ ਲਓ, ਔਰਤਾਂ ਉਹਦੇ ਚ ਮਿਸਿੰਗ ਨੇ, ਰਿਲੀਜੀਅਸ ਥਾਟ ਪੜ੍ਹ ਲਓ, ਔਰਤਾਂ ਮਿਸਿੰਗ ਨੇ, ਪੋਲੀਟੀਕਲ ਫਿਲਾਸਫੀ ਦੇਖ ਲਓ, ਪੋਇਟਿਕ ਟ੍ਰੈਡੀਸ਼ਨਸ ਦੇਖ ਲਓ, ਆਵਾਂ ਟਾਵਾਂ ਤੁਹਾਨੂੰ ਕਿਤੇ ਮਿਲ ਜਾਏਗਾ, ਪਰ ਇੱਕ ਜਨਰਲ ਤੌਰ ਤੇ ਔਰਤ ਹਮੇਸ਼ਾ ਮਿਸਿੰਗ ਤੁਹਾਨੂੰ ਮਿਲੇਗੀ। ਔਰ ਇਹ ਵੀ ਕਿਹਾ ਜਾਂਦਾ ਹੈ ਔਰਤ ਤੇ ਕਦੀ ਸ਼ੇਕਸਪੀਅਰ ਨਹੀਂ ਬਣ ਸਕਦੀ, ਔਰਤ ਤੇ ਕਦੀ ਮਾਈਕਲ ਐਂਜਲੋ ਨਹੀਂ ਬਣ ਸਕਦੀ। ਉਹਨੂੰ ਮੌਕਾ ਕਦੋਂ ਦਿੱਤਾ ਗਿਆ ਬਣਨ ਵਾਸਤੇ? ਪਹਿਲੇ ਤੇ ਇਹ ਗੱਲ ਸੋਚਣ ਦੀ ਲੋੜ ਹੈਗੀ ਹੈ। ਔਰ ਐਂਥਰੋਪੋਲੋਜਿਸਟ ਹੈਗੇ ਨਾ ਸ਼ਰਲੀ ਆਰਡਨਰ ਆਕਸਫੋਰਡ ਵਿੱਚ, ਉਹਨਾਂ ਦਾ ਬੜਾ ਕੰਮ ਹੈਗਾ ਜੈਂਡਰ ਦੇ ਉੱਤੇ। ਉਹਨਾਂ ਨੇ ਇੱਕ ਕਲਾਸੀਫਿਕੇਸ਼ਨ ਕੀਤੀ ਹੈ ਔਰਤਾਂ ਔਰ ਮਰਦਾਂ ਦੀ। ਉਹ ਕਹਿੰਦੇ ਨੇ ਜਿਹੜੀਆਂ ਔਰਤਾਂ ਨੇ ਉਹ ਮਿਊਟਡ ਗਰੁੱਪ ਰਹਿੰਦੀਆਂ ਨੇ, ਔਰ ਜਿਹੜਾ ਬੰਦਾ ਵੇ ਉਹ ਹਮੇਸ਼ਾ ਡੋਮੀਨੈਂਟ ਗਰੁੱਪ ਬਣ ਕੇ ਰਹਿੰਦਾ ਵੇ। ਔਰ ਇੱਕ ਵਾਰੀ ਤੁਸੀਂ ਇਹ ਕਲਾਸੀਫਿਕੇਸ਼ਨ ਕਰ ਦਿਓ ਔਰ ਕਹੋ ਕਿ ਔਰਤ ਇਨਫੀਰੀਅਰ ਹੈ ਔਰ ਬੰਦਾ ਸੁਪੀਰੀਅਰ ਹੈ, ਤੇ ਜਿਹੜੇ ਡੋਮੀਨੇਟਿੰਗ ਕਲਾਸਿਸ ਹੁੰਦੀਆਂ ਨੇ ਜਾਂ ਜਿਹੜਾ ਡੋਮੀਨੇਟਿੰਗ ਬੰਦਾ ਹੁੰਦਾ ਹੈ, ਉਹ ਦੂਸਰੇ ਨੂੰ ਹਮੇਸ਼ਾ ਡਿਫੈਕਟਿਵ ਦੇਖਦਾ ਵੇ ਜਾਂ ਉਹਨੂੰ ਸਬ ਸਟੈਂਡਰਡ ਸਮਝਦਾ ਕਿ ਇਹ ਸਾਡੇ ਲੈਵਲ ਤੱਕ ਨਹੀਂ ਹੈਗਾ। ਫਰੋਇਡ ਦੇ ਕੰਮ ਵਿੱਚ ਵੀ ਤੁਹਾਨੂੰ ਇਹ ਮਿਲੇਗਾ ਕਿ ਉਹ ਜਿਹੜੀ ਔਰਤ ਹੈ ਉਹ ਉਹਦੀ ਬੜੀ ਵੀਕ ਈਗੋ ਹੈਗੀ ਹੈ, ਸ਼ੀ ਇਜ਼ ਐਨਵੀਅਸ, ਸ਼ੀ ਇਜ਼ ਜੈਲਸ, ਸ਼ੀ ਹੈਜ਼ ਅ ਵੈਰੀ weak super ego, as if she is incomplete or she is not up to the mark, she is not like a man. So ਅਸੀਂ ਦੇਖੀਏ ਜਿਸ ਢੰਗ ਨਾਲ ਹਰ ਸਮਾਜ ਦੇ ਵਿੱਚ ਗਿਆਨ ਨੂੰ ਗਿਆਨ ਸਿਲੈਕਟ ਕੀਤਾ ਜਾਂਦਾ ਵੇ, ਕਲਾਸੀਫਾਈ ਕੀਤਾ ਜਾਂਦਾ, ਡਿਸਟ੍ਰੀਬਿਊਟ ਕੀਤਾ ਜਾਂਦਾ ਔਰ ਟ੍ਰਾਂਸਮਿਟ ਕੀਤਾ ਜਾਂਦਾ, ਉਹ ਸਾਰਾ ਨਾ ਰਿਫਲੈਕਟ ਕਰਦਾ ਕਿ ਉਹ ਸਮਾਜ ਦੇ ਵਿੱਚ ਪਾਵਰ ਪਲੇ ਕੀ ਚੱਲ ਰਿਹਾ ਵੇ, ਪਾਵਰ ਕਿਸ ਤਰ੍ਹਾਂ ਡਿਸਟ੍ਰੀਬਿਊਟ ਕੀਤੀ ਗਈ ਹੈ। ਤੇ ਉਹਦੇ ਨਾਲ ਹੀ ਇਹ ਜਿਹੜੇ ਪ੍ਰਿੰਸੀਪਲਸ ਨੇ ਸੋਸ਼ਲ ਕੰਟਰੋਲ ਦੇ, ਉਹ ਵੀ ਤੁਹਾਨੂੰ ਨਜ਼ਰ ਆਉਂਦੇ ਨੇ ਜਿਸ ਢੰਗ ਨਾਲ ਇਹ ਸਾਰਾ ਕੁਝ ਕੀਤਾ ਜਾਂਦਾ। ਤੁਸੀਂ ਸਿਮੋਨ ਦੇ ਬਿਵੇਰ ਦਾ ਕੰਮ ਦੇਖੋ, ਦ ਸੈਕੰਡ ਸੈਕਸ, ਉਹ ਕਹਿੰਦੀ ਹੈ ਕਿ ਔਰਤਾਂ ਨੂੰ ਕਿਹਾ ਜਾਂਦਾ ਕਿ ਤੂੰ ਗਲਤ ਹੈ। ਕਿਉਂ ਕਿਹਾ ਜਾਂਦਾ ਗਲਤ ਹੈ? ਇਸ ਕਾਰਨ ਨਹੀਂ ਕਿਉਂਕਿ ਉਹਦਾ ਆਰਗੂਮੈਂਟ ਵੀਕ ਹੁੰਦਾ ਵੇ ਜਾਂ ਕਿ ਉਹ ਐਕਸਪਲੇਨ ਨਹੀਂ ਠੀਕ ਤਰ੍ਹਾਂ ਕਰ ਪਾਉਂਦੀ,
ਉਹਨੂੰ ਇਸ ਕਾਰਨ ਕਹਿੰਦੇ ਨੇ ਬੰਦੇ ਤੂੰ ਗਲਤ ਹੈ ਕਿਉਂਕਿ ਉਹਦਾ ਜੈਂਡਰ ਉਹ ਹੈਗਾ ਵੇ, ਉਹ ਕਹਿੰਦੀ ਕਿਉਂਕਿ ਉਹ ਔਰਤ ਹੈ। ਅਕਸਰ ਤੁਸੀਂ ਆਪਣੀ ਲਾਈਫ ਵਿੱਚ ਵੀ ਦੇਖੋਗੇ, ਤੁਹਾਡੀ ਜਦੋਂ ਬੰਦਿਆਂ ਨਾਲ ਜਾਂ ਮੁੰਡਿਆਂ ਨਾਲ ਕਿਤੇ ਬਹਿਸ ਹੋਵੇ ਤੇ ਉਹ ਤੁਹਾਨੂੰ ਸਿੱਧਾ ਹੀ ਕਹਿ ਦਿੰਦੇ ਨਹੀਂ ਨਹੀਂ ਤੁਸੀਂ ਗਲਤ ਹੋ ਜੀ, ਤੁਹਾਨੂੰ ਨਹੀਂ ਸਮਝ ਆ ਗਈ। ਔਰਤ ਦਾ ਜਿਹੜਾ ਕਹਿਣਾ ਵੇ ਉਹ ਕਿਉਂ ਨਹੀਂ ਸੀਰੀਅਸਲੀ ਲਿੱਤਾ ਜਾਂਦਾ? that's one question one needs to ask। ਤੇ ਸਾਨੂੰ ਪਤਾ ਹੈ ਕਿ ਹੁਣ ਹਿਸਟੋਰੀਕਲੀ ਫੈਮਿਨਿਸਟ ਨੇ ਬੜੇ ਲਿੰਗੁਇਸਟਿਕ ਇਸ਼ੂਜ਼ ਵੀ ਉਠਾਏ ਨੇ, ਜਿਹਦੇ ਨਾਲ ਕਿ ਜਿਹੜੀ ਕਰੈਕਟ ਟਰਮੀਨੋਲੋਜੀ ਉਹ ਵੀ ਇੰਟਰੋਡਿਊਸ ਕੀਤੀ ਹੈ। ਫॉर एग्जांपल ਮਿਸ, ਮਿਸਿਸ ਐਂਡ ਦੈਨ ਮਿਸ ਕੀਤਾ, ਜਾਂ ਚੇਅਰਮੈਨ ਦੀ ਬਜਾਏ ਚੇਅਰਪਰਸਨ ਐਟਸੈਟਰਾ। ਸੋ ਪੋਲੀਟੀਕਲੀ ਕਰੈਕਟ ਟਰਮੀਨੋਲੋਜੀ ਦਾ ਵੀ ਇੰਟਰੋਡਕਸ਼ਨ ਹੈ ਫੈਮਿਨਿਸਟ ਨੇ ਕੀਤਾ ਹੈ। ਸੋ ਪਰ ਸਭ ਤੋਂ ਵੱਡਾ ਜਿਹੜਾ ਚੈਲੰਜ ਫੈਮਿਨਿਸਟ ਨੇ ਕੀਤਾ ਵੇ ਔਰ ਮੈਥਡੋਲੋਜੀ ਨੇ ਜੋ ਕੀਤਾ ਉਹ ਇਹ ਵੇ ਕਿ ਜਿਹੜੀ ਆਬਜੈਕਟਿਵਿਟੀ ਨੂੰ ਬੰਦਿਆਂ ਨੇ ਅਪਰੋਪਰੀਏਟ ਕੀਤਾ ਹੈ। ਬੰਦਿਆਂ ਨੇ ਕਿਹਾ ਕਿ ਅਸੀਂ ਆਬਜੈਕਟਿਵ ਹਾਂ ਹਰ ਚੀਜ਼ ਦੇ ਬਾਰੇ, ਔਰ ਜਿਹਦੇ ਤੇ ਕਲੇਮ ਕੀਤਾ, ਔਰਤਾਂ ਨੇ ਉਹ ਚੀਜ਼ ਕੁਐਸਚਨ ਕੀਤੀ ਹੈ ਤੇ ਉਹਨਾਂ ਨੇ ਕਿਹਾ ਇਹਦੇ ਵਿੱਚ ਕੋਈ ਵੈਲਿਡ ਆਰਗੂਮੈਂਟ ਨਹੀਂ ਹੈਗਾ ਵੇ। ਅਗਰ ਤੁਸੀਂ ਦੇਖੋ ਆਦਮੀ ਔਰ ਔਰਤ ਦੇ ਮੈਥਡੋਲੋਜੀ ਵਿੱਚ ਮੇਨ ਫਰਕ ਕੀ ਆਂਦਾ ਹੈ, ਉਹ ਇਹ ਵੇ ਕਿ ਜਿਹੜੇ ਬੰਦਾ ਵੇ ਉਹ ਮੇਅਰ ਸਪੈਕਟੇਟਰ ਬਣ ਕੇ ਕੋਈ ਸਬਜੈਕਟ ਨੂੰ ਸਟੱਡੀ ਕਰਦਾ ਵੇ, ਵੈਰਸ ਜਿਹੜੀ ਔਰਤ ਹੈ ਉਹ ਜ਼ਿਆਦਾ ਪਾਰਟਿਸਿਪੇਟਰੀ ਅਪਰੋਚ ਰੱਖਦੀ ਹੈ। ਇਹ ਇੱਕ ਬੜਾ ਵੱਡਾ ਪੈਟਰਨ ਤੁਹਾਨੂੰ ਦਿਖੇਗਾ ਲਾਈਫ ਦੇ ਵਿੱਚ ਜਦੋਂ ਵੀ ਤੁਸੀਂ ਕੋਈ ਚੀਜ਼ ਨੂੰ ਜਾਣਨਾ ਚਾਹੋਗੇ। ਔਰ ਇਸੇ ਕਾਰਨ ਕਿਹਾ ਜਾਂਦਾ ਵੇ ਕਿ ਆਬਜੈਕਟਿਵਿਟੀ ਕੀ ਹੈ, ਫੈਮਿਨਿਸਟ ਨੇ ਕਿਸ ਤਰ੍ਹਾਂ ਡਿਫਾਈਨ ਕੀਤੀ ਹੈ। ਉਹ ਕਹਿੰਦੇ ਨੇ ਜਿਹੜੀ ਮੇਲ ਸਬਜੈਕਟਿਵਿਟੀ ਹੈ that is being called objectivity। ਸੋ ਜਿਹੜੇ ਬੰਦੇ ਲੋਕ ਵੀ ਨੇ ਉਹ ਵੀ ਕਦੀ ਨਿਊਟਰਲ ਨਹੀਂ ਹੁੰਦੇ ਨੇ, ਉਹ ਵੀ ਬਾਇਸਡ ਹੁੰਦੇ ਨੇ, ਉਹਨਾਂ ਦੇ ਵੀ ਆਪਣੇ ਇੰਟਰਸਟ, ਵੈਲਿਊਜ਼, ਸਾਰਾ ਕੁਝ ਇਨਵੋਲਵਡ ਹੁੰਦੀਆਂ ਨੇ ਜਿਹੜਾ ਵੀ ਉਹ ਲਾਈਫ ਦੇ ਵਿੱਚ ਕੰਮ ਕਰਦੇ ਨੇ। ਸੋ ਕੀ ਕਹਦਾ ਵੇ ਜਿਹੜਾ ਪੋਲਿਟਿਕਸ ਆਫ ਨੌਲੇਜ ਹੈ ਇਹ ਫੈਮਿਨਿਸਟਾਂ ਨੇ ਬਹੁਤ ਹਾਈਲਾਈਟ ਕੀਤਾ ਵੇ। ਔਰ ਤੁਸੀਂ ਕਹਿ ਸਕਦੇ ਹੋ ਕਿ ਡਿਫਰੈਂਟ ਤਰ੍ਹਾਂ ਦੀ ਫੈਮਿਨਿਸਟ ਥਿਓਰੀਜ਼ ਆਈਆਂ ਨੇ, ਲਿਬਰਲ ਫੈਮਿਨਿਸਟ, ਮਾਰਕਸਿਸਟ ਫੈਮਿਨਿਸਟ, ਰੈਡੀਕਲ ਫੈਮਿਨਿਸਟ, ਸੋਸ਼ਲਿਸਟ ਫੈਮਿਨਿਸਟ, ਬਲੈਕ ਫੈਮਿਨਿਸਟ, ਸੋ ਮੈਨੀ, ਹੁਣ ਸਪਿਰਿਚੁਅਲ ਫੈਮਿਨਿਸਟ ਵੀ ਕਹਿੰਦੇ। ਤੇ ਪਰ ਅਗਰ ਤੁਸੀਂ ਇਹਨਾਂ ਨੂੰ ਇੱਕ ਯੂਨਿਟੀ ਵਿੱਚ ਦੇਖਣਾ ਤੇ ਇਹ ਸਾਰੇ ਜਣੇ ਐਕਚੁਅਲੀ ਇੱਕੋ ਚੀਜ਼ ਦੇ ਅਗੇਂਸਟ ਕੰਮ ਕਰ ਰਹੇ ਨੇ ਜਾਂ ਸਮਝਣਾ ਚਾਹੁੰਦੇ ਨੇ, ਉਹ ਹੈਗਾ ਓਪਰੈਸ਼ਨ ਆਫ ਵੂਮਨ। ਪਰ ਇਹ ਉਸ ਓਪਰੈਸ਼ਨ ਨੂੰ ਕਿਸ ਤਰ੍ਹਾਂ ਸਮਝਦੇ ਨੇ ਔਰ ਉਹਦੇ ਨਾਲ ਕਿਸ ਤਰ੍ਹਾਂ ਜੂਝਦੇ ਨੇ, ਉਹਨੂੰ ਕਿਸ ਤਰ੍ਹਾਂ ਖਤਮ ਕਰਦੇ ਨੇ, ਇਹਦੇ ਵਿੱਚ ਇੱਕ ਤਬਦੀਲੀ, ਮਤਲਬ ਇੱਕ ਚੇਂਜ ਤੁਸੀਂ ਦੇਖੋਗੇ ਉਹਦੇ ਵਿੱਚ ਵੱਖਰੇ ਨੇ ਇੱਕ ਦੂਸਰੇ ਤੋਂ। ਸੋ ਫॉर एग्जांपल ਜਿਸ ਤਰ੍ਹਾਂ ਲਿਬਰਲ ਫੈਮਿਨਿਸਟ ਨੇ ਇਹ ਅਨਜਸਟ ਡਿਸਕ੍ਰਿਮੀਨੇਸ਼ਨ ਦੇ ਅਗੇਂਸਟ ਕੰਮ ਕਰਦੀਆਂ ਨੇ, ਉਹ ਕਹਿੰਦੇ ਕਿ ਉਹਦੇ ਕਾਰਨ ਤੁਸੀਂ ਔਰਤ ਅਪਰੈਸਡ ਹੈਗੀ ਹੈ। ਮਾਰਕਸਿਸਟ ਫੈਮਿਨਿਸਟ ਨੇ ਉਹ ਕਹਿੰਦੇ ਨੇ ਕਿਉਂਕਿ ਔਰਤ ਨੂੰ ਪ੍ਰੋਡਕਟਿਵ ਪ੍ਰੋਸੈਸ ਦੇ ਵਿੱਚ ਨਹੀਂ ਰੱਖਿਆ, ਇਸ ਕਾਰਨ ਔਰਤ ਅਪਰੈਸਡ ਹੈਗੀ ਹੈ। ਰੈਡੀਕਲ ਫੈਮਿਨਿਸਟ ਕਹਿੰਦੇ ਆ ਕਿ ਨਹੀਂ, ਦੁਨੀਆ ਦੇ ਵਿੱਚ ਐਕਚੁਅਲੀ ਜਿਹੜਾ ਯੂਨੀਵਰਸਲ ਮੇਲ ਕੰਟਰੋਲ ਹੈਗਾ ਵੇ ਉਹਦੇ ਕਾਰਨ ਖਾਸ ਕਰ ਔਰਤ ਦੀ ਸੈਕਸ਼ੁਅਲਿਟੀ ਔਰ ਉਹਦੇ ਪ੍ਰੋਕ੍ਰੀਏਟਿਵ ਜਿਹੜੀ ਕੈਪੈਸਿਟੀਜ਼ ਨੇ ਉਹਨੂੰ ਜਿਹੜਾ ਕੰਟਰੋਲ ਕੀਤਾ ਹੋਇਆ ਬੰਦੇ ਨੇ, ਉਹਦੇ ਕਾਰਨ ਔਰਤ ਅਪਰੈਸਡ ਹੈ। ਤੇ ਜਿਹੜੀਆਂ ਸੋਸ਼ਲਿਸਟ ਫੈਮਿਨਿਸਟ ਨੇ ਫॉर एग्जांपल ਉਹ ਮਾਰਕਸ ਦੀ ਥਿਓਰੀ ਆਫ ਏਲੀਏਨੇਸ਼ਨ ਉਹਦੇ ਬਹੁਤ ਨੇੜੇ ਹੈਗੇ ਨੇ। ਸੋ ਹੁਣ ਜਿਹੜਾ ਮੈਂ ਅਗਲਾ ਪੁਆਇੰਟ ਲਿਆਉਣਾ ਚਾਹੁੰਦੀ ਹਾਂ ਉਹ ਇਹ ਵੇ ਥੋੜਾ ਫਿਲੋਸੋਫੀਕਲ ਲੈਵਲ ਦੇ ਉੱਤੇ ਕਿ ਜਿਹੜਾ ਬੰਦਾ ਜਾਣਨਾ ਚਾਹੁੰਦਾ ਵੇ ਕੁਝ, ਉਹ ਕਿਸ ਤਰ੍ਹਾਂ ਜਾਣਦਾ ਹੈ। ਸੋ ਇੱਥੇ ਅਗਰ ਮੈਂ ਦੇਖਦੀ ਹਾਂ ਕਿ ਜਿਹੜੇ ਲਿਬਰਲ ਫੈਮਿਨਿਸਟ ਹੈਗੇ ਨੇ ਇਹ ਹਿਊਮਨ ਨੇਚਰ ਨੂੰ ਪਹਿਲੇ ਕਿਸ ਤਰ੍ਹਾਂ ਸਮਝਦੇ ਨੇ। ਇਹਨਾਂ ਨੂੰ ਲੱਗਦਾ ਵੇ ਕਿ ਜਿਹੜੀ ਬੰਦਾ ਵੇ ਉਹ ਇੱਕ ਆਈਸੋਲੇਟਡ ਇੰਡੀਵਿਜੂਅਲ ਹੈਗਾ ਵੇ, ਬੇਸ਼ੱਕ ਉਹ ਦੂਸਰਿਆਂ ਦੇ ਨਾਲ ਰਹਿੰਦਾ ਔਰ ਦੂਸਰਿਆਂ ਨਾਲ ਇੰਟਰੈਕਟ ਵੀ ਕਰਦਾ ਵੇ, ਉਹ ਜਿਹੜੇ ਨਾਨ ਹਿਊਮਨ ਆਬਜੈਕਟਸ ਨੇ ਉਹਨਾਂ ਦੇ ਨਾਲ ਵੀ ਉਹ ਕੀ ਕਰਦਾ ਵੇ ਆਈਸੋਲੇਟਡ ਢੰਗ ਨਾਲ ਹੀ ਰਿਲੇਟ ਕਰਦਾ ਹੈ। ਸੋ ਇਨਸਾਨ ਇੱਥੇ ਇੰਡੀਵਿਜੂਅਲ ਨੂੰ ਇੱਕ ਸੈਪਰੇਟ ਰੈਸ਼ਨਲ ਏਜੰਟ ਸਮਝਿਆ ਜਾਂਦਾ ਵੇ ਔਰ ਇਹਦਾ ਤਾਲੁਕ ਹੈਗਾ ਵੇ 17ਵੀਂ ਸੈਂਚੁਰੀ ਦਾ ਫਿਲਾਸਫਰ ਡਿਕਾਰਟਸ ਦੇ ਨਾਲ, ਜਿਹੜਾ ਕਿ ਲਿਬਰਲ ਟ੍ਰੈਡੀਸ਼ਨ
ਦਾ ਇੱਕ ਫਿਲਾਸਫਰ ਹੈ। ਔਰ ਇਹ ਜਿਹੜੀ ਟ੍ਰੈਡੀਸ਼ਨ ਹੈਗੀ ਸੀ ਇਹ 20ਵੀਂ ਸਦੀ ਦੇ ਵਿੱਚ ਇਮਰਜ ਹੋ ਕੇ ਆਈ ਐਜ਼ ਐਨ ਐਨਾਲਿਟਿਕ ਟ੍ਰੈਡੀਸ਼ਨ। ਔਰ ਇਹ ਐਪਿਸਟਮੋਲੋਜੀਕਲ ਟ੍ਰੈਡੀਸ਼ਨ ਹੈ, ਥਿਓਰੀ ਆਫ ਨੌਲੇਜ ਜਿਹੜਾ ਦਿੰਦੀ ਹੈ ਕਿ ਇਹ ਜਿਹੜਾ ਨੌਲੇਜ ਹੈ ਇਹ ਹਰ ਇੰਡੀਵਿਜੂਅਲ ਆਪਣੇ ਸਫਰ ਦੇ ਥਰੂ ਹੀ ਸਮਝ ਸਕਦਾ ਹੈ। ਔਰ ਇਹਨੂੰ ਜਨਰਲੀ ਐਮਪੀਰਿਸਿਜ਼ਮ ਕਿਹਾ ਜਾਂਦਾ ਹੈ, ਜਿਹੜਾ ਕਿ ਪੋਜ਼ਿਟਿਵਿਜ਼ਮ ਦੇ ਵਿੱਚ ਕਲਮੀਨੇਟ ਹੋਇਆ ਸੀ। ਔਰ ਜਿਹਦੇ ਨਾਲ ਇਹ ਜਦੋਂ ਸਾਇੰਸ ਵੀ ਪੈਦਾ ਹੋਈ ਹੈ ਔਰ ਸਾਰਾ ਸਾਇੰਟੀਫਿਕ ਵਰਕ ਇਹਦੇ ਉੱਤੇ ਹੀ ਬੇਸਡ ਹੈਗਾ ਵਾ ਕਿ ਜਿਹੜੇ ਸਾਡੇ ਸਾਰੇ ਸੈਂਸਰੀ ਐਕਸਪੀਰੀਐਂਸਸ ਹੈਗੇ ਨੇ ਉਹ ਸਾਰਾ ਗਿਆਨ ਇਕੱਠਾ ਕਰਦੇ ਨੇ ਜੋ ਸਾਡੇ ਅੰਦਰ ਜਾਂਦਾ ਹੈ। ਔਰ ਫਿਰ ਜਿਹੜਾ ਗਿਆਨ ਹੈ ਉਹ ਇੱਕ ਤਰ੍ਹਾਂ ਦਾ ਐਟਮਿਸਟਿਕ ਬਣ ਕੇ ਨਿਕਲਦਾ ਹੈ, ਰਿਡਕਸ਼ਨਿਸਟ, ਸਾਇੰਟੀਫਿਕ ਰਿਡਕਸ਼ਨਿਜ਼ਮ ਔਰ ਸਾਈਕੋਲੋਜੀਕਲ ਰਿਡਕਸ਼ਨਿਜ਼ਮ ਦੇ ਢੰਗ ਨਾਲ ਨਿਕਲਦਾ ਹੈ, ਜਿੱਥੇ ਕਿ ਉਹ ਕਹਿੰਦੇ ਨੇ ਕਿ ਸਾਡੀ ਕੋਈ ਬਾਇਸ ਨਹੀਂ, ਅਸੀਂ ਪੂਰੇ ਆਬਜੈਕਟਿਵ ਔਰ ਅਸੀਂ ਕੋਈ ਵੀ ਐਕਸਪੈਰੀਮੈਂਟ ਕਰਕੇ ਇਹਨੂੰ ਵੈਰੀਫਾਈ ਕਰ ਸਕਦੇ ਹਾਂ ਕਿ ਇਹ ਇੰਟਰ ਸਬਜੈਕਟਿਵ ਹੈਗਾ ਵੇ। ਸੋ ਇਹਨੂੰ ਕਿਹਾ ਜਾਂਦਾ ਵੇ ਕਿ ਇਹ ਐਮਪੀਰਿਸਿਜ਼ਮ ਦੇ ਵਿੱਚ ਵੈਲਿਊ ਨਿਊਟਰੈਲਿਟੀ ਹੁੰਦੀ ਹੈ, ਵੈਲਿਊਜ਼, ਇੰਟਰਸਟ, ਇਮੋਸ਼ਨਸ ਦਾ ਕੋਈ ਰੋਲ ਨਹੀਂ ਹੈਗਾ ਵੇ। ਫਿਰ ਅਸੀਂ ਦੇਖਦੇ ਹਾਂ ਜਿਹੜੇ ਮਾਰਕਸਿਸਟ ਫੈਮਿਨਿਸਟ ਹੈਗੇ ਨੇ ਉਹ ਕਹਿੰਦੇ ਨੇ ਕਿ ਤੁਹਾਨੂੰ ਸਾਇੰਸ ਆਫ ਦਾ ਪ੍ਰੋਲੇਟੇਰੀਅਟ ਸਮਝਣ ਦੀ ਲੋੜ ਹੈ। ਸਾਰੇ ਜਿਹੜੇ ਹਿਊਮਨ ਬੀਇੰਗਸ ਹੈਗੇ ਨੇ ਉਹ ਥਿਓਰੀ ਔਰ ਪ੍ਰੈਕਟਿਸ ਨੂੰ ਕਿਸ ਤਰ੍ਹਾਂ ਮਿਲਾਉਂਦੇ ਨੇ ਪ੍ਰੈਕਸਿਸ ਵਿੱਚ, ਔਰ ਉਹ ਕਿਸ ਤਰ੍ਹਾਂ ਇੱਕ ਦੂਸਰੇ ਦੇ ਨਾਲ ਰਿਲੇਟ ਕਰਦੇ ਨੇ ਜਾਂ ਨਾਨ ਹਿਊਮਨ ਵਰਲਡ ਦੇ ਨਾਲ, ਉਹਦੇ ਨਾਲ ਗਿਆਨ ਪੈਦਾ ਹੁੰਦਾ ਹੈ। ਸੋ ਉਹ ਕਹਿੰਦੇ ਨੇ ਕਿ ਹਿਊਮਨ ਐਕਟੀਵਿਟੀ ਜਿਹੜੀ ਹੈਗੀ ਹੈ ਪ੍ਰੋਡਕਟਿਵ ਐਕਟੀਵਿਟੀ ਉਹ ਹਿਸਟੋਰੀਕਲ ਫਾਰਮ ਲੈਂਦੀ ਹੈ। ਤੇ ਜਿਹੜਾ ਸਪੈਸੀਫਿਕ ਮੋਡ ਆਫ ਪ੍ਰੋਡਕਸ਼ਨ ਹੈ, ਚਾਹੇ ਉਹ ਫਿਊਡਲਿਜ਼ਮ ਹੋਵੇ ਜਾਂ ਉਹ ਕੈਪੀਟਲਿਜ਼ਮ ਹੋਵੇ ਜਾਂ ਸੋਸ਼ਲਿਜ਼ਮ ਹੋਵੇ, ਜਿਹਦੇ ਵਿੱਚ ਕਿ ਅਪੋਜ਼ਿੰਗ ਇੰਟਰਸਟ ਹੈਗੇ ਨੇ ਕਲਾਸਿਸ ਦੇ ਔਰ ਵੈਲਿਊਜ਼ ਨੇ, ਉਹੀ ਤੁਹਾਨੂੰ ਕੀ ਕਹਿੰਦਾ ਵੇ ਗਿਆਨ ਦੀ ਤਰਫ ਲੈ ਕੇ ਜਾਏਗਾ। ਔਰ ਜਿਹੜੀ ਰੂਲਿੰਗ ਕਲਾਸ ਹੈ ਉਹ ਜਿਹੜੀ ਡੋਮੀਨੇਸ਼ਨ ਦੀ ਉਹਨਾਂ ਦੀ ਰਿਐਲਿਟੀ ਹੈਗੀ ਹੈ, ਉਹ ਕਹਿੰਦੇ ਨੇ ਕਿ ਉਹ ਆਈਡੀਓਲੋਜੀਕਲ ਹੋ ਜਾਂਦੀ, ਉਹ ਡਿਸਟੋਰਟਡ ਰੈਪਰੈਜ਼ੈਂਟੇਸ਼ਨ ਹੈਗੀ ਹੈ। ਤੇ ਅਗਰ ਤੁਸੀਂ ਅਸਲੀ ਗਿਆਨ ਲੈਣਾ ਵੇ ਤੇ ਉਹ ਸਿਰਫ ਕਲਾਸਲੈਸ ਸੋਸਾਇਟੀ ਵਿੱਚ ਤੁਹਾਨੂੰ ਗਿਆਨ ਮਿਲੇਗਾ। ਸੋ ਇਸ ਕਾਰਨ ਔਰਤਾਂ ਅਪਰੈਸਡ ਹੈਗੀਆਂ ਨੇ ਤੇ ਉਹ ਇਹ ਬੂਰਜਵਾ ਐਂਡ ਰੈਵੋਲੂਸ਼ਨਰੀ ਫੈਮਿਨਿਜ਼ਮ ਇਹਦੇ ਥੱਲੇ ਆ ਜਾਂਦਾ ਹੈ। ਤੇ ਸੋਸ਼ਲਿਸਟ ਫੈਮਿਨਿਜ਼ਮ ਵੀ ਇਹਦੇ ਨੇੜੇ ਤੇੜੇ ਹੈਗਾ ਵੇ, ਉਹ ਸੋਸ਼ਲ ਔਰ ਪੋਲੀਟੀਕਲ ਕੰਸਟਰਕਟ ਨੂੰ ਦੇਖਦਾ ਵੇ। ਔਰ ਇਹਦੇ ਵਿੱਚੋਂ ਕਹਿੰਦੇ ਨੇ ਕਿ ਔਰਤ ਦਾ ਜਿਹੜਾ ਨੁਕਤਾ ਵੇ ਵਿਦਨ ਦਾ ਕਲਾਸ ਸਿਸਟਮ ਟੂ ਤੁਹਾਨੂੰ ਸਪੈਸੀਫਿਕਲੀ ਦੇਖਣ ਦੀ ਲੋੜ ਹੈਗੀ ਹੈ। ਫਿਰ ਅਸੀਂ ਆਉਂਦੇ ਹਾਂ ਫਾਈਨਲੀ ਰੈਡੀਕਲ ਫੈਮਿਨਿਸਟ ਦੇ ਉੱਤੇ। ਜਿਹੜੇ ਰੈਡੀਕਲ ਫੈਮਿਨਿਸਟ ਨੇ ਇਹ ਮਿਸਟੀਕਲ ਔਰ ਸਪਿਰਿਚੁਅਲ ਐਕਸਪੀਰੀਅੰਸ ਨੂੰ ਕਹਿੰਦੀਆਂ ਨੇ ਕਿ ਇਹ ਇੱਕ ਬੜਾ ਰਿਲਾਇਬਲ ਸੋਰਸ ਹੈ ਨੌਲੇਜ ਔਰ ਇਨਫੋਰਮੇਸ਼ਨ ਵਾਸਤੇ, ਔਰ ਇਹ ਪੈਟਰੀਆਰਕੀ ਨੂੰ ਟੋਟਲੀ ਕੁਐਸਚਨ ਕਰਦੀਆਂ ਨੇ। ਦੇ ਬਿਲੀਵ ਕਿ ਕੌਨਸ਼ੀਅਸਨੈਸ ਰੇਜ਼ਿੰਗ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਦਰਵਾਈਜ਼ ਤੁਸੀਂ ਸਹੀ ਤਰ੍ਹਾਂ ਦਾ ਗਿਆਨ ਨਹੀਂ ਕ੍ਰੀਏਟ ਕਰ ਸਕਦੇ। ਔਰ ਇਹਨਾਂ ਵਾਸਤੇ ਗਿਆਨ ਹਾਸਲ ਕਰਨ ਵਾਸਤੇ ਤੁਹਾਡੀ ਇੰਟਿਊਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹਨੂੰ ਉਹ ਕਹਿੰਦੇ ਨੇ ਕਿ ਇਹ ਡਾਇਰੈਕਟ ਐਕਸਪੀਰੀਅੰਸ ਜਾਂ non inferential access to the feelings and motives of others is very important. So feelings and emotions no acknowledge karke, to be in touch with them or directly experience karke ਜਿਹੜੀ ਤੁਸੀਂ ਰਿਐਲਿਟੀ ਨੂੰ ਸਮਝਦੇ ਹੋ ਉਹ ਇਹਨਾਂ ਵਾਸਤੇ ਬਹੁਤ ਜ਼ਰੂਰੀ ਹੋ ਜਾਂਦੀ ਹੈ। ਤੇ ਇਹਨਾਂ ਵਾਸਤੇ ਜਿਹੜਾ ਸੋਰਸ ਆਫ ਨੌਲੇਜ ਹੈ ਇਹ ਯੂਨੀਵਰਸ ਦੇ ਨਾਲ ਇੱਕ ਵਨਨੈਸ ਦੇ ਐਕਸਪੀਰੀਅੰਸ ਵਿੱਚੋਂ ਨਿਕਲਦੀ ਹੈ। ਇਟ ਇਜ਼ ਨਾਟ ਡਿਊਲਿਸਟਿਕ ਐਂਡ ਹਾਇਰਾਰਕੀਕਲ ਜਿਸ ਤਰ੍ਹਾਂ ਕਿ ਬੰਦਿਆਂ ਵਾਸਤੇ ਹੈ। ਸੋ ਇਹਨਾਂ ਨੇ ਬਹੁਤ ਹੈਵੀਲੀ ਕੁਆਂਟਮ ਫਿਜ਼ਿਕਸ ਤੋਂ ਬੋਰੋ ਕੀਤਾ ਵੇ ਕਿ ਤੁਸੀਂ ਕਦੀ ਵੀ ਲਾਈਫ ਦੇ ਵਿੱਚ ਡਿਟੈਚਡ ਆਬਜ਼ਰਵਰ ਨਹੀਂ ਹੋ ਸਕਦੇ ਹੋ। ਜਦੋਂ ਵੀ ਕੋਈ ਫਿਨੋਮੇਨਾ ਸਮਝਣਾ ਚਾਹੁੰਦੇ ਹੋ ਜਾਂ ਆਪਣੇ ਆਪ ਨੂੰ ਸਮਝਣਾ ਚਾਹੁੰਦੇ ਹੋ, ਕਦੀ ਵੀ ਤੁਸੀਂ ਡਿਟੈਚ ਨਹੀਂ ਹੋ ਸਕਦੇ ਹੋ। ਡਿਪੈਂਡ ਕਰਦਾ ਵੇ ਕਿ ਜਦੋਂ ਤੁਸੀਂ ਪਾਰਟਿਸਿਪੇਟ ਕਰ ਰਹੇ ਹੋ ਕਿਸੇ ਚੀਜ਼ ਵਿੱਚ, ਕੋਈ ਰਿਸਰਚ ਵਿੱਚ ਜਾਂ ਕੋਈ ਵੀ ਪ੍ਰੋਜੈਕਟ ਵਿੱਚ, ਤੁਸੀਂ ਕਿਹੋ ਜਿਹਾ ਸਵਾਲ ਪੁੱਛਦੇ ਹੋ। ਉਹ ਸਵਾਲ ਪੁੱਛਣ ਦੇ ਨਾਲ ਹੀ ਤੁਹਾਡਾ
ਜਵਾਬ ਵੀ ਨਾਲ ਉਹਦੇ ਨਾਲ ਜੁੜਿਆ ਹੁੰਦਾ ਹੈ। ਫॉर एग्जांपल ਫਿਜ਼ਿਕਸ ਤੇ ਕੁਆਂਟਮ ਫਿਜ਼ਿਕਸ ਵਿੱਚ ਅਗਰ ਤੁਸੀਂ ਵੇਵ ਕੁਐਸਚਨ ਪੁੱਛੋਗੇ ਤੁਹਾਨੂੰ ਵੇਵ ਆਨਸਰ ਮਿਲੇਗਾ, ਪਾਰਟੀਕਲ ਕੁਐਸਚਨ ਪੁੱਛੋਗੇ ਤੇ ਪਾਰਟੀਕਲ ਆਨਸਰ ਮਿਲੇਗਾ। ਰਿਐਲਿਟੀ ਹੋਈ ਹੈ, ਪਰ ਡਿਪੈਂਡ ਕਰਦਾ ਤੁਸੀਂ ਕੀ ਸਵਾਲ ਪੁੱਛ ਰਹੇ ਹੋ। ਔਰ ਜਦੋਂ ਤੁਸੀਂ ਕੋਈ ਫਿਨੋਮੇਨਾ ਸਟੱਡੀ ਵੀ ਕਰ ਰਹੇ ਹੋ, ਤੁਹਾਡੇ ਉਹ ਸਟੱਡੀ ਕਰਨ ਦੇ ਵਿੱਚ ਹੀ ਤੁਸੀਂ ਉਹ ਫਿਨੋਮੇਨਾ ਨੂੰ ਬਦਲ ਦਿੰਦੇ ਹੋ, ਬਿਕਾਜ਼ ਯੂ ਆਰ ਨਾਟ ਅ ਡਿਟੈਚਡ observer. Anything that you observe, ਤੁਹਾਡੀ ਜਿਹੜੀ ਤਕਨੀ ਹੈ, ਜਿਸ ਚੀਜ਼ ਨੂੰ ਤੱਕ ਰਹੇ ਹੋ, ਤੁਹਾਡੀ ਤਕਨੀ ਉਸ ਚੀਜ਼ ਨੂੰ ਹੀ ਚੇਂਜ ਕਰ ਦਿੰਦੀ ਹੈ। ਇਹ ਸਾਇੰਟੀਫਿਕਲੀ ਪ੍ਰੂਵ ਕੀਤਾ ਗਿਆ ਹੈ। ਸੋ ਇਹ ਰੈਡੀਕਲ ਫੈਮਿਨਿਸਟ ਨੇ ਬਹੁਤ ਹੈਵੀਲੀ ਇਥੋਂ ਬੋਰੋ ਕੀਤਾ ਵੇ ਕਿ, ਔਰ ਉਹ ਕਹਿੰਦੇ ਨੇ ਇਹ ਇੱਕ ਬੜਾ ਸਪੈਸ਼ਲ ਵੇ ਹੈਗਾ ਵੇ ਗਿਆਨ ਹਾਸਲ ਕਰਨ ਵਾਸਤੇ। ਔਰ ਇਹਦੇ ਨਾਲ ਉਹ ਆਪਣਾ ਜਿਹੜਾ ਫੈਮਿਨਿਸਟ ਸਾਈਕੋ ਐਨਾਲਿਸਟ ਹੈਗੇ ਨੇ, ਉਹਨਾਂ ਨੇ ਵੀ ਇੱਕ ਬੜਾ ਇੰਪੋਰਟੈਂਟ ਪੁਆਇੰਟ ਰੇਸ ਕੀਤਾ ਵੇ ਕਿ ਜਦੋਂ ਕੁੜੀਆਂ ਔਰ ਮੁੰਡਿਆਂ ਨੂੰ ਵੱਡਾ ਕੀਤਾ ਜਾਂਦਾ ਹੈ, ਉਹਨਾਂ ਦਾ ਮਾਂ ਦੇ ਨਾਲ ਰਿਸ਼ਤਾ ਕਿਹੋ ਜਿਹਾ ਹੁੰਦਾ ਹੈ, ਕਿਸ ਤਰ੍ਹਾਂ ਜਿਹੜੀ ਕੁੜੀ ਹੈ ਉਹ ਮਾਂ ਦੀ ਐਕਸਟੈਂਸ਼ਨ ਹੀ ਸਮਝੀ ਜਾਂਦੀ ਹੈ। ਬਟ ਮਤਲਬ ਜਿਹੜਾ ਇਹ ਸਿੰਬਿਓਟਿਕ ਪ੍ਰੋਸੈਸ ਹੈ ਸੈਪਰੇਸ਼ਨ ਦਾ ਵੇ ਔਰ ਇੰਡੀਵਿਜੂਏਸ਼ਨ ਦਾ ਵੇ ਲਾਈਫ ਦੇ ਵਿੱਚ ਪ੍ਰੋਸੈਸ, ਇਹ ਕੁੜੀਆਂ ਔਰ ਮੁੰਡਿਆਂ ਵਾਸਤੇ ਕਿਸ ਤਰ੍ਹਾਂ ਅਲੱਗ ਹੈਗਾ ਵੇ, ਜਿਹਦੇ ਕਾਰਨ ਕਿ ਉਹਨਾਂ ਦਾ ਨਜ਼ਰੀਆ ਵੀ ਫਿਰ ਬਦਲ ਜਾਂਦਾ ਹੈ। ਬੰਦਿਆਂ ਦੀ ਬੜੀ ਰਿਜਿਡ ਈਗੋ ਬਾਉਂਡਰੀ ਬਣ ਜਾਂਦੀ ਹੈ, ਵੈਰਸ ਜਿਹੜੇ ਕੁੜੀਆਂ ਦੀ ਹੈ ਉਹ ਕੀ ਕਹਦਾ ਵੇ ਮਾਂ ਦੇ ਨਾਲ ਜਿਹੜੀ ਬਾਉਂਡਰੀ ਹੈ ਉਹ ਇੰਨੀ ਸਖਤ ਨਹੀਂ ਹੁੰਦੀ। ਔਰ ਇਸੇ ਕਾਰਨ ਉਹ ਕਹਿੰਦੇ ਵੱਡੇ ਹੋ ਕੇ ਜਿਹੜੀਆਂ ਔਰਤਾਂ ਨੇ ਉਹ ਦੂਸਰਿਆਂ ਦੇ ਨਾਲ ਜ਼ਿਆਦਾ ਆਸਾਨੀ ਨਾਲ ਰਿਲੇਟ ਕਰ ਸਕਦੀਆਂ ਨੇ। ਹੁਣ ਅਖੀਰ ਦੇ ਵਿੱਚ ਮੈਂ ਇਹਨੂੰ ਸਾਰਿਆਂ ਨੂੰ ਜੋੜਾਂਗੀ ਫੈਮਿਨਿਸਟ ਐਪਿਸਟੇਮੋਲੋਜੀ ਦੇ ਨਾਲ, ਥਿਓਰੀ ਆਫ ਨੌਲੇਜ ਦੇ ਨਾਲ। ਇਹ ਕਿਸ ਤਰ੍ਹਾਂ ਜਿਹੜੀ ਮੈਥਡੋਲੋਜੀ ਹੈ ਇਹ ਸਾਡੇ ਵਾਸਤੇ ਗਿਆਨ ਕ੍ਰੀਏਟ ਕਰਦੀ ਹੈ। ਸੋ ਅਸੀਂ ਫੈਮਿਨਿਸਟ ਐਮਪਿਰਿਸਿਜ਼ਮ ਦੀ ਗੱਲ ਕੀਤੀ ਸੀ। ਫੈਮਿਨਿਸਟ ਐਮਪਿਰਿਸਿਜ਼ਮ ਜਿਹੜਾ ਹੈ ਵੇ ਉਹ ਕਹਿੰਦਾ ਵੇ ਕਿ ਜਿਹੜੀ ਦੁਨੀਆ ਵੇ ਉਹ ਸਾਡੇ ਤੋਂ ਇੰਡੀਪੈਂਡੈਂਟਲੀ ਐਗਜ਼ਿਸਟ ਕਰਦੀ ਹੈ। ਜਿਹੜਾ ਹਿਊਮਨ ਨੋਅਰ ਹੈਗਾ ਵੇ ਔਰ ਉਹ ਕਲੇਮ ਕਰਦਾ ਕਿ ਮੈਂ ਇਸ ਦੁਨੀਆ ਨੂੰ ਆਪਣੇ ਸੈਂਸਸ ਦੇ ਥਰੂ ਜਾਣ ਸਕਦਾ ਵਾਂ ਔਰ ਆਪਣੇ ਰੀਜ਼ਨ ਦੇ ਥਰੂ ਜਾਣ ਸਕਦਾ ਵਾਂ। ਇਸ ਕਾਰਨ ਮੇਰਾ ਜਿਹੜਾ ਨੌਲੇਜ ਹੈ ਉਹ ਬੜਾ ਆਬਜੈਕਟਿਵ ਨੌਲੇਜ ਹੈ ਤੇ ਉਹ ਟੋਟਲੀ ਹਿਊਮਨ ਸਬਜੈਕਟਿਵਿਟੀ ਨੂੰ ਐਲੀਮੀਨੇਟ ਕਰ ਦਿੰਦੇ ਨੇ, ਜਿਹੜਾ ਫੈਮਿਨਿਸਟ ਐਮਪਿਰਿਸਿਸਟ ਹੈਗੇ ਨੇ। ਤੇ ਦੂਸਰੀ ਜਿਹੜਾ ਸਟੈਂਡ ਪੁਆਇੰਟ ਹੈਗਾ ਵੇ ਉਹ ਹੈਗਾ ਵੇ ਫੈਮਿਨਿਸਟ ਸਟੈਂਡ ਪੁਆਇੰਟ ਥਿਓਰੀਜ਼ ਦਾ। ਉਹਦੇ ਵਿੱਚ ਉਹ ਕਹਿੰਦੇ ਨੇ ਕਿ ਠੀਕ ਹੈ ਤੁਸੀਂ ਆਬਜੈਕਟਿਵ ਨੌਲੇਜ ਤੇ ਲੱਭ ਸਕਦੇ ਹੋ, ਪਰ ਉਹ ਰਾਈਟ ਕਾਈਂਡ ਆਫ ਮੀਡੀਏਸ਼ਨ ਹੋਏਗੀ ਤੁਹਾਡੀ, ਤਦ ਹੀ ਤੁਹਾਨੂੰ ਸੱਚ ਤੁਸੀਂ ਲੱਭ ਸਕੋਗੇ। ਔਰ ਇੱਥੇ ਵੀ ਤੁਹਾਡੀ ਆਪਣੀ ਸਬਜੈਕਟਿਵਿਟੀ ਜਿਹੜੀ ਉਹ ਤੁਹਾਨੂੰ ਦੂਰ ਕਰਨੀ ਪਏਗੀ। ਐਮਪੀਰੀਕਲ ਫੈਮਿਨਿਸਟ ਜਿਹੜੇ ਐਮਪੀਰਿਸਿਸਟ ਫੈਮਿਨਿਸਟ ਨੇ ਉਹਨਾਂ ਦੇ ਵੱਖਣ ਨੇ। ਇੱਥੇ ਤੁਹਾਨੂੰ ਜਿਹੜੀਆਂ ਕੈਟਾਗਰੀਜ਼ ਨੇ ਉਹ ਰਾਈਟ ਕਾਈਂਡ ਆਫ ਮੀਡੀਏਸ਼ਨ, ਪ੍ਰੋਲੇਟੇਰੀਅਟ ਔਰ ਓਪਰੈਸਡ ਵੂਮਨ ਦੀਆਂ ਦੇਖਣੀਆਂ ਪੈਣਗੀਆਂ, ਤਦ ਹੀ ਤੁਹਾਨੂੰ ਅਸਲੀ ਸੱਚ ਦਾ ਗਿਆਨ ਹੋਏਗਾ। ਤੇ ਫਾਈਨਲੀ ਜਿਹੜੇ ਪੋਸਟ ਮਾਡਰਨਿਸਟ ਫਿਰ ਹੈਗੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਕਦੀ ਵੀ ਰਿਐਲਿਟੀ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ ਹੋ, ਸਿਰਫ ਤੁਸੀਂ ਪਾਰਸ਼ਲੀ ਸਮਝ ਸਕਦੇ ਹੋ। ਤੇ ਉਹ ਕਹਿੰਦੇ ਨੇ ਜਿਹੜਾ ਸੱਚ ਹੈਗਾ ਵੇ ਉਹ ਬਾਹਰ ਨਹੀਂ ਐਗਜ਼ਿਸਟ ਕਰਦਾ, ਜਿਹੜਾ ਕਿ ਤੁਸੀਂ ਡਿਸਕਵਰ ਕਰ ਸਕੋ। ਉਹ ਤੁਹਾਨੂੰ ਡਿਸਕਵਰ ਕਰਨਾ ਪੈਂਦਾ ਵੇ। ਦੇਰ ਆਰ ਪਲੂਰੈਲਿਟੀ ਆਫ ਟਰੂਥਸ, ਵੱਖਰੇ ਵੱਖਰੇ ਪੱਖ ਨੇ ਸੱਚ ਦੇ ਜਿਹੜੇ ਕਿ ਤੁਹਾਨੂੰ ਨਾ ਜਾਣਨੇ ਹੁੰਦੇ ਨੇ। ਉਹ ਡਿਪੈਂਡ ਕਰਦੇ ਨੇ ਤੁਹਾਡੀ ਸਿਚੁਏਟਡਨੈਸ ਦੇ ਉੱਤੇ, ਤੁਸੀਂ ਕਿੱਥੇ ਖੜੇ ਹੋ। ਮਤਲਬ ਤੁਸੀਂ ਪਹਿਲੇ ਤੇ ਤੁਹਾਡਾ ਜੈਂਡਰ ਕੀ ਹੈ, ਤੁਹਾਡੀ ਕਲਾਸ ਕੀ ਹੈ, ਤੁਹਾਡੀ ਕਾਸਟ ਕੀ ਹੈ, ਤੁਹਾਡੀ ਐਜੂਕੇਸ਼ਨ ਕਿੰਨੀ, ਕਿਹੜੇ ਪਰਿਵਾਰ ਤੋਂ ਆ ਰਹੇ, ਤੁਹਾਡੀ ਸਿਬਲਿੰਗ ਹਾਇਰਾਰਕੀ ਕੀ ਹੈ। ਹਰ ਤੁਹਾਡੀ ਜਿਹੜੀ ਪੋਜੀਸ਼ਨੈਲਿਟੀ ਹੈ ਨਾ ਲਾਈਫ ਦੀ, ਉਹ ਡਿਟਰਮਿਨ ਕਰੇਗੀ ਕਿ ਤੁਸੀਂ ਕਿਹੋ ਜਿਹਾ ਸੱਚ ਐਕਸਪੀਰੀਅੰਸ ਕਰੋਗੇ। ਸੋ they reject the notion of objectivity totally. ਔਰ ਉਹ ਕਹਿੰਦੇ ਨੇ ਕਿ ਤੁਸੀਂ ਕਦੀ ਰੈਸ਼ਨਲੀ ਔਰ ਯੂਨੀਫਾਰਮਲੀ ਕਦੀ ਵੀ ਨਹੀਂ ਸੱਚ ਲੱਭ ਸਕਦੇ ਹੋ। ਤੇ ਮੇਰੇ ਵਾਸਤੇ ਤੇ ਜਿਹੜੀ ਇਹ ਪੋਜੀਸ਼ਨ ਹੈਗੀ ਹੈ ਨਾ, ਔਰ ਇਹ ਮੈਂ ਪੋਜੀਸ਼ਨ ਆਪਣੇ ਕੰਮ ਵਿੱਚ ਵੀ ਵਰਤੀ ਹੈ।
ਜਦੋਂ ਮੈਂ ਔਰਤਾਂ ਦੇ ਉੱਤੇ ਇੱਥੇ ਕੰਮ ਕੀਤਾ ਅਰਬਨ ਵਿਮਨ ਤੇ ਔਰ ਉਹ ਵਿਮਨ ਰੀਬੌਰਨ ਤੇ ਕਿ ਤੁਸੀਂ ਇਹ ਮੈਥੋਡੋਲੋਜੀ ਯੂਜ਼ ਕਰਕੇ ਆਪਣਾ ਡੇਟਾ ਕਿਸ ਤਰ੍ਹਾਂ ਇਕੱਠਾ ਕਰੋਗੇ। ਸੋ ਮੈਂ ਤੇ oral autobiographical narrative ਇਸਤੇਮਾਲ ਕੀਤਾ ਹੈ, ਜਿਹਦੇ ਨਾਲ ਕਿ ਮੈਨੂੰ ਔਰਤਾਂ ਦੇ experiences, thoughts, emotions, ideas, values ਦੀ ਸਮਝ ਲੱਗੀ ਹੈ। ਔਰ ਇਸ ਅਪਰੋਚ ਦੇ ਕਾਰਨ ਹੀ ਮੈਂ ਕਹਿ ਸਕਦੀ ਹਾਂ ਕਿ ਜਿਹੜਾ ਫੈਮਿਨਿਸਟ ਨੇ ਕੰਮ ਕੀਤਾ ਵੇ ਰੇਸਿਜ਼ਮ ਦੇ ਖਿਲਾਫ, ਕਲੋਨੀਅਲਿਜ਼ਮ ਦੇ ਖਿਲਾਫ, ਕੈਪੀਟਲਿਜ਼ਮ ਦੇ ਖਿਲਾਫ, ਹੋਮੋਫੋਬੀਆ ਦੇ ਖਿਲਾਫ, ਇਕੋਲੋਜੀਕਲ ਔਰ ਐਂਟੀ ਮਿਲਿਟਰਿਜ਼ਮ ਮੂਵਮੈਂਟਸ ਦੇ ਖਿਲਾਫ, ਉਹ ਸਾਰਾ ਤੁਹਾਨੂੰ ਇਹੀ ਦਰਸਾਉਂਦਾ ਵੇ ਕਿ ਉਹਨਾਂ ਦਾ ਜਿਹੜਾ ਇੱਕ ਨਜ਼ਰੀਆ ਵੇ ਦੇਖਣ ਦਾ, ਸਮਝਣ ਦਾ, ਗਿਆਨ ਹਾਸਲ ਕਰਨ ਦਾ, ਉਹ ਥੋੜਾ ਜਿਹਾ ਪੇਟਰੀਆਰਕਲ ਢੰਗ ਨੇ ਜਿਹੜੇ ਸੋ ਕਾਲਡ ਐਮਪੀਰਿਸਿਸਟ ਢੰਗ ਸੀ ਵਰਤੇ ਗਏ ਸਾਇੰਸ ਵਿੱਚ, ਉਹਦੇ ਕੋਲੋਂ ਇਹ ਅਲੱਗ ਹੋ ਜਾਂਦਾ ਹੈ। ਬਹੁਤ ਅੱਛਾ, ਕਿਉਂਕਿ ਅੱਜ ਤੱਕ ਜੋ ਵੀ ਸਾਡੇ ਅਸੀਂ ਲੈਕਚਰ ਕੀਤੇ ਨੇ ਅਸੁਵਿਧਾ ਦੇ ਵਿੱਚ ਰੇਣੂਕਾ ਜੀ, ਉਹਦੇ ਵਿੱਚ ਅਸੀਂ ਜੋ ਤੁਸੀਂ ਗੱਲਾਂ ਕਰ ਰਹੇ ਹੋ ਬੁਨਿਆਦੀ ਗੱਲਾਂ ਨੇ ਨਾ ਅਬਾਊਟ ਦੀ ਐਪਿਸਟਮੋਲੋਜੀ, ਕਿ ਗਿਆਨ ਕ੍ਰੀਏਟ ਹੀ ਕਿਵੇਂ ਕੀਤਾ ਜਾਂਦਾ ਹੈ। ਅਸੀਂ ਉਹਨਾਂ ਮੁੱਦਿਆਂ ਨਾਲ ਅੱਜ ਤੱਕ ਇਸ ਭਾਸ਼ਣ ਲੜੀ ਵਿੱਚ ਜ਼ਿਆਦਾ ਗੱਲ ਕੀਤੀ ਹੈ ਕਿ ਜਦੋਂ ਮੇਲ ਸਬਜੈਕਟਿਵਿਟੀ ਦੀ ਡਿਸਗਾਈਜ਼ ਵਿੱਚ ਆਬਜੈਕਟਿਵਿਟੀ ਜਿਹਨੂੰ ਦੱਸਿਆ ਗਿਆ, ਉਸ ਤੋਂ ਬਾਅਦ ਉਹ ਜਿਹੜੀ ਮਿਸ ਨੌਲੇਜ ਜਾਂ ਉਹ ਜਿਹੜੀ ਜਿਹਨੇ ਉਹਦੀ ਡਿਸਸਰਵਿਸ ਹੀ ਕੀਤੀ ਔਰਤਾਂ ਦੀ, ਉਹਦੇ ਨੁਕਸਾਨ ਝੇਲ ਕੇ ਔਰਤਾਂ ਦੀ ਜ਼ਿੰਦਗੀ ਵਿੱਚ ਕੀ ਸੰਘਰਸ਼ ਨੇ, ਉਹ ਕਿਹੜੀਆਂ ਰੈਜ਼ਰਵੇਸ਼ਨਸ, ਕਿਹੜੇ ਬਾਇਸਿਸ ਦੇ ਨਾਲ ਆਜੀਵਨ ਲੜਦੀਆਂ ਨੇ, ਤੇ ਕਦੀ ਉਹ ਆਪਣੇ ਉਸ ਬੀਇੰਗ, ਆਪਣੀ ਉਸ ਬਿਕਮਿੰਗ ਨੂੰ ਕਦੀ ਐਕਸੈਸ ਹੀ ਨਹੀਂ ਕਰ ਪਾਉਂਦੀਆਂ। ਸੋ ਮੈਂ ਸਮਝਦੀ ਹਾਂ ਕਿ ਤੁਹਾਡਾ ਲੈਕਚਰ ਉਸ ਪੂਰੀ ਲੜੀ ਦੇ ਵਿੱਚ ਇੱਕ ਬਹੁਤ ਹੀ ਬੜਾ ਸਿਗਨੀਫੀਕੈਂਟ ਫਾਊਂਡੇਸ਼ਨਸ ਤੁਸੀਂ ਦਿੱਤੀਆਂ, ਵੱਖ-ਵੱਖ ਜਿਹੜੀਆਂ ਫੈਮਿਨਿਸਟ ਮੈਥੋਡੋਲੋਜੀਜ਼ ਰਹੀਆਂ ਨੇ ਹੁਣ ਤੱਕ, ਔਰ ਉਹਨਾਂ ਸਭ ਨੇ ਦੇਖੋ ਬੜੀ ਪ੍ਰੋਗਰੈਸਿਵਲੀ ਮੈਨੂੰ ਲੱਗਦਾ ਹੈ ਕਿ ਫੈਮਿਨਿਸਟ ਡਿਸਕੋਰਸ ਨੂੰ ਬਿਲਡ ਕੀਤਾ, ਉਹਨੂੰ ਨਰਿਸ਼ ਕੀਤਾ। ਮਤਲਬ ਜੇ ਮਾਰਕਸਿਸਟ ਫੈਮਿਨਿਸਟ ਨੇ, ਉਹਨਾਂ ਨੇ ਵੀ ਬੜੀ ਆਰਥਿਕ ਪੱਖ ਨੂੰ, ਜਿਹੜਾ ਉਹਦੀਆਂ ਪ੍ਰੋਡਕਟਿਵ ਰਿਸੋਰਸਿਸ ਤੇ ਉਹਦਾ ਅਧਿਕਾਰ ਨਾ ਹੋਣਾ ਕਿੰਨਾ ਜ਼ਰੂਰੀ ਹੈ। ਦੂਸਰਾ ਜਿਹੜੀ ਉਹਨੂੰ ਬਿਲਕੁਲ ਤੁਸੀਂ ਹੁਣ ਫਿਲੋਸੋਫੀਕਲ ਇਨਵੈਸਟੀਗੇਸ਼ਨ ਉਹਦੀ ਕੀਤੀ ਕਿ ਉਹਦੀ ਸਬਜੈਕਟਿਵਿਟੀ ਉਹ ਰੈਸਕਿਊ ਹੀ ਨਹੀਂ ਕਰ ਪਾਉਂਦੀ ਪੂਰੀ ਜ਼ਿੰਦਗੀ, ਉਹ ਕਿਸੇ ਹੋਰ ਦੇ ਸੱਚ ਨੂੰ ਜਿਉਂਦੀ ਰਹਿੰਦੀ ਆ, ਉਹ ਸੱਚ ਨੂੰ ਜੋ ਕਿ ਸਰਾਸਰ ਸੋਸ਼ਲੀ ਕੰਸਟਰਕਟਿਡ ਆ ਔਰ ਮੇਲ ਹੈਜਮਨੀ ਨੂੰ ਸਰਵ ਕਰਦਾ ਹੈ। ਸੋ ਇਹੀ ਇੱਥੋਂ ਹੀ ਮੇਰੇ ਖਿਆਲ ਦੇ ਵਿੱਚ ਸਾਡੀ ਫੈਮਿਨਿਸਟ ਜਿਹੜੀ ਅਸਰਸ਼ਨ ਆ ਉਹਦੀ ਸ਼ੁਰੂਆਤ ਹੁੰਦੀ ਆ ਕਿ ਉਹ ਸਾਰਾ ਕੁਝ ਜਿਹੜਾ ਆ, ਯੂਅਰ ਹੋਲ ਲਾਈਫ ਕੁਡ ਬੀ ਅ ਲਾਈ। ਮਤਲਬ ਜਿਸ ਜੀਵਨ ਨੂੰ ਤੁਸੀਂ ਬੜੀ ਇੰਟੈਗ੍ਰਿਟੀ ਨਾਲ ਜੀ ਰਹੇ ਸੀ, ਤੁਸੀਂ ਜਿਸ ਜੀਵਨ ਨੂੰ ਤੁਸੀਂ ਆਪਣੇ ਵੱਲੋਂ ਪੂਰੀ ਇਮਾਨਦਾਰੀ ਨਾਲ ਜੀ ਰਹੇ ਸੀ, ਜਿਹੜੇ ਕੰਸਰਨਸ ਤੁਸੀਂ ਆਪਣੀ ਲਾਈਫ ਵਿੱਚ ਅਡਾਪਟ ਕੀਤੇ, ਜੇ ਤੁਹਾਨੂੰ ਪਤਾ ਲੱਗ ਗਏ ਕਿ that was based on a lie, ਤਾਂ ਸੋਚੋ ਉਸ ਔਰਤ ਦਾ ਕਿੱਦਾਂ ਦਾ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਹੋਏਗਾ। ਪਰ ਫਿਰ ਵੀ ਮੈਂ ਚਾਹੁੰਦੀ ਹਾਂ ਕਿ ਅਸੀਂ ਆਪ ਵੀ ਉਸ ਕ੍ਰਾਈਸਿਸ ਵਿੱਚੋਂ ਲੰਘੀਏ, ਕਿਉਂਕਿ ਇਹ ਕ੍ਰਾਈਸਿਸ ਵਰਥ ਟੇਕਿੰਗ ਹੈ ਉਹ ਸਾਰੇ ਕ੍ਰਾਈਸਿਸ ਨਾਲੋਂ ਜਿਹੜੇ ਅਸੀਂ ਆਪਣੇ ਲਈ ਚੁਣੇ ਨਹੀਂ, ਉਹ ਸਾਰੇ ਕ੍ਰਾਈਸਿਸ ਜਿਹੜੇ ਸਾਨੂੰ ਗਿਵਨ ਦਿੱਤੇ ਗਏ ਮਹਿਜ਼ ਦੂਸਰਿਆਂ ਦੀਆਂ ਹੈਜੀਮਨੀਆਂ ਨੂੰ ਪਗਾਉਣ ਵਾਸਤੇ, ਉਹਦੀ ਬਜਾਏ ਮੈਨੂੰ ਲੱਗਦਾ ਇਹੋ ਇਸ ਲੈਵਲ ਤੇ ਮਤਲਬ ਏਦਾਂ ਦੀ ਫਿਲੋਸੋਫੀਕਲ ਇਨਵੈਸਟੀਗੇਸ਼ਨ ਕਰਨੀ ਕਿ ਸਾਡੀ ਸਬਜੈਕਟਿਵਿਟੀ ਹੈ ਕਿ ਇਹ ਬੇਹੱਦ ਜ਼ਰੂਰੀ ਆ। ਬੇਸ਼ੱਕ ਇਹਦੇ ਨਾਲ ਸਾਡੇ ਪੈਰਾਂ ਹੇਠ ਦੀ ਜ਼ਮੀਨ ਨਿਕਲ ਸਕਦੀ ਆ, ਸਾਡਾ ਜਿਹੜਾ ਪੂਰਾ ਐਡੀਫਿਸ, ਜਿਹੜਾ ਨੋਸ਼ਨਸ ਜਿਹੜੇ ਪਰਕੋਲੇਟ ਕਰ ਰਹੇ ਆ ਪੂਰੇ ਕਲਚਰ 'ਚ, ਹੋ ਸਕਦਾ ਉਹ ਸਾਨੂੰ ਬੜੇ ਸੰਸ਼ੇ ਨਾਲ ਭਰ ਦੇਣ, ਸਾਡਾ ਪੂਰਾ ਜਿਹਨੂੰ ਕਹਿੰਦੇ ਸਿਸਟਮ ਆਫ ਜਿਹੜਾ ਵੈਲਿਊਜ਼ ਆ, ਬਿਲੀਫ ਸਿਸਟਮ ਨੂੰ ਹੋ ਸਕਦਾ ਡਿਮੋਲਿਸ਼ ਕਰ ਦੇਵੇ, ਪਰ ਉਹ ਵਰਥ ਟੇਕਿੰਗ ਹੈ ਜਿਵੇਂ ਤੁਸੀਂ ਕਹਿ ਰਹੇ ਹੋ। ਸੋ ਮੈਨੂੰ ਇਹ ਬੜਾ ਇੰਟਰਸਟਿੰਗ ਲੱਗਾ ਕਿ ਆਮ ਤੌਰ ਤੇ ਜਿਹੜੀ ਪੋਪੂਲਰ ਨੋਸ਼ਨ ਹੈ ਰੈਡੀਕਲ ਫੈਮਿਨਿਜ਼ਮ ਨੂੰ ਲੈ ਕੇ, ਉਹ ਤਾਂ ਬੜੀ ਫਲੈਟ, ਬੜੀ ਰਿਡਕਟਿਵ ਹੈ, ਜਦ ਕਿ ਤੁਸੀਂ ਰੈਡੀਕਲ ਫੈਮਿਨਿਜ਼ਮ ਨੂੰ ਜਿਵੇਂ ਪਲੇਸ ਕੀਤਾ ਕਿ ਉਹ ਤੇ ਇੰਟਿਊਸ਼ਨ ਦੀ ਰਿਕਵਰੀ ਹੈ। ਬਿਲਕੁਲ ਇਹ ਕਿਹਾ ਕਿ ਤਾਂ ਰੈਡੀਕਲ ਫੈਮਿਨਿਸਟ ਬੰਦਿਆਂ ਦੇ ਖਿਲਾਫ ਨੇ, ਇਹ ਵੇ, ਬਟ ਨੋ,
ਜਿਹੜੀ ਤੁਹਾਡੀ ਆਪਣੀ ਔਰਤ ਦੀ ਪਾਵਰ ਐਕਚੁਅਲੀ ਹੈਗੀ ਉਹਨੂੰ ਕਿਉਂ ਲੂਜ਼ ਕਰ ਰਹੇ ਹੋ ਬੰਦੇ ਵਕਨ ਬਣ ਕੇ? ਬਿਲਕੁਲ ਬਿਲਕੁਲ ਨਹੀਂ ਬਿਲਕੁਲ ਕਰਨੀ ਚਾਹੀਦੀ। ਔਰਤ ਇਨਫੈਕਟ ਜਿੱਥੇ ਮਰਜ਼ੀ ਜਾਏ, ਜੋ ਮਰਜ਼ੀ ਕਰੇ, ਬਟ ਆਪਣੀ ਪਾਵਰ ਇਹ ਜ਼ਰੂਰ ਰਿਟੇਨ ਕਰੇ। ਇੱਕ ਅਨਪੜ੍ਹ ਔਰਤ ਵੀ ਪਿੰਡ ਦੇ ਵਿੱਚ ਤੁਸੀਂ ਜਾਓ, ਪੜ੍ਹੀ ਲਿਖੀ ਨਹੀਂ, ਉਹ ਇੰਨਾ ਇੰਟੂਟਿਵਲੀ ਕਿਸ ਤਰ੍ਹਾਂ ਸਮਝਦਾਰ ਹੈ। ਹਾਊ ਇਜ਼ ਸ਼ੀ ਸੋ ਵਾਈਜ਼? ਮੈਂ ਤੇ ਹੈਰਾਨ ਹੁੰਦੀ ਸਾਂ ਜਾ ਕੇ ਜਦੋਂ ਮੈਂ ਰਿਸਰਚ ਕੀਤੀ ਕਿ ਇਨਫੈਕਟ ਜਿਹੜੀਆਂ ਪੜ੍ਹੀਆਂ ਲਿਖੀਆਂ ਔਰਤਾਂ ਨੇ, they have lost that intuition. Yeah, I completely agree. They are not in touch with themselves. ਉਹ ਬਿਲਕੁਲ ਹੀ Yes, they are ਜਿਹੜੀਆਂ not in touch with themselves. ਮੈਂ ਕਹਿਣਾ ਚਾਹਾਂਗੀ ਕਿ ਯੂੰਗ, ਜਿਹੜਾ ਯੂੰਗ ਹੈਗਾ ਨਾ, ਯੂੰਗ ਦਾ ਕੰਮ ਪੜ੍ਹਨਾ ਬਹੁਤ ਜ਼ਰੂਰੀ ਹੈ। ਕਾਲ ਯੂੰਗ ਜਿਹੜਾ ਕਿ ਕਹਿੰਦਾ ਕਿ ਹਰ ਇਨਸਾਨ ਦੇ ਵਿੱਚ ਮਰਦ ਵੀ ਹੈ ਔਰ ਔਰਤ ਵੀ ਹੈ। ਮਤਲਬ ਸਾਡੇ ਫਿਲਾਸਫੀ ਵਿੱਚ ਤੇ ਅਰਧਨਾਰੇਸ਼ਵਰੀ ਦਾ ਕਨਸੈਪਟ ਹੈ, ਪਰ ਉਹ ਕਹਿੰਦਾ ਕਿ ਐਨਿਮਾ ਔਰ ਐਨਿਮਸ, ਸੋ ਮੇਲ ਹਿੱਸਾ ਵੀ ਹੈ ਸਾਡੇ ਅੰਦਰ, ਔਰਤ ਦਾ ਹਿੱਸਾ ਵੀ ਹੈ, ਦੋਨੋਂ ਮਰਦ ਔਰ ਔਰਤ ਦੇ ਵਿੱਚ। ਤੇ ਅਸੀਂ ਕਿਹੜੇ ਹਿੱਸੇ ਨੂੰ ਜ਼ਿਆਦਾ ਡਿਵੈਲਪ ਕਰਦੇ ਹਾਂ ਉਹਦੇ ਤੇ ਨਿਰਭਰ ਕਰਦਾ ਹੈ। ਪਰ ਉਹ ਕਹਿੰਦੇ ਨੇ ਜਿਹੜੀ ਔਰਤ ਹੈਗੀ ਹੈ ਉਹ ਦੋਨੋਂ ਹਿੱਸਿਆਂ ਨੂੰ ਸਿੰਥੇਸਾਈਜ਼ ਕਰਕੇ ਕੀ ਕਰਦਾ ਵੇ, ਉਹਦਾ ਜਿਹੜਾ ਬ੍ਰੇਨ ਵੀ ਹੈ ਵੇ ਉਹ ਬੈਟਰ ਢੰਗ ਨਾਲ ਇਸ ਚੀਜ਼ ਨੂੰ ਪ੍ਰੋਸੈਸ ਕਰ ਸਕਦਾ ਵੇ, ਤੇ ਉਹ ਇੱਕ ਬੈਲੈਂਸ ਜ਼ਿਆਦਾ ਚੰਗਾ ਸਟ੍ਰਾਈਕ ਕਰ ਸਕਦੀ ਹੈ ਕੰਪੇਅਰ ਟੂ ਅ ਮੈਨ। ਇਹ ਸਟੱਡੀ ਕੀਤੀ ਗਈ ਹੈ। ਅਗਰ ਤੁਸੀਂ ਆਪਣਾ ਮੇਲ ਪੱਖ ਹੀ ਡਿਵੈਲਪ ਕਰੋਗੇ, then you will lose your feminine side, you see, your womanly side. So ਇਹ ਬੈਲੈਂਸ ਰੱਖਣ ਦਾ ਕੰਮ ਬਹੁਤ ਮੁਸ਼ਕਿਲ ਹੈ ਲਾਈਫ ਵਿੱਚ। ਇੱਕ ਗੱਲ ਮੈਨੂੰ ਹੋਰ ਤੁਹਾਡੀ ਇਸ ਚਰਚਾ ਤੋਂ ਮੈਨੂੰ ਸਪਸ਼ਟ ਹੋ ਰਹੀ ਹੈ ਕਿ ਜਿਹੜੀ ਵਿਮਨ ਦੀ ਪੂਰੀ ਐਗਜ਼ਿਸਟੈਂਸ ਦਾ ਜੋ ਡਿਸਕੋਰਸ ਹੈ ਉਹਨੂੰ ਅਸੀਂ ਕਿਸੇ ਵੀ ਇੱਕ ਥਿਊਰੀ ਨਾਲ ਅਸੀਂ ਰਿਜ਼ੋਲਵ ਨਹੀਂ ਕਰ ਸਕਦੇ। ਮੈਨੂੰ ਲੱਗਦਾ ਉਹਦੇ ਵਿੱਚ ਸਾਨੂੰ ਵਾਕਈ ਇੱਕ ਕੰਪਰੀਹੈਂਸਿਵ, ਇੱਕ ਹੋਲਿਸਟਿਕ ਤੇ ਉਹ ਪਲੂਰਲ ਅਪਰੋਚ ਦੀ ਜ਼ਰੂਰਤ ਹੈ। ਕਿਉਂਕਿ ਬਹੁਤ ਸਾਰੇ ਲੋਕ ਇੰਟਿਊਸ਼ਨ ਨੂੰ ਦੇਖੋ, ਇੰਟਿਊਸ਼ਨ ਦੀ ਉਹ ਇੰਪੀਰੀਕਲ ਨਹੀਂ ਹੁੰਦੀ। ਇੰਟਿਊਸ਼ਨ ਅਸੀਂ ਏਦਾਂ ਹੀ ਕਹਿੰਦੇ ਨਾ ਕਿ ਮੈਨੂੰ ਕਨਵਿਕਸ਼ਨ ਨਹੀਂ ਹੈ ਇਸ ਗੱਲ ਤੇ, ਮੇਰਾ ਮਨ ਨਹੀਂ ਮੰਨਦਾ, ਹਾਲਾਂਕਿ ਉਹ ਇਟ ਇਜ਼ ਬੇਸਡ ਔਨ ਐਕਸਪੀਰੀਐਂਸਿਸ। Intuition is something not completely, out of blue. It is also based on your experiences. It is the sum total of your experiences with things, with people, with places. ਪਰ ਫਿਰ ਵੀ ਉਹਦੇ ਵਿੱਚ ਉਸ ਤਰੀਕੇ ਦਾ ਐਮਪੀਰੀਸਿਜ਼ਮ, ਉਸ ਤਰੀਕੇ ਦਾ ਸਾਇੰਟਿਜ਼ਮ ਨਹੀਂ ਹੈ। ਸੋ ਬਹੁਤ ਸਾਰੀਆਂ ਧਿਰਾਂ ਜਿਹੜੀਆਂ ਸਰਾਸਰ ਸਾਇੰਟਿਫਿਕ ਥਿਊਰੀਜ਼ ਨਾਲ ਸਹਿਮਤ ਹੁੰਦੀਆਂ, ਉਹਨਾਂ ਵਾਸਤੇ ਇਸ ਇੰਟਿਊਸ਼ਨ ਦੀ ਰਿਕਵਰੀ ਦੇ ਕਨਸੈਪਟ ਨਾਲ ਸਹਿਮਤ ਹੋਣਾ ਮੁਸ਼ਕਿਲ ਹੋ ਜਾਂਦਾ, ਜੋ ਮੈਨੂੰ ਲੱਗਦਾ ਹੈ ਕਿ ਉਹ ਔਰਤਾਂ ਦੇ ਹੱਕ ਵਿੱਚ ਨਹੀਂ ਭੁਗਤਦਾ। ਸੋ ਮੈਨੂੰ ਲੱਗਦਾ ਇਸ ਡਿਮੈਂਸ਼ਨ ਨੂੰ ਨਾਲ ਲੈ ਕੇ ਤੁਰਨ ਨਾਲ ਸ਼ਾਇਦ ਅਸੀਂ ਵਾਕਈ ਉਹ ਕੌਨਸ਼ੀਅਸਨੈਸ ਰੇਜ਼ਿੰਗ ਜਿਹੜੀ ਉਹ ਕਰਨ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਮੈਂ ਤੁਹਾਡੀ ਨਿੱਜੀ ਤੌਰ ਤੇ ਮੈਂ ਤੁਹਾਡੀ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਦੇਖੋ, ਨਿਰੀ ਸਾਇੰਸ ਜਾਂ ਨਿਰਾ ਜਿਹੜਾ ਮੈਥਸ ਆ ਜਾਂ ਇਹੋ ਜਿਹੀ ਇੱਕ ਬਲਾਈਂਡ ਫੇਥ, ਉਹਦੀ ਜਿਵੇਂ ਤੁਸੀਂ ਆਖਿਰ ਵਿੱਚ ਕਿਹਾ ਹੈ ਕਿ ਤੁਸੀਂ ਵੀ ਸਮਗਰਤਾ ਦੇ ਵਿੱਚ ਜਿਹੜੀ ਪੋਸਟ ਮਾਡਰਨਿਜ਼ਮ ਦੀ ਪਲੂਰੈਲਿਟੀ ਆ, ਜਿਹੜਾ ਉਹਦਾ ਇਨਕ੍ਰੈਡਿਬਿਲਿਟੀ ਟੂਵਰਡ ਮੈਟਾ ਨੈਰੇਟਿਵ ਆ, ਤੁਸੀਂ ਨਿੱਜੀ ਤੌਰ ਤੇ ਉਹੋ ਜਿਹੀ ਅਪਰੋਚ ਵਿੱਚ ਬਿਲੀਵ ਵੀ ਕਰਦੇ ਹੋ। ਬੜੀ ਮੈਨੂੰ ਖੁਸ਼ੀ ਹੋਈ ਕਿ ਮੈਂ ਵੀ ਨਿੱਜੀ ਤੌਰ ਤੇ ਇਹੋ ਜਿਹੀ ਅਪਰੋਚ ਵਿੱਚ ਵਿਸ਼ਵਾਸ ਰੱਖਦੀ ਹਾਂ, ਉਸ ਲਿਟਲ ਨੈਰੇਟਿਵ ਵਿੱਚ। ਕਿਉਂਕਿ ਹੁਣ ਜਿੱਦਾਂ ਦੀ ਫਰੈਗਮੈਂਟਿਡ ਦੁਨੀਆ ਦੀ ਲੀਗੇਸੀ ਸਾਨੂੰ ਮਿਲੀ ਆ, ਹੁਣ ਉੱਥੇ ਇੰਨੀ ਵੰਡੀ ਹੋਈ, ਉਹ ਦੁਨੀਆ ਨੂੰ ਵੰਡਣ ਵਿੱਚ ਸਾਡਾ ਦੇਖੋ ਕੋਈ ਦੋਸ਼ ਨਹੀਂ ਸੀ, ਕਿਉਂਕਿ ਉਹ ਤਾਂ ਮਰਦਾਂ ਨੇ ਵੰਡੀ। ਇਹ ਰੇਸਿਜ਼ਮ, ਕਾਸਟਿਜ਼ਮ, ਏਦਾਂ ਦੇ ਸਾਰੇ ਜਿਹੜੇ ਨੈਰੇਟਿਵ ਸੀਗੇ, ਉਹ ਜੇ ਉਹਨਾਂ ਦਾ ਇਤਿਹਾਸ ਪੜ੍ਹੋ ਤੇ ਉਹ ਮਰਦਾਂ ਦੇ ਖੜੇ ਕੀਤੇ ਹੋਏ ਸਾਰੇ ਸੋਸ਼ਲ ਡਿਵਾਈਡਸ ਹੈ। ਉਹੀ ਨਾ ਮੈਂ ਗੱਲ ਕੀਤੀ ਜਿਹੜੀ ਡਿਊਐਲਿਟੀ ਔਰ ਹਾਇਰਾਰਕੀ ਦੀ ਜਿਹੜੀ ਹੈ, ਹਾਂ, ਤੇ ਉਹ ਹਾਇਰਾਰਕੀ, ਜਿਹੜੀ ਹਾਇਰਾਰਕੀ ਅਸੀਂ ਸਿਰਜੀ ਨਹੀਂ, ਅਸੀਂ ਉਸ ਹਾਇਰਾਰਕੀ ਦੀਆਂ ਇੰਪਲੀਕੇਸ਼ਨਸ ਕਿਉਂ ਬੀਅਰ ਕਰੀਏ ਔਰ ਅਸੀਂ ਉਸ ਹਾਇਰਾਰਕੀ ਨੂੰ ਕਿਉਂ ਪ੍ਰੋਪੇਗੇਟ ਕਰੀਏ। ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ, ਇੱਥੇ ਤੁਹਾਡੇ ਭਾਸ਼ਣ ਤੋਂ 2-3 ਭਾਸ਼ਣ ਪਹਿਲਾਂ ਨੀਤੂ ਨੇ ਪੰਜਾਬ ਯੂਨੀਵਰਸਿਟੀ ਸਟੂਡੈਂਟ ਇਲੈਕਸ਼ਨਸ ਦੇ ਵਿੱਚ ਜਿਹੜੀ ਲੜਕੀ ਪ੍ਰੈਜ਼ੀਡੈਂਟ ਬਣੀ ਸੀ ਬੜੇ ਸਾਲਾਂ ਬਾਅਦ, ਕਨੂ ਪ੍ਰਿਆ, ਉਸਦਾ ਲੈਕਚਰ ਕਰਵਾਇਆ
ਤਾਂ ਉਹਦੇ ਵਿੱਚ ਉਸਨੇ ਬੜੀਆਂ ਅੱਛਾ ਰੋਚਕ ਗੱਲਾਂ ਦੱਸੀਆਂ ਕਿ ਵੀ ਜਦੋਂ ਅਸੀਂ ਇਲੈਕਸ਼ਨ ਜਿੱਤੇ, ਅਸੀਂ ਇਸ ਗੱਲ ਦੇ ਪ੍ਰਤੀ ਸੁਚੇਤ ਰਹੇ ਕਿ ਸਾਡੀ ਸੈਲੀਬ੍ਰੇਸ਼ਨ ਮੈਸਕੂਲਿਨ ਸੈਲੀਬ੍ਰੇਸ਼ਨ ਨਹੀਂ ਹੋਣੀ ਚਾਹੀਦੀ, ਕਿ ਅਸੀਂ ਉਹ ਯਾ ਮਤਲਬ ਇਲੈਕਸ਼ਨ ਜਿੱਤ ਗਏ ਆ ਤੇ ਸਾਡੀ ਉਹੀ ਬੋਡੀ ਲੈਂਗੁਏਜ, ਉਹੀ ਸਾਡੀ ਮਤਲਬ ਟੌਕਸਿਕ ਮੈਸਕੂਲਿਨਿਟੀ ਜਿਹੜੀ ਅਸੀਂ ਸੈਲੀਬ੍ਰੇਟ ਕਰੀਏ। देयर कैन बी ए women's ways to celebrate, ਔਰ ਅਸੀਂ ਕਿਉਂ ਸ਼ੋਰ ਉਹ ਭਾਵੇਂ ਹੋ ਕਿ ਕਿਸੇ ਵੀ ਤਰੀਕੇ ਦੀ ਹੋ ਸਕਦੀ ਹੈ, ਐਂਡ ਵੀ ਹੈਵ ਟੂ ਲਾਈਕ keep our faith in our modes and methods। ਸੋ ਉਹ ਮੈਂ ਸੋਚਦੀ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਇਸ ਗੱਲ ਨੂੰ ਐਂਡੋਰਸ ਕਰਨ ਦੀ ਜ਼ਰੂਰਤ ਆ। ਔਰ ਮੈਂ ਬਲਕਿ ਤੁਹਾਨੂੰ ਇੱਕ ਹੋਰ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਜਿਵੇਂ ਤੁਸੀਂ ਰੈਡੀਕਲ ਫੈਮਿਨਿਜ਼ਮ ਦਾ ਬਿਲਕੁਲ ਹੀ ਵੱਖਰਾ ਪੱਖ ਜਿਹੜਾ ਸਾਹਮਣੇ ਆਮ ਫੈਮ ਨੌਲੇਜ ਤੋਂ ਵੱਖਰਾ ਜਿਹੜਾ ਰੱਖਿਆ, ਕਿ ਉਹ ਤੇ ਟੋਟਲ ਐਗਜ਼ਿਸਟੈਂਸ ਦੀ ਅਪਲਿਫਟਮੈਂਟ ਦੇ ਵਿੱਚ ਯਕੀਨ ਕਰਦਾ ਹੈ ਕਿ ਜੇ ਮੈਂ ਆਪਣੀ ਇੰਟਿਊਸ਼ਨ ਵਿੱਚ ਬਿਲੀਵ ਕਰਨ ਲੱਗ ਪਵਾਂ, ਜੇ ਮੈਨੂੰ ਹਰ ਛੋਟੇ ਵੱਡੇ ਕੰਟੈਕਸਟ ਦੇ ਵਿੱਚ ਜੇਕਰ ਮੈਂ ਕੁਐਸਚਨ ਪੁੱਛਾਂ, ਡੂ ਆਈ ਅਗਰੀ ਟੂ ਇਟ, ਡੂ ਆਈ ਵਾਂਟ ਇਟ, ਡਜ਼ ਇਟ ਮੇਕ ਮੀ ਹੈਪੀ, ਤੇ ਮੈਨੂੰ ਲੱਗਦਾ ਇਹ ਵੀ ਇੱਕ ਅੱਛਾ ਆਰੰਭ ਬਿੰਦੂ ਹੋ ਸਕਦਾ ਹੈ ਜਿਹਦੇ ਨਾਲ ਔਰਤਾਂ ਆਪਣੀ ਸਥਿਤੀ ਦੇ ਪ੍ਰਤੀ ਆਲੋਚਨਾਤਮਕ ਹੋ ਸਕਦੀਆਂ, ਆਪਣਾ ਸਵੈ ਵਿਵੇਕ ਡਿਵੈਲਪ ਕਰ ਸਕਦੀਆਂ ਤੇ ਹੌਲੀ ਹੌਲੀ ਆਪਣਾ ਇੱਕ ਬੜਾ ਸਟੈਡੀ ਔਰ ਸਸਟੇਨੇਬਲ ਪ੍ਰਤੀਰੋਧ ਪੈਦਾ ਕਰ ਸਕਦੀਆਂ। ਕਿਉਂਕਿ ਜਦੋਂ ਅਸੀਂ ਉਹਨੂੰ ਬਿਲਕੁਲ ਐਕਸਟਰਨਲੀ ਉਹਨੂੰ ਡਰਾ ਕਰਦੇ ਹਾਂ ਤੇ ਕਈ ਵਾਰੀ ਅਸੀਂ ਉਹਨੂੰ ਸਸਟੇਨ ਨਹੀਂ ਕਰ ਪਾਉਂਦੇ, ਪਰ ਆਪਣੇ ਅੰਦਰੋਂ ਨਿਕਲਿਆ ਹੋਇਆ ਵਿਰੋਧ ਜਿਹੜਾ ਉਹ ਸਸਟੇਨੇਬਲ ਹੁੰਦਾ, ਔਰ ਉਹ ਵਾਕਈ ਇਹੋ ਜਿਹੀ ਇੱਕ ਫਿਲੋਸੋਫੀਕਲ ਇਨਵੈਸਟੀਗੇਸ਼ਨ ਤੋਂ ਪਾਇਆ ਜਾ ਸਕਦਾ ਹੈ। ਪਰ ਮੈਂ ਤੁਹਾਨੂੰ ਇੱਥੇ ਪੁੱਛਣਾ ਚਾਹੁੰਦੀ ਹਾਂ ਕਿ ਉਦਾਂ ਤਾਂ ਔਰਤਾਂ ਭਾਰਤੀ ਸਮਾਜ ਦੇ ਵਿੱਚ ਧਾਰਮਿਕ ਤਾਂ ਬਹੁਤ ਹੁੰਦੀਆਂ, ਬਹੁਤ ਧਰਮ ਦੇ ਨਾਲ ਉਹਨੂੰ ਪ੍ਰੋਪੇਗੇਟ ਵੀ ਉਹੀ ਕਰਦੀਆਂ, ਉਹੀ ਬਲਕਿ ਉਹਦੇ ਏਜੰਟਸ ਨੇ ਪੈਟਰੀਆਰਕੀ ਦੀਆਂ, ਉਹੀ ਰਿਲੀਜੀਅਸ ਡਿਸਕੋਰਸਿਸ ਜਿਹੜੇ ਸਰਾਸਰ ਮਿਸੋਜਨੀ ਨਾਲ ਭਰੇ ਹੋਏ ਨੈਰੇਟਿਵਸ ਨੇ। ਮਤਲਬ ਕਿੰਨੀ ਵਿਡੰਬਨਾ, ਕਿੰਨੀ ਆਇਰੋਨਿਕਲ ਚੀਜ਼ ਹੈ। ਤੇ ਮੈਨੂੰ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਜਿੰਨੇ ਵੀ ਆਰਗੇਨਾਈਜ਼ਡ ਰਿਲੀਜਨ ਸੀ ਜਿਹੜੇ ਇੰਨੇ ਮਿਸੋਜਨੀ ਨਾਲ ਭਰੇ ਹੋਏ ਸੀ, ਇਹ ਇਦਾਂ ਦੇ ਕੀ ਇਤਿਹਾਸਿਕ ਕਾਰਨ ਰਹੇ ਕਿ ਔਰਤਾਂ ਉਹਦੀ ਐਫੀਲੀਏਸ਼ਨ ਛੱਡ ਕੇ ਇਹੋ ਜਿਹੀ ਰੈਡੀਕਲ ਸਪਿਰਿਚੁਅਲਿਟੀ ਦੇ ਵੱਲ ਜ਼ਿਆਦਾ ਇਨਕਲਾਈਨ ਨਹੀਂ ਹੋ ਸਕੀਆਂ, ਜਦਕਿ ਇਹ ਜਿਹੜੀ ਟ੍ਰਾਂਸਫਰਮੇਸ਼ਨ ਵੁੱਡ ਹੈਵ ਬੀਨ ਲਾਈਕ ਅ ਟ੍ਰੀਮੈਂਡਸ ਲੀਪ ਟੂਵਰਡਸ ਵਿਮਨਸ ਲਿਬਰੇਸ਼ਨ। ਸੋ ਕਿਉਂਕਿ ਤੁਸੀਂ ਸੋਸ਼ੀਓਲੋਜੀ, ਤੁਸੀਂ ਇਹ ਸਭ ਵਿਸ਼ੇ ਪੜ੍ਹਦੇ ਹੋ ਤੇ ਮੈਨੂੰ ਬੜਾ ਚੰਗਾ ਲੱਗੇਗਾ ਜੇਕਰ ਤੁਸੀਂ ਇਸ ਬਾਰੇ ਥੋੜਾ ਹੋਰ ਸਾਨੂੰ ਸ਼ੁਰੂ ਤੋਂ ਹੀ ਤੁਸੀਂ ਦੇਖੋ, ਵੈਦਿਕ ਟਾਈਮਸ ਤੋਂ ਹੀ ਦੇਖੋ, ਇੱਥੇ ਉਦੋਂ ਤੇ ਔਰਤਾਂ ਦੀ ਜਿਹੜੀ ਪੋਜੀਸ਼ਨ ਸੀ ਬੜੀ ਤਗੜੀ ਸਮਝੀ ਜਾਂਦੀ ਸੀ, ਔਰਤਾਂ ਨੂੰ ਪੂਰੀ ਰਿਲੀਜੀਅਸ ਸਟੱਡੀ ਵੀ ਕਰਵਾਈ ਜਾਂਦੀ ਸੀ। ਉਹ ਉਦੋਂ ਮੈਤਰਿਆ, ਗਾਰਗੀ ਜਿਹੜੀਆਂ ਸਭ ਔਰਤਾਂ ਹੋਈਆਂ ਨੇ, ਨਾਂ ਤੁਸੀਂ ਉਹਨਾਂ ਦੇ ਸੁਣੇ ਹੀ ਨੇ। ਪਰ ਉਦੋਂ ਸਮਾਜ ਵਿੱਚ ਲੋਕਾਂ ਨੂੰ ਲੱਗਿਆ ਕਿ ਇਹ ਔਰਤਾਂ ਅਗਰ ਇਹ ਵਾਲੇ ਪਾਸੇ ਆ ਰਹੀਆਂ ਨੇ ਤੇ ਫਿਰ ਪਰਿਵਾਰ ਨੂੰ ਕੌਣ ਸੰਭਾਲੇਗਾ, ਬੱਚੇ ਕੌਣ ਪੈਦਾ ਕਰੇਗਾ। ਇਹ ਕ੍ਰਾਈਸਿਸ ਸਮਾਜ ਦੇ ਸਾਹਮਣੇ ਆ ਗਿਆ, ਕਿਉਂਕਿ ਜਦੋਂ ਔਰਤ ਖੁਦ ਮੁਖਤਿਆਰ ਹੋ ਜਾਂਦੀ ਹੈ, ਇੱਕਦਮ ਆਪਣੀ ਸਮਝ ਉਹਦੀ ਪੂਰੀ ਇੰਨੀ ਵੱਧ ਜਾਂਦੀ ਹੈ, ਇੰਡੀਪੈਂਡੈਂਟ ਹੋ ਜਾਂਦੀ ਹੈ, ਤੇ ਉਹ ਫਿਰ ਥੋੜਾ ਘਰ-ਬਾਰ ਵੀ ਛੱਡ ਦਿੰਦੀ ਹੈ। ਤੇ ਇਹ ਜਿਹੜਾ ਕ੍ਰਾਈਸਿਸ ਸੀ ਨਾ, ਇਹ ਫਿਰ ਦੁਬਾਰਾ ਪੈਦਾ ਹੋਇਆ ਸਮਾਜ ਵਿੱਚ, ਤੇ ਉਹਨਾਂ ਨੇ ਔਰਤਾਂ ਨੂੰ ਫੇਰ ਘਰ ਦੇ ਵਿੱਚ ਬੰਦ ਕਰਨਾ ਸ਼ੁਰੂ ਕਰ ਦਿੱਤਾ। ਔਰ ਫਿਰ ਜਦੋਂ ਕੀ ਕਰਦਾ ਵੇ, ਉਹ ਮੈਡੀਵਲ ਪੀਰੀਅਡ ਆਇਆ, ਉਹਦੇ ਵਿੱਚ ਵੀ, ਜਾਂ ਪਹਿਲੇ ਜਦੋਂ ਬੰਦੇ ਬਾਹਰ ਲੜਾਈ ਕਰਨ ਜਾਂਦੇ ਸੀ, ਪਿੱਛੋਂ ਔਰਤਾਂ ਕੰਮ ਸਾਰਾ ਔਰਤਾਂ ਹੀ ਕਰ ਰਹੀਆਂ ਸੀ, ਸਾਰਾ ਕੁਝ ਉਹ ਸੰਭਾਲ ਰਹੀਆਂ ਸੀ, ਐਗਰੀਕਲਚਰ ਵੀ, ਬੱਚੇ ਵੀ, ਟੈਕਸਟਾਈਲ ਵੀ, ਆਈ ਮੀਨ ਸਾਰਾ ਕੁਝ ਔਰਤਾਂ ਦੇ ਸਿਰ ਤੇ ਹੀ ਹੈਗਾ ਸੀ। ਤੇ ਫਿਰ ਜਦੋਂ ਇਹ ਬੁੱਧਿਜ਼ਮ ਇੰਟਰੋਡਿਊਸ ਹੁੰਦਾ ਵੇ ਮੈਡੀਵਲ ਪੀਰੀਅਡ ਦੇ ਵਿੱਚ, ਉੱਥੇ ਵੀ ਜਦੋਂ ਸੰਘਾ ਬਣਾਇਆ ਜਾਂਦਾ ਹੈ, ਬੁੱਧਾ ਔਰਤਾਂ ਨੂੰ ਨਹੀਂ ਇਜਾਜ਼ਤ ਦਿੰਦਾ ਆਉਣ ਦੀ, ਪਰ ਉਹ ਬਾਅਦ ਦੇ ਵਿੱਚ ਕੀ ਕਰਦਾ ਵੇ, ਡਿਬੇਟ ਹੁੰਦੀ ਹੈ, ਉਹ ਆਨੰਦ ਉਹਨਾਂ ਨੂੰ ਕਹਿੰਦਾ ਕਿ ਨਹੀਂ ਆਉਣ ਦਿਓ, ਔਰ ਉਹਨਾਂ ਦੇ ਜਿਹੜੀ ਉਹ ਫੋਸਟਰ ਮਦਰ ਹੈ ਔਰ ਬੀਵੀ, ਸਾਰੇ ਜਣੇ ਰਿਕੁਐਸਟ ਕਰਦੇ ਨੇ, ਤੇ ਫਿਰ ਅਲਟੀਮੇਟਲੀ ਉਹ ਬੁੱਧਾ ਵੀ ਇਜਾਜ਼ਤ ਦੇ ਦਿੰਦਾ ਵੇ ਔਰਤਾਂ ਨੂੰ ਸੰਘਾਂ ਦੇ ਵਿੱਚ ਆਉਣ ਦਾ। ਪਰ ਨਾਲ ਉਹ ਇਹ ਵੀ ਕਹਿੰਦੇ ਨੇ ਕਿ ਜਿਹੜੀ ਸੰਘਾਂ ਦੀ ਲਾਈਫ ਹੈ ਉਹ ਘਟ ਜਾਏਗੀ ਔਰਤਾਂ ਦੇ ਆਉਣ ਨਾਲ। ਉਹ
ਕੀ ਕਰਦਾ ਵੇ ਸ਼ਾਇਦ ਇਸ ਕਾਰਨ ਕਿ ਉਹ ਦੇਖਦੇ ਨੇ ਕਿ ਜਿਹੜਾ ਇੱਕ ਇਮੋਸ਼ਨਲ ਐਸਪੈਕਟ ਹੈਗਾ ਵੇ ਔਰਤ ਦਾ, ਜਿਹੜਾ ਇੱਕ ਮੈਟਰਨਲ ਐਸਪੈਕਟ ਹੈਗਾ ਵੇ ਔਰਤਾਂ ਦਾ, ਕਈ ਵਾਰੀ ਉਹ ਕਹਿੰਦੇ ਨੇ ਭਾਰੂ ਪੈ ਜਾਂਦਾ ਵੇ। ਉਹ ਸੋਸ਼ਲਾਈਜੇਸ਼ਨ ਹੀ ਹੈਗੀ ਹੈ। ਬਿਲਕੁਲ। ਮੈਂ ਉਹ ਇਹ ਨਹੀਂ ਕਹਿੰਦੀ ਕਿ ਉਹ essentially ਉਹ ਅੰਦਰੋਂ ਇਹੋ ਜਿਹੀਆਂ ਹੈਗੀਆਂ ਨੇ, ਨਹੀਂ, ਕਿਉਂਕਿ ਉਹਨਾਂ ਦੀ ਸੋਸ਼ਲਾਈਜੇਸ਼ਨ ਇਸ ਹੋਈ ਹੋਈ ਹੈ। ਤੇ ਬਾਕੀ ਹਿੰਦੂਇਜ਼ਮ ਵਿੱਚ ਤੁਸੀਂ ਦੇਖੋ ਔਰਤਾਂ ਦੇ ਰੋਲਸ, ਰਿਚੁਅਲਸ ਵਗੈਰਾ ਜਿਹੜੇ ਨੇ ਨਾ, ਉਹ ਬੜਾ ਕੰਪਲੈਕਸ ਮਾਮਲਾ ਹੈਗਾ ਵੇ ਅਗਰ ਤੁਸੀਂ ਉਹਨੂੰ ਸਮਝੋ। ਤੇ ਪਿਓਰਿਟੀ ਔਰ ਪੋਲਿਊਸ਼ਨ ਦੇ ਜਿਹੜੇ ਨੋਸ਼ਨਸ ਹੈਗੇ ਨੇ ਉਹ ਔਰਤ ਦੇ ਨਾਲ ਬਿਲਕੁਲ ਜੁੜੇ ਹੋਏ ਨੇ, ਜਿਸ ਕਾਰਨ ਕਿ ਉਹਨਾਂ ਨੂੰ ਇਹ ਇੰਪੋਰਟੈਂਟ ਰੋਲ ਫਿਰ ਬਾਅਦ ਦੇ ਵਿੱਚ ਦਿੱਤਾ ਹੀ ਨਹੀਂ ਗਿਆ ਕਿ ਬਿਕੋਜ਼ ਦੇ ਮੈਨਸਟਰੂਏਟ ਦੇ ਆਰ ਇੰਪਿਓਰ, ਬਿਕੋਜ਼ ਦੇ give birth to children they are impure। ਉਹ ਜੋ ਔਰਤ ਕਰਦੀ ਹੈ ਹਰ ਚੀਜ਼ ਇੰਪਿਓਰ ਹੈਗੀ ਹੈ, ਪਰ ਬੰਦਾ ਇਹ ਨਹੀਂ ਸੋਚਦਾ ਕਿ ਇੰਪਿਓਰਿਟੀ ਤੇ ਬੰਦੇ ਦੇ ਆਪਣੇ ਮਨ ਵਿੱਚ ਹੈਗੀ, ਜਿਹੜਾ ਕਿ ਉਹ ਪ੍ਰੋਜੈਕਟ ਕਰੀ ਜਾ ਰਿਹਾ ਔਰਤ ਦੇ ਉੱਤੇ। ਤੇ ਉਹ ਫਿਰ ਹੁਣ ਜਾ ਕੇ ਪੜ੍ਹਾਈ ਲਿਖਾਈ ਦੇ ਨਾਲ ਔਰ ਇਹ ਸਾਰਾ ਕਲੋਨੀਅਲਿਜ਼ਮ ਦਾ ਵੀ ਜਿਹੜਾ ਇੰਪੈਕਟ ਹੋਇਆ ਵੇ, ਰਿਫਾਰਮ ਮੂਵਮੈਂਟਸ ਹੋਈਆਂ ਹਿੰਦੁਸਤਾਨ ਦੇ ਵਿੱਚ, ਔਰ ਯੂਰਪ ਦੇ ਵਿੱਚ ਦੇਖੋ, ਬਾਹਰ ਦੇਖੋ, ਉੱਥੇ ਜਿਹੜੀ ਔਰਤ ਇੰਟੂਟਿਵਲੀ ਸਟਰੋਂਗ ਹੁੰਦੀ ਸੀ, ਸਪਿਰਿਚੁਅਲ ਹੁੰਦੀ ਸੀ, ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ ਕਿ ਇਹ ਵਿਚਸ ਹੈਗੀਆਂ ਨੇ। ਕਿਉਂਕਿ ਔਰਤ ਕੁਦਰਤੀ ਤੌਰ ਤੇ ਔਰਤ ਬੰਦੇ ਨਾਲੋਂ ਜ਼ਿਆਦਾ ਪਾਵਰਫੁਲ ਹੈ, ਜ਼ਿਆਦਾ ਸਟਰੋਂਗ ਹੈਗੀ ਹੈ। ਤੇ ਉਹਨੂੰ ਇਸੇ ਕਾਰਨ ਬੰਦੇ ਨੇ ਨਾ ਇਹ ਕੀ ਕਰਦਾ ਵੇ, ਦਬਾਇਆ ਹੋਇਆ ਵੇ, ਕਿਉਂਕਿ ਉਹ ਸੋਚਦਾ ਕਿ ਬਾਹਰਲੀ ਔਰਤ ਨੂੰ ਜਦੋਂ ਕੰਟਰੋਲ ਕਰ ਲੇਗਾ, ਉਹ ਆਪਣੀ ਅੰਦਰਲੀ ਔਰਤ ਨੂੰ ਕੰਟਰੋਲ ਕਰ ਲੇਗਾ। ਬੜੀ ਵੱਡੀ ਸਮੱਸਿਆ ਵੇ। ਤੇ ਉਹ ਜਿਹੜੇ ਨੇ ਆਪਣੇ ਡੋਮੇਨ ਪੈਦਾ ਕਰੀ ਜਾਂਦਾ ਤਾਂ ਕਿ ਉੱਥੇ ਮਤਲਬ ਉਹੀ ਹੀਰੋ ਹੋਵੇ, ਕੋਈ ਹੋਰ ਹੀਰੋਇਨ ਨਹੀਂ ਅੰਦਰ ਆ ਜਾਏ। ਹੀਰੋਇਨ ਆ ਗਈ ਤੇ ਉਹ ਕੀ ਕਰਦਾ ਵੇ, ਹੀਰੋ ਨੂੰ ਆ ਕੇ ਤਬਾਹ ਕਰ ਦੇਗੀ, ਬਿਕੋਜ਼ ਉਹਦੀ ਸੈਕਸ਼ੁਅਲਿਟੀ ਇੰਨੀ ਪਾਵਰਫੁਲ ਹੈਗੀ ਹੈ। ਬੰਦਾ ਔਰਤ ਦੇ ਕੋਲੋਂ ਐਕਚੁਅਲੀ ਡਰਦਾ ਵੇ ਅਨਕੌਂਸ਼ੀਅਸਲੀ। ਦਿਸ ਇਜ਼ ਦ ਬਿਗੇਸਟ ਕ੍ਰਾਈਸਿਸ। ਜਿਹੜੀ ਮੇਲ ਫ੍ਰੈਜਿਲਿਟੀ ਹੈ ਨਾ, ਇਹ ਸਾਡਾ ਜਿਹੜਾ ਇਹ ਪੇਟਰੀਆਰਕਲ ਸਮਾਜ ਜਿੰਨਾ ਵੀ ਢਾਂਚਾ ਖੜਾ ਹੋਇਆ ਜੇ, ਇਹ ਬਿਕੋਜ਼ ਆਫ ਮੇਲ ਫ੍ਰੈਜਿਲਿਟੀ, ਮੇਲ ਸੈਕਸ਼ੁਅਲ ਫ੍ਰੈਜਿਲਿਟੀ। ਦਿਸ ਇਜ਼ ਦ ਮੇਨ ਕ੍ਰਾਈਸਿਸ ਇਫ ਯੂ ਵਾਂਟ ਟੂ ਆਸਕ ਮੀ। ਤੇ ਇਸ ਚੀਜ਼ ਨੂੰ ਸਮਝ ਕੇ ਅਗਰ ਔਰਤ ਵੀ ਇਹਨੂੰ ਸਮਝ ਲਵੇ ਤੇ ਕੀ ਕਰਦਾ ਵੇ, ਉਹ ਵੀ ਇਹੋ ਜਿਹਾ ਰੋਲ ਪਲੇ ਕਰੇ ਜਿਹਦੇ ਵਿੱਚ ਕਿ ਉਹਦੀ ਵੀ ਤਰੱਕੀ ਹੋਵੇ, ਬੰਦੇ ਦੀ ਵੀ ਤਰੱਕੀ ਹੋਵੇ ਔਰ ਬੱਚਿਆਂ ਦੀ ਵੀ ਤਰੱਕੀ ਹੋਵੇ। ਜਦੋਂ ਔਰਤ ਭਾਰੂ ਪੈ ਜਾਂਦੀ ਹੈ, ਉਹਦੇ ਨਾਲ ਫਿਰ ਕਈ ਵਾਰੀ ਬੰਦੇ ਔਰ ਬੱਚੇ ਵੀ ਉਹ ਵਿਕਟਮ ਬਣ ਜਾਂਦੇ ਨੇ। ਬਿਲਕੁਲ। ਤੇ ਉਹ ਇਸੇ ਕਾਰਨ ਮੈਂ ਕਹਿ ਰਹੀ ਹਾਂ ਕਿ ਲਾਈਫ ਦੇ ਵਿੱਚ ਜਿਹੜਾ ਇੱਕ ਬੈਲੈਂਸ ਸਟ੍ਰਾਈਕ ਕਰਨਾ ਬੰਦੇ ਵਾਸਤੇ ਵੀ ਔਰ ਔਰਤ ਵਾਸਤੇ ਵੀ, ਇਹ ਜ਼ਿਆਦਾ ਜ਼ਰੂਰੀ ਹੈ। ਔਰ ਰਿਲੀਜਨ ਦੇ ਵੀ ਬੜੇ ਐਸਪੈਕਟ ਹੈਗੇ ਨੇ। ਅਗਰ ਤੁਸੀਂ ਦੇਖੋ, ਇਹਦਾ ਆਈਡੀਓਲੋਜੀਕਲ ਐਸਪੈਕਟ ਹੈ, ਇਹਦਾ ਇਮੋਸ਼ਨਲ ਐਸਪੈਕਟ ਹੈ, ਇਹਦਾ ਕਨਸੀਕੁਐਂਸ਼ੀਅਲ ਐਸਪੈਕਟ ਹੈ, ਇਹਦਾ ਇੰਟੈਲੈਕਚੁਅਲ ਐਸਪੈਕਟ। ਤੇ ਉਹਦੇ ਵਿੱਚ ਜਿਹੜੀ ਔਰਤ ਹੈਗੀ ਹੈ, ਉਹਦਾ ਤੁਸੀਂ ਕੰਟੈਕਸਟ ਸਮਝੋ ਨਾ ਕਿ ਕੁਝ ਔਰਤਾਂ ਨੇ ਉਹ ਰਿਚੁਅਲ ਦੇ ਵਿੱਚ ਹੀ ਬੜੀਆਂ ਖੁਸ਼ ਨੇ, ਕੁਝ ਔਰਤਾਂ ਨੇ ਉਹ ਇੰਟੈਲੈਕਚੁਅਲੀ ਰਿਲੀਜਨ ਸਮਝਣਾ ਚਾਹੁੰਦੀਆਂ ਨੇ, ਕੁਝ ਔਰਤਾਂ ਨੇ ਕੀ ਕਰਦਾ ਵੇ, ਜਿਨ੍ਹਾਂ ਦਾ ਇੱਕ ਡਿਵੋਸ਼ਨਲ ਐਸਪੈਕਟ ਬੜਾ ਭਾਰੂ ਹੈਗਾ ਵੇ। ਅਗਰ ਤੁਸੀਂ ਮੀਰਾ ਨੂੰ ਸਟੱਡੀ ਸੋ ਇਹ ਔਰਤ ਨੇ ਖੁਦ ਸਮਝਣਾ ਕਿ ਉਹ ਆਪਣੀ ਸਪਿਰਿਚੁਅਲਿਟੀ ਜਾਂ ਆਪਣੀ ਰਿਲੀਜੀਓਸਿਟੀ ਕਿਸ ਤਰ੍ਹਾਂ ਡਿਵੈਲਪ ਕਰਨਾ ਚਾਹੁੰਦੀ ਹੈ, ਉਹਦੇ ਅੰਦਰ ਜਿਹੜੀ ਹੈ ਕੀ ਉਹਦੀ ਡਿਜ਼ਾਇਰ ਹੈਗੀ ਹੈ। ਕਿਉਂਕਿ ਅਸੀਂ ਸਾਰੇ ਜਣੇ ਇੱਕ ਨਾ ਐਵੋਲੂਸ਼ਨਰੀ ਸਟੇਜ ਤੋਂ ਵੀ ਲੰਘ ਰਹੇ ਹਾਂ ਜੀ। ਔਰ ਇਸ ਪੁਆਇੰਟ ਆਫ ਟਾਈਮ ਤੇ ਸਾਨੂੰ ਕਿਸ ਚੀਜ਼ ਦੀ ਲੋੜ ਹੈ, ਉਹ ਬਿਲਕੁਲ ਅੱਜ ਅਲੱਗ ਹੋ ਸਕਦੀ ਹੈ। ਅੱਜ ਤੋਂ 10 ਸਾਲ ਬਾਅਦ ਅਸੀਂ ਬਿਲਕੁਲ ਕੁਝ ਹੋਰ ਚਾਹ ਸਕਦੇ ਹਾਂ। ਔਰ ਇਹ ਜਿਹੜਾ ਔਰਤ ਦੇ ਮੈਂ ਕਹਿੰਦੀ ਹਾਂ ਜਿਹੜੀ ਕੈਪੈਸਿਟੀ ਹੈ ਟੂ ਚੇਂਜ ਇਨ ਅ ਸੈਕਿੰਡ, ਇਨ ਅ ਮਿੰਟ, ਇਹ ਬੰਦੇ ਦੇ ਵਿੱਚ ਨਹੀਂ ਹੈ। ਇਹ ਜਿਹੜੀ ਕੈਪੈਸਿਟੀ ਮੈਨੂੰ ਲੱਗਦਾ ਇਹ ਸਭ ਤੋਂ ਪਾਵਰਫੁਲ ਹੈ ਔਰਤ ਵਿੱਚ। ਕਿ ਤੁਹਾਡਾ ਮੇਰੇ ਖਿਆਲ ਬੁੱਧਿਜ਼ਮ ਜਿਸ ਨੂੰ ਬੜਾ ਸੁੰਦਰ ਕਿਹਾ ਜਾਂਦਾ ਨਾ ਕਿ देयर इज अ पोटेंशियल बुद्धा, मतलब इमेंसिपेशन in everyone।
ਹਾਂ ਔਰ ਦੇਖੋ ਹਾਂ, ਪਰ- ਤੁਸੀਂ ਸਿਮੋਨ ਦੀ ਬਿਵੇਰ ਦਾ ਕੰਮ ਦੇਖੋ, ਉਹਨੇ ਲਿਬਰੇਸ਼ਨ ਤੇ ਸਾਰਾ ਕੰਮ ਕੀਤਾ ਵੇ ਔਰਤ ਦੀ ਲਿਬਰੇਸ਼ਨ ਵਾਸਤੇ। ਕਿੰਨੀਆਂ ਥਿਓਰੀ ਸਾਰੀ ਦੁਨੀਆ ਭਰ ਦੀਆਂ ਥਿਓਰੀਜ਼ ਲੈ ਕੇ ਉਹ ਸੈਕੰਡ ਸੈਕਸ ਵਿੱਚ ਪਾ ਦਿੱਤੀਆਂ ਨੇ। ਹਾਂ ਪਰ Simone doesn't raise the question of happiness. Yeah. You see, ਅਸੀਂ ਲਿਬਰੇਟ ਤੇ ਹੋ ਗਏ, ਮੈਂ ਇਹ ਕਹਿ ਰਹੀ ਹਾਂ, ਪਰ ਲਿਬਰੇਸ਼ਨ ਤੋਂ ਬਾਅਦ ਅਗਰ ਮੈਨੂੰ ਖੁਸ਼ੀ ਨਹੀਂ ਮਿਲੀ ਤੇ ਮੇਰੇ ਉਹ ਲਿਬਰੇਸ਼ਨ ਦਾ ਕੀ ਫਾਇਦਾ? ਮੈਂ ਇਹ ਸਵਾਲ ਪੁੱਛਦੀ ਹਾਂ। ਲਿਬਰੇਸ਼ਨ ਤੋਂ ਬਾਅਦ ਅਗਰ ਮੈਂ ਦੁਖੀ ਹੋ ਕੇ ਕੀ ਕਹਦਾ ਵੇ ਆਪਣੇ ਅੰਦਰ ਗੁੱਸਾ ਹੀ ਪੈਦਾ ਕਰਨਾ ਵੇ ਜਾਂ ਘ੍ਰਿਣਾ ਹੀ ਪੈਦਾ ਕਰਨੀ ਹੈ, ਤੇ ਮੈਨੂੰ ਉਹੋ ਜਿਹੀ ਲਿਬਰੇਸ਼ਨ ਨਹੀਂ ਚਾਹੀਦੀ। ਮੈਨੂੰ ਤੇ ਨਾਲ ਮੇਰੀ ਖੁਸ਼ੀ ਵੀ ਚਾਹੀਦੀ ਹੈ। ਯੂ ਮੀਨ ਕਿ ਪੂਰੇ ਵੈਲਬੀਇੰਗ ਦਾ ਸਾਨੂੰ ਇੱਕ ਸੰਕਲਪ ਲੈ ਕੇ ਤੁਰਨਾ ਚਾਹੀਦਾ। ਔਰਤਾਂ ਦੀ ਖੁਸ਼ੀ, ਔਰਤਾਂ ਦੀ ਆਜ਼ਾਦੀ ਜਿਹੜੀ ਆ ਉਹ ਮਤਲਬ ਜਿਹਨੂੰ ਕਹਿੰਦੇ ਹੁੰਦੇ ਉਹ ਦੁਨੀਆ ਤੋਂ, ਸਮਾਜ ਤੋਂ ਤੇ ਬੰਦਿਆਂ ਤੋਂ ਰੁੱਸ ਕੇ ਨਹੀਂ ਆ, ਜਾਂ ਉਹ ਘ੍ਰਿਣਾ ਤੋਂ ਜਾਂ ਆਈਸੋਲੇਸ਼ਨ ਜਾਂ ਸੈਕਲੂਜਨ ਤੋਂ ਨਹੀਂ ਆ। ਪਰ ਅਜੇ ਮਤਲਬ ਸ਼ਾਇਦ ਏਦਾਂ ਦੀ ਇਕੁਆਲਿਟੀ, ਏਦਾਂ ਦਾ এনवायरमेंट ਅਸੀਂ ਬਣਾਇਆ ਨਹੀਂ ਜਿਹੜਾ ਔਰਤ ਨੂੰ ਮਤਲਬ ਖੁਸ਼ੀ, ਹੈਪੀਨੈਸ ਵਾਲਾ, ਮਤਲਬ either she has to be like subservient, either she has to be submissive, or she has to be too radical. So there is no balance. You are right ਕਿ ਅਸੀਂ ਉੱਦਾਂ ਦਾ equilibrium। ਅੱਛਾ ਤੁਸੀਂ ਦੇਖੋ ਏਦਾਂ ਦੇ ਜਿਹੜਾ conundrum ਆ ਨਾ ਉਹ ਫੈਮਿਨਿਸਟ ਔਰਤਾਂ ਦੇ ਵਿੱਚ ਵੀ ਕਿੰਨਾ ਮਿਲਦਾ ਹੈ। ਜੇ ਕੋਈ ਔਰਤ ਫੈਮਿਨਿਸਟ ਕਹਿੰਦੀ ਹੈ ਤੇ ਉਹਨੂੰ ਸ਼ਰਮ ਆਉਂਦੀ ਹੈ ਕਹਿੰਦਿਆਂ ਕਿ ਉਹ ਕਿਸੇ ਮਰਦ ਨੂੰ ਬਹੁਤ ਪਿਆਰ ਕਰਦੀ ਹੈ। ਜੇ ਕੋਈ ਫੈਮਿਨਿਸਟ ਔਰਤ ਆ ਉਹਦੇ ਵਾਸਤੇ ਆਪਣੀ ਬਾਇਓਲੋਜੀ ਨੂੰ, ਆਪਣੀ ਐਨਾਟਮੀ ਨੂੰ, ਆਪਣੇ ਪ੍ਰੋਕ੍ਰੀਏਸ਼ਨ ਨੂੰ ਲੈ ਕੇ ਮਤਲਬ ਉਹ ਡਿਸਾਈਡ ਨਹੀਂ ਕਰ ਪਾਉਂਦੀ ਕਿ ਵੀ ਉਹ ਜਿਹੜੀਆਂ ਚੀਜ਼ਾਂ ਪੈਟਰੀਆਰਕੀ ਤੋਂ ਇੰਨੀਆਂ ਜ਼ਿਆਦਾ ਡਰਿਵਨ ਰਹੀਆਂ, ਇੰਨੀਆਂ ਕੰਟਰੋਲਡ ਰਹੀਆਂ, ਉਹ ਹੁਣ ਕਿੱਦਾਂ ਓਨ ਕਰੇ। ਫॉर ਇੰਸਟੈਂਸ ਮਤਲਬ ਜੇਕਰ ਇਫ ਆਈ ਐਮ ਟੂ ਬਿਕਮ ਏ ਮਦਰ, ਤਾਂ ਕੀ ਮੈਂ ਆਪਣੇ ਆਪ ਨੂੰ, ਕੀ ਮੈਂ ਇਦਾਂ ਦਾ ਕਿ ਕੋਈ ਮੌਲਿਕ ਸੋਚ ਮੈਂ ਬਣਾ ਸਕਦੀ ਹਾਂ ਜੋ ਮੇਲ ਗੇਜ਼ ਨਹੀਂ ਆ, but I am happy, I am genuinely happy to be a mother. Yeah. So matlab that is I think you see feminism ਇੱਥੇ ਤੁਹਾਨੂੰ ਸਮਝਣ ਦੀ ਲੋੜ ਹੈ ਕਿ you should have a choice and you should know what you want to choose in your life. Internal strength ਜਿਹੜੀ ਹੈ ਨਾ, ਇਹ ਤੁਹਾਡੀ spirituality ਹੈ, to be able to know what you want in your life and how you are going to get it. ਜੀ ਬਿਲਕੁਲ। ਉਹ ਮੈਨੂੰ ਲੱਗਦਾ ਜਦੋਂ ਅਸੀਂ ਟੋਟਲ ਇੱਕ ਹੋਲਿਸਟਿਕ ਵੈਲਬੀਇੰਗ ਨਹੀਂ ਲੈ ਕੇ ਚੱਲਦੇ ਤਾਂ ਬਹੁਤ ਸਾਰੀ ਲੜਾਈ ਜਿੱਤ ਕੇ ਵੀ ਅਸੀਂ ਆਪਣੇ ਮਨ ਵਿੱਚ ਹਾਰਿਆ ਹੋਇਆ ਮਹਿਸੂਸ ਕਰਦੇ ਹਾਂ। ਔਰ ਇਹ ਕੋਈ ਮਤਲਬ ਇਹੋ ਜਿਹੀ ਡਿਮੈਂਸ਼ਨ ਜਿਹੜੀ ਆ ਉਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ। ਇਹ ਇੱਕ ਟੋਟਲ ਹੋਲਿਸਟਿਕ ਵੈਲਬੀਇੰਗ ਬਹੁਤ ਜ਼ਰੂਰੀ ਹੈ। ਹੁਣ ਉਹਦੇ ਵਿੱਚ ਦੇਖੋ ਨਾ, ਇਸੇ ਕਾਰਨ ਮੈਂ ਆਪਣੀ ਇਹ ਕਿਤਾਬ ਵੂਮਨ ਰੀਬੋਰਨ ਕੀਤੀ ਸੀ। ਜਿਹੜੀਆਂ ਔਰਤਾਂ ਦੀਆਂ ਮੈਂ ਨੈਰੇਟਿਵ ਪੇਸ਼ ਕੀਤਾ ਵੇ ਸਾਰਾ, they are all very successful women in their life. They've achieved everything that you could have ever dreamt of. But ਫਿਰ ਵੀ ਉਹਨਾਂ ਦੀ ਲਾਈਫ ਦੇ ਵਿੱਚ ਕ੍ਰਾਈਸਿਸ ਕਿਉਂ ਹੈ? ਕਿਉਂ ਉਹਨਾਂ ਦੇ ਮਤਲਬ ਕੀ ਕਹਦਾ, ਕਿਉਂ ਉਹ ਦੁਖੀ ਨੇ? ਉੱਥੇ ਆ ਕੇ ਫਿਰ ਤੁਹਾਨੂੰ ਸਪਿਰਿਚੁਅਲ ਜਿਹੜੀ ਸਰਚ ਹੈ ਉਹ ਆ ਕੇ ਤੁਹਾਨੂੰ ਮਦਦ ਕਰਦੀ ਹੈ, ਜਿਹੜਾ ਕਿ ਤੁਹਾਡਾ ਇੱਕ ਅਲਟੀਮੇਟ ਲਾਈਫ ਦਾ ਏਮ ਹੈ, ਟੂ ਰਿਅਲਾਈਜ਼ ਯੋਰ ਓਨ ਸੈਲਫ। ਤੇ ਮੈਨੂੰ ਲੱਗਦਾ ਹੈ ਜੇ ਉਹਨੂੰ ਸੱਚੀ ਮੁੱਚੀ ਅਸੀਂ ਮਤਲਬ ਇੰਨੀ ਜ਼ਿਆਦਾ ਐਸਟਿਊਟਲੀ, ਇੰਨੀ ਜ਼ਿਆਦਾ ਅਟੈਂਟਿਵਲੀ ਜੇ ਅਸੀਂ ਉਹਨੂੰ ਐਕਸੈਸ ਕਰ ਲਈਏ ਤੇ ਵੈਸੇ ਸਾਨੂੰ ਕੋਈ ਡੋਮੀਨੇਟ ਕਰ ਵੀ ਨਹੀਂ ਸਕਦਾ। ਸਾਨੂੰ ਕੋਈ ਉਹ ਇੰਨੇ ਆਸਾਨੀ ਨਾਲ ਕੋਈ ਕੰਟਰੋਲ ਕਰ ਵੀ ਨਹੀਂ ਸਕਦਾ। once I recuperate, once I recover my intuition, once I develop my consciousness, ਤੇ ਉਹ ਬਸ ਇੱਕ ਉਹਦੇ ਇੱਥੇ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ। ਦੇਖੋ ਬੁੱਧਿਜ਼ਮ ਵਿੱਚ ਨਾ ਡਿਫਰੈਂਟ ਉਹ ਯਾਨ ਹੈਗੇ ਨੇ, ਜਿਸ ਤਰ੍ਹਾਂ ਹੀਨਯਾਨ, ਮਹਾਯਾਨ ਤੇ ਫਿਰ ਵਜਰਯਾਨ। ਤੇ ਉਹ ਹੀਨਯਾਨ ਤੇ ਮਹਾਯਾਨ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਗਿਆ, ਔਰਤ ਦੀ ਜਿਹੜੀ ਪੋਜੀਸ਼ਨ ਹੈ ਉਹ ਨੀਵੀਂ ਦੱਸੀ ਗਈ ਹੈ, ਮੰਕਸ ਦੀ ਜ਼ਿਆਦਾ ਹਾਇਰ ਹੈ, ਯੂ ਨੋ, ਨਨਸ ਦੀ ਉਨੀ ਨਹੀਂ। ਪਰ ਵਜਰਯਾਨ ਦੇ ਵਿੱਚ ਜਿਹੜਾ ਮੰਕ ਵੀ ਹੈਗਾ ਵੇ ਉਹ ਔਰਤ ਨੂੰ ਮੱਥਾ ਟੇਕਦਾ ਵੇ, ਔਰਤ ਦੇ ਕੋਲੋਂ ਸਿੱਖਦਾ ਵੇ। Woman is the teacher. So when you go to the highest level, ਉੱਥੇ you know, woman as a mother or even as a woman, she emerges as a teacher, as the most compassionate human being, ਜਿਹਦੇ ਕੋਲੋਂ ਮਰਦ ਸਿੱਖਦੇ ਨੇ ਸਾਰੇ ਜਣੇ।
ਬਿਲਕੁਲ ਏਦਾਂ ਕਹਿਣ ਨੂੰ ਤਾਂ ਇੱਥੇ ਆਮ ਸਮਾਜ ਵਿੱਚ ਵੀ ਬਥੇਰਾ ਕਿਹਾ ਜਾਂਦਾ ਹੈ ਕਿ ਔਰਤ ਜਨਨੀ ਦੇਵੀ, ਪਰ ਉਹ ਸਭ ਕੁਝ ਬੜਾ ਇੱਕ ਡੈਕੋਰੇਸ਼ਨ ਵਾਸਤੇ, ਉਹ ਫਰਦਰ ਮਤਲਬ ਉਹਨੂੰ ਉਹਦੀ ਹੈਜਮਨੀ ਨੂੰ ਹੀ ਕੋਰੋਬੋਰੇਟ ਕਰਨ ਦੇ ਕੰਮ ਆਉਂਦਾ ਹੈ। ਪਰ ਮੈਂ ਤੁਹਾਨੂੰ ਇਹ ਕਹੂੰਗੀ ਕਿ ਇਹ ਜਿਹੜਾ ਤੁਸੀਂ ਰਿਚੁਅਲ ਦੱਸ ਰਹੇ ਹੋ ਜਾਂ ਇਹ ਜਿਹੜੀ ਅੰਡਰਸਟੈਂਡਿੰਗ ਆ, ਇਹ ਇੱਕ ਕਮਿਊਨਿਟੀ ਦੀ ਅੰਡਰਸਟੈਂਡਿੰਗ ਹੈ ਨਾ, ਉਹਨਾਂ ਅਮੰਗਸਟ ਦੋਜ਼ ਮੰਕਸ। ਪਰ ਹੁਣ ਯੈਸ ਹਰ ਕੋਈ ਸੁਸਾਇਟੀ ਵਿੱਚ ਬੁੱਧਿਜ਼ਮ ਨੂੰ ਐਮਬਰੇਸ ਨਹੀਂ ਕਰੂਗਾ, ਉਹ ਹਾਂ ਵਜਰਯਾਨ ਤੱਕ ਨਹੀਂ ਪਹੁੰਚੂਗਾ। ਹਾਲਾਂਕਿ ਬਿਲਕੁਲ ਉਹਦੀ ਇੱਕ ਸਟ੍ਰੈਂਡ, ਉਹਦੀ ਇੱਕ ਅੰਡਰਸਟੈਂਡਿੰਗ ਕਿਸੇ ਵੀ ਔਰਤ ਨੂੰ ਮਦਦ ਕਰ ਸਕਦੀ ਹੈ। ਤੋ ਮੈਨੂੰ ਇੱਕ ਮੇਰਾ ਕੁਐਸਚਨ ਇਹ ਹੈ ਰੇਣੂਕਾ ਜੀ ਕਿ ਹਾਂਜੀ ਇਸ ਅੰਡਰਸਟੈਂਡਿੰਗ ਨੂੰ, ਜੋ ਕਿ ਹਮ ਵਿਚ ਇਜ਼ ਐਕਚੁਅਲੀ ਨਾਟ ਐਕਸਕਲੂਸਿਵ ਟੂ, ਇਟ ਸ਼ੁੱਡ ਨਾਟ ਬੀ ਐਕਸਕਲੂਸਿਵ ਟੂ ਵਜਰਯਾਨ, ਨੋ ਮਤਲਬ ਮੈਨੂੰ ਮਤਲਬ ਇਦਾਂ ਦਾ ਹੋਣ ਵਾਸਤੇ ਕਿ ਮੈਨੂੰ ਆਪਣਾ ਕੰਪੈਸ਼ਨ ਰਿਕਵਰ ਕਰਾਂ, ਜੋ ਮੇਰਾ ਮੌਲਿਕ ਇੱਕ ਇਨਸਾਨ ਹੋਣ ਦੇ ਨਾਤੇ ਹੈ, ਜੋ ਮੇਰੇ ਗੁਣ ਸੀ ਜੋ ਕਿ ਮੈਂ ਖੋ ਦਿੱਤੇ ਉਸ ਏਲੀਏਨੇਸ਼ਨ ਕਰਕੇ। ਪਰ ਯਾ ਮੈਨੂੰ ਇਹ ਦੱਸੋ ਜਿਹੜੀਆਂ ਔਰਤਾਂ ਉਹ ਸਪਿਰਿਚੁਅਲਿਟੀ ਦੀ ਉਹਨਾਂ ਟ੍ਰੈਡੀਸ਼ਨਸ ਵਿੱਚ ਨਹੀਂ ਜਾ ਸਕਦੀਆਂ, ਜਿੱਦਾਂ ਤੁਸੀਂ ਦੇਖੋ ਪੰਜਾਬ ਦੇ ਵਿੱਚ ਤਾਂ ਇਦਾਂ ਦੀਆਂ, ਉਹ ਸਾਡੇ ਵਾਤਾਵਰਣ ਦੇ ਵਿੱਚ ਤੇ ਇਦਾਂ ਦੀਆਂ ਟ੍ਰੈਡੀਸ਼ਨਸ ਹੁਣ ਨਾ ਦੇ ਬਰਾਬਰ ਹੀ ਨੇ, ਐਕਸੈਪਟ ਕਿ ਜਿਹੜੀ ਬਿਲਕੁਲ ਕੰਟੈਂਪਰੇਰੀ ਸਪਿਰਿਚੁਅਲ ਇੰਡਸਟਰੀ ਆ, ਜਿਹੜੀ ਕਾਫੀ ਡਿਲਿਊਟ ਕਰਕੇ ਇਹਨਾਂ ਟ੍ਰੈਡੀਸ਼ਨਸ ਨੂੰ ਲੋਕਾਂ ਦੇ ਸਾਹਮਣੇ ਬਾਈਟ ਸਾਈਜ਼ ਕਰਕੇ ਰੱਖ ਵੀ ਰਹੀ ਆ, ਉਹਨਾਂ ਨੂੰ ਬੜਾ ਸੈਨੀਟਾਈਜ਼ ਯਾ ਕਰਕੇ, ਬੜਾ ਪੀਪਲ ਫਰੈਂਡਲੀ ਬਣਾ ਕੇ, ਬੜੇ ਇਦਾਂ ਦੇ ਸਕੂਲਸ, ਬੜੇ ਇਦਾਂ ਦੇ ਸਪਿਰਿਚੁਅਲ ਸਕੂਲਸ ਜਿਹੜੇ ਸੀ ਪਿਛਲੇ ਸਾਲਾਂ ਵਿੱਚ ਬੜੀ ਮਸ਼ਰੂਮਿੰਗ ਗਰੋਥ ਉਹਨਾਂ ਦੀ ਹੋਈ ਆ। ਸੋ ਮੇਰਾ ਮਤਲਬ ਮੇਰੀ ਇਹ ਜਿਗਿਆਸਾ ਹੈ ਕਿ ਇਹੋ ਜੀ ਜਿਹੜੀ ਇਕੁਐਲਿਟੀ, ਇਹੋ ਜੀ ਇਕੁਇਟੀ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਜੇ ਕੋਈ ਬੁੱਧਿਸਟ ਨਹੀਂ ਹੈ, ਜੇ ਉਹ ਵਜਰਯਾਨ ਨੂੰ ਐਕਸੈਸ ਨਹੀਂ ਕਰ ਸਕਦਾ, ਤੇ ਅਸੀਂ ਇਸ ਸੋਚ ਨੂੰ ਫਿਰ ਵਿਆਪਕ ਸਮਾਜ ਵਿੱਚ ਮਤਲਬ ਕਿਵੇਂ ਇਹਨੂੰ ਟਰੈਵਲ ਕਰਵਾਈਏ? ਇੱਥੇ ਮੈਂ ਇਹ ਕਹਿਣਾ ਚਾਹਾਂਗੀ, ਜਿਸ ਤਰ੍ਹਾਂ ਕਿ ਮਾਰਕਸ ਨੇ ਵੀ ਕਿਹਾ ਕਿ ਜਿਹੜੀ ਕੌਨਸ਼ੀਅਸਨੈਸ ਹੈ ਨਾ, ਤੁਸੀਂ ਕਿਸੇ ਦੇ ਵਿੱਚ ਇੰਜੈਕਟ ਨਹੀਂ ਕਰ ਸਕਦੇ ਹੋ। ਇਹ ਤੁਹਾਡੇ ਜਦ ਤੱਕ ਆਪਣੇ ਅੰਦਰੋਂ ਪੀੜ ਨਹੀਂ ਨਾ ਸ਼ੁਰੂ ਹੁੰਦੀ ਹੈ, ਇਹ ਪੈਂਗਸ ਨਹੀਂ ਸ਼ੁਰੂ ਹੁੰਦੀਆਂ, ਸਪਿਰਿਚੁਅਲ ਪੈਂਗਸ, ਉਨੀ ਦੇਰ ਤੱਕ ਤੁਹਾਡੀ ਡਿਵੈਲਪਮੈਂਟ ਨਹੀਂ ਹੋਏਗੀ। ਔਰ ਇਹ ਕਦੋਂ ਹੋਏਗੀ, ਤੁਹਾਡੀ ਜ਼ਿੰਦਗੀ ਵਿੱਚ ਕਿਹੜਾ ਐਕਸਪੀਰੀਅੰਸ ਤੁਹਾਨੂੰ ਉੱਥੇ ਲੈ ਕੇ ਜਾਏਗਾ, ਇਹ ਕਹਿਣਾ ਮੁਸ਼ਕਿਲ ਹੈ। ਇਹ ਸਾਰੀਆਂ ਚੀਜ਼ਾਂ ਬਾਰੇ ਮੈਂ ਪੜ੍ਹਿਆ ਸੀ, ਜਿਸ ਤਰ੍ਹਾਂ ਮੈਂ ਪਹਿਲੇ ਕਹਿ ਰਹੀ ਹਾਂ, ਮੈਂ ਦੇਖਦੀ ਆਈ, ਪਰ ਮੇਰੇ ਤੇ ਕੋਈ ਅਸਰ ਨਹੀਂ ਹੋਇਆ। ਪਰ ਜਦੋਂ ਮੈਂ ਖੁਦ MA ਸਟੂਡੈਂਟ ਹੋਈ, ਮੇਰਾ ਖੁਦ ਦਾ ਕ੍ਰਾਈਸਿਸ ਆਇਆ, ਫਿਰ ਜਾ ਕੇ ਮੈਂ ਇੱਕਦਮ ਜਾਗੀ, ਤੇ ਫਿਰ ਮੇਰੀ ਸਾਰੀ ਐਕਚੁਅਲੀ ਜਰਨੀ ਉਹ ਸ਼ੁਰੂ ਹੋਈ। ਤੇ ਇਹ ਮੈਂ ਕਹਾਂਗੀ ਕਿ ਜਿਹੜਾ ਆਰਗੇਨਾਈਜ਼ਡ ਰਿਲੀਜਨ ਹੈਗਾ ਵੇ, ਜਿੱਥੇ ਕਿ ਔਰਤ ਦੀ ਐਕਸਪਲੋਇਟੇਸ਼ਨ ਵੀ ਹੋ ਰਹੀ ਹੈ, ਮੈਂ ਇੱਥੋਂ ਤੱਕ ਕਹਿਣਾ ਚਾਹਾਂਗੀ, ਆਰਗੇਨਾਈਜ਼ਡ ਰਿਲੀਜਨ ਦੇ ਵਿੱਚ ਉਹਦੇ ਕੋਲੋਂ ਬਚਣਾ ਚਾਹੀਦਾ। ਹਾਂ ਔਰ ਕੀ ਕਹਦਾ ਵੇ, ਆਪਣੀ ਜ਼ਿੰਦਗੀ ਵਾਸਤੇ ਥੋੜੀ ਜਿਹੀ ਜ਼ਿੰਮੇਵਾਰੀ ਲੈਣ ਦੀ ਲੋੜ ਹੈ ਔਰਤ ਨੂੰ, ਜਿੱਥੇ ਕਿ ਉਹ ਆਪਣੇ ਜਿਹੜੇ ਉਹਦੇ ਐਕਸ਼ਨਸ ਨੇ ਉਹਨਾਂ ਨੂੰ ਸਮਝੇ ਕਿ ਜੋ ਉਹ ਕਰ ਰਹੀ ਹੈ ਉਹ ਕਿਉਂ ਕਰ ਰਹੀ ਹੈ, ਔਰ ਕੀ ਕਹਦਾ ਵੇ ਕਿੱਥੇ ਜਾਣਾ ਚਾਹੁੰਦੀ ਹੈ। ਇਹ ਪ੍ਰਸ਼ਨ ਜਿੰਨੀ ਦੇਰ ਤੱਕ ਤੁਹਾਡੇ ਅੰਦਰੋਂ ਫਿਲੋਸੋਫੀਕਲ ਇਨਕੁਆਇਰੀ ਜਾਂ ਸਪਿਰਿਚੁਅਲ ਪੈਂਗਸ ਨਹੀਂ ਪੈਦਾ ਹੁੰਦੇ, ਮੈਨੂੰ ਲੱਗਦਾ ਕਿ ਤੁਸੀਂ ਇਹ ਕਿਸੇ ਵਿੱਚ ਇੰਜੈਕਟ ਨਹੀਂ ਕਰ ਸਕਦੇ, ਔਰ ਨਾ ਹੀ ਇਹ ਫੋਰਸ ਕੀਤੀ ਜਾਣੀ ਚਾਹੀਦੀ ਇਹ ਚੀਜ਼ ਮੇਰੇ ਮੁਤਾਬਿਕ। ਯੂ ਕੈਨ ਓਨਲੀ ਸੈਟ ਐਨ ਐਗਜ਼ਾਮਪਲ and let others see, let them explore. ਅਸੀਂ ਕੋਈ ਨਵਾਂ ਰਿਲੀਜਨ ਨਹੀਂ ਪੈਦਾ ਕਰਨਾ, ਅਸੀਂ ਕੋਈ ਨਵਾਂ ਹੋਰ ਸੈਕਟ ਨਹੀਂ ਪੈਦਾ ਕਰਨਾ, ਪਰ ਅਸੀਂ ਇੱਕ ਐਗਜ਼ਾਮਪਲ ਸੈੱਟ ਕਰ ਸਕਦੇ ਹਾਂ। ਜਿਸ ਤਰ੍ਹਾਂ ਫੂਕੋ ਕਹਿੰਦਾ ਹੋਵੇ ਕਿ ਤੁਸੀਂ ਰੈਵੋਲੂਸ਼ਨ ਤੇ ਲਿਆ ਨਹੀਂ ਸਕਦੇ, ਤੁਹਾਡੀ ਰੈਜ਼ਿਸਟੈਂਸ ਜਿਹੜੀ ਹੈ ਉਹ ਛੋਟੇ ਛੋਟੇ ਲੈਵਲ ਤੋਂ ਹੀ ਵੱਧਦੀ ਹੈ, ਫਿਰ ਜਾ ਕੇ ਤਬਦੀਲੀ ਆਉਂਦੀ ਹੈ। ਬਿਲਕੁਲ ਬਿਲਕੁਲ, ਕਿਉਂਕਿ ਕਦੇ ਨਾ ਕਦੇ ਤਾਂ ਫਿਰ ਸਾਡੇ ਆਸ-ਪਾਸ ਦੇ ਲੋਕ, ਜਦੋਂ ਅਸੀਂ ਇੱਕ ਵਾਰੀ ਵੀ ਰੈਜ਼ਿਸਟ ਕਰਦੇ ਹਾਂ, ਤੇ ਨਾਲ ਦੀਆਂ ਔਰਤਾਂ ਇੱਕ ਦਿਨ, ਇੱਕ ਵਾਰ ਨਹੀਂ, 2 ਵਾਰ ਨਹੀਂ, 10 ਵਾਰ ਨਹੀਂ, ਕਦੇ ਤਾਂ ਉਸ ਗੱਲ ਦੇ ਪ੍ਰਤੀ ਅਵੇਕਨ ਹੁੰਦੀਆਂ ਹੀ ਹੈ ਕਿ ਬਈ ਉਸ ਵੇਲੇ ਕਰਨਾ ਮੈਂ ਵੀ ਇਹੀ ਚਾਹੁੰਦੀ ਸੀ, ਪਰ ਮੈਂ ਨਹੀਂ ਕੀਤਾ, ਮੇਰੇ ਨਾਲ ਕਿਸੇ ਨੇ ਉਹਨੂੰ ਕੀਤਾ, ਔਰ ਐਂਡ ਇਟ ਮੇਡ ਆਲ ਦਾ ਡਿਫਰੈਂਸ। ਸੋ ਇਹ ਹੈ, ਪਰ ਇਹਦੇ ਨਾਲ ਹੁਣ ਦੂਸਰੀ ਗੱਲ ਮੋਨਿਕਾ ਜੀ ਇਹ ਵੇ ਕਿ ਲਾਈਫ ਦੇ ਵਿੱਚ ਜੋ ਵੀ ਔਰਤ ਆਪਣਾ ਚੋਇਸ ਕਰਦੀ ਹੈ, ਉਹਦੇ ਵਾਸਤੇ ਉਹਨੂੰ ਉਹਦੀ ਕੀਮਤ ਵੀ ਨਾਲ ਜ਼ਰੂਰ ਅਦਾ ਕਰਨੀ ਪੈਂਦੀ ਹੈ। ਮੈਂ ਇਹ ਵੀ ਕਹਿਣਾ ਚਾਹਾਂਗੀ,
You have to pay a price for what you want in life. So a woman should be prepared for it. Yeah. ਬੰਦੇ ਦੀ ਵੀ ਇਹੀ ਕਹਾਣੀ ਹੈ, ਪਰ ਔਰਤ ਦੀ ਵੀ ਫਿਰ ਇਹ ਹੈ। ਤੇ ਔਰਤ ਇਹ ਨਾ ਕਵੇ ਕਿ ਨਹੀਂ ਜੀ ਮੈਨੂੰ ਇਸ ਤਰ੍ਹਾਂ ਸਾਰਾ ਕੁਝ ਸਹਿਣਾ ਪਿਆ ਵੇ। ਸਹਿਣਾ ਤੇ ਪੈਂਦਾ, ਹਰ ਲਾਈਨ ਦੇ ਵਿੱਚ ਤੁਹਾਨੂੰ ਸਹਿਣਾ ਪੈਂਦਾ। ਤੁਸੀਂ ਕਿਤੇ ਅਗਰ ਉੱਥੇ ਸਵਾਲ ਇਹ ਹੋ ਜਾਂਦਾ ਨਾ ਕਿ ਇੱਕ ਬੰਦਾ ਹੁੰਦਾ ਜਿਹੜਾ ਮਤਲਬ ਜਿਹੜੀ ਸਿਚੁਏਸ਼ਨ ਉਹਨੇ ਕ੍ਰੀਏਟ ਨਹੀਂ ਕੀਤੀ ਉਹਦੇ ਕਰਕੇ ਉਹਨੇ ਭੁਗਤਿਆ। ਇੱਕ ਹੁੰਦਾ ਹੈ ਕਿ ਬੰਦੇ ਨੇ ਆਪਣੇ ਹੱਕ ਵਿੱਚ ਆਪਣੇ ਪੱਖ ਵਿੱਚ ਸਿਸਟਮ ਵਰਤਿਆ, ਪਰ ਤਾਂ ਵੀ ਉਹਨੂੰ ਵੀ ਉਹਦੇ ਕੌਨਸੀਕੁਐਂਸਿਸ ਬੀਅਰ ਕਰਨੇ ਪੈਂਦੇ ਨੇ। ਪਰ ਔਰਤਾਂ ਦੇ ਵਿੱਚ ਇਹ ਥੋੜਾ ਜ਼ਿਆਦਾ ਇਸ ਕਰਕੇ ਹੋ ਜਾਂਦਾ ਕਿਉਂਕਿ ਇਹ ਉਹਦੇ ਚੁਣੇ ਹੋਏ ਕ੍ਰਾਈਸਿਸ ਨਹੀਂ ਹੁੰਦੇ। ਬਹੁਤ ਹੱਦ ਤੱਕ ਇਹ ਉਹਦੀਆਂ ਚੁਣੇ ਹੋਏ ਸੰਘਰਸ਼ ਨਹੀਂ ਹੁੰਦੇ। ਸੰਘਰਸ਼ ਤਾਂ ਫਿਰ ਵੀ ਰਹਿਣਗੇ, ਗਲਤੀਆਂ ਫਿਰ ਵੀ ਹੋਣਗੀਆਂ। ਜੇ ਸਾਨੂੰ ਸਾਡੇ ਸਾਹਮਣੇ ਕੋਈ ਬੜੀ ਇਮੈਂਸੀਪੇਟਿਡ ਲਿਬਰੇਟਿਡ ਵੂਮਨ ਵੀ ਹੋਏਗੀ, she will also err at times, she will also make wrong choices, ਪਰ ਉਹ ਫਰਕ ਹੋਏਗਾ ਤੁਹਾਡੀਆਂ ਆਪਣੀ ਚੇਤਨਾ ਚੋਂ ਗਲਤੀ ਕਰਨਾ, ਅਪਰਾਧ ਵੀ ਕਰਨਾ। ਉਸ ਬਹੁਤ ਲੋਕ ਫੈਮਿਨਿਜ਼ਮ ਨੂੰ ਏਦਾਂ ਬੜਾ ਗਲਤ ਸਮਝਦੇ ਨੇ। ਜਦੋਂ ਕੋਈ ਔਰਤ ਮੰਨ ਲਓ ਕ੍ਰਾਈਮ ਕਰਦੀ ਹੈ ਤੇ ਉਹ ਲੋਕੀ ਬੜੀ ਵਿਚਾਰ ਪਾਉਂਦੇ ਆ ਕਿ ਹੁਣ ਤੁਸੀਂ ਇਹਦੇ ਨਾਲ ਵੀ ਇਸ ਕਰਕੇ ਖੜੋਗੇ ਕਿਉਂਕਿ ਔਰਤ ਹੈ। ਤੇ ਉਹਨਾਂ ਨੂੰ ਇਹ ਸਮਝਾਉਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਨਹੀਂ ਹੁੰਦਾ ਕਿ ਔਰਤਾਂ ਗਲਤੀ ਨਹੀਂ ਕਰ ਸਕਦੀਆਂ, ਔਰਤਾਂ ਅਪਰਾਧ ਨਹੀਂ ਕਰ ਸਕਦੀਆਂ, ਜਾਂ ਔਰਤਾਂ ਜਿਹੜੀਆਂ ਉਹ ਗਲਤੀ ਕਰਨ ਤੋਂ ਕਿਤੇ ਤੇ ਬਿਯੋਂਡ ਨੇ। ਉਹ ਸਵਾਲ ਨਹੀਂ ਆ। ਸਵਾਲ ਇਹ ਹੈ ਕਿ ਜਿਹੜੀਆਂ ਗਲਤੀਆਂ ਅਸੀਂ ਕਰ ਰਹੇ ਹਾਂ, ਜਿਹੜੀਆਂ ਅਸੀਂ ਚੁਆਇਸ ਕਰ ਰਹੇ ਹਾਂ, ਉਹ ਸਾਡੀ ਆਪਣੀ ਚੁਣੀ ਹੋਈ ਹੈ ਕਿ ਨਹੀਂ, ਸਾਡੀ ਸਬਜੈਕਟਿਵਿਟੀ ਮਤਲਬ ਉਹਦੇ ਤੋਂ ਆ ਰਹੀ ਹੈ ਕਿ ਨਹੀਂ। ਮੈਂ ਇੱਕ ਜਦੋਂ ਤੁਹਾਡੇ ਪੂਰੀ ਅਵੇਅਰਨੈਸ ਨਾਲ ਕਰ ਰਹੇ ਹਾਂ, ਅਵੇਅਰ ਮਾਈਂਡਫੁਲਨੈਸ ਨਾਲ। ਬਿਲਕੁਲ। ਔਰਤਾਂ ਦੇ ਵਿੱਚ ਦੇਖੋ ਓਦਾਂ ਭਲੇ ਹੀ ਉਹ ਬੜਾ ਆਪਣੇ ਬੱਚਿਆਂ ਦੇ ਪ੍ਰਤੀ, ਕਿਉਂਕਿ ਉਹਨਾਂ ਦੇ ਨਾਲ ਉਹ ਇੰਨਾ ਪ੍ਰੋਫਾਊਂਡਲੀ ਇੰਗੇਜਡ ਹੁੰਦੀਆਂ। ਦੇਖੋ ਅਕਸਰ ਉਹ ਕਹਿੰਦੀਆਂ ਨਾ ਕਿ ਬੱਚੇ ਦੇ ਨਾਲ ਕੁਛ ਮਾੜਾ ਵੀ ਹੋਣਾ ਹੋਵੇ ਤੇ ਮਾਂ ਬੁੱਝ ਲੈਂਦੀ ਹੈ। ਮਤਲਬ ਇੱਕ ਸੈਂਸ ਦੇ ਵਿੱਚ ਬਾਵਜੂਦ ਇੰਨੇ ਕਿਓਸ ਦੇ she has such a profound engagement with the child, with the family, or with her intimate relations, ਕਿ ਉਹ ਬੁੱਝ ਲੈਂਦੀ ਹੈ। ਪਰ ਉਹ ਦੇਖੋ ਬੁੱਝ ਲੈਂਦੀ, ਦੂਜਿਆਂ ਦੇ ਪ੍ਰਤੀ ਬੁੱਝ ਲੈਂਦੀ ਹੈ, ਪਰ ਆਪਣੇ ਪ੍ਰਤੀ ਕਈ ਵਾਰੀ ਉਹ ਸੁਚੇਤ ਨਹੀਂ ਹੁੰਦੀ ਕਿਉਂਕਿ ਉਹਦੀ ਆਪਣੇ ਆਪ ਨਾਲ ਉਹਦੀ ਇੰਗੇਜਮੈਂਟ ਜਿਹੜੀ ਹੈ ਨਾ ਉਹ ਘੱਟ ਰਹਿੰਦੀ ਆ। ਉਹ ਆਪਣੀ ਵੈਲੀਡੇਸ਼ਨ ਰਿਸ਼ਤਿਆਂ ਤੋਂ ਹੀ ਡਰਾ ਕਰਦੀ ਹੈ। ਸੋ ਮੈਨੂੰ ਲੱਗਦਾ ਇਹਦੇ ਵਿੱਚ ਔਰਤਾਂ ਨੂੰ ਇੱਕ ਇਹ ਵੀ ਤੇ ਨਾ ਉਹਨਾਂ ਨੂੰ ਸੋਸ਼ਲਾਈਜ਼ ਹੀ ਇਸ ਤਰ੍ਹਾਂ ਕੀਤਾ ਗਿਆ, ਵੱਡਾ ਹੀ ਇਸ ਤਰ੍ਹਾਂ ਕੀਤਾ ਗਿਆ ਕਿ ਤੁਸੀਂ ਪਹਿਲੇ ਅਗਲਿਆਂ ਦਾ ਖਿਆਲ ਜ਼ਿਆਦਾ ਰੱਖੋ, ਆਪਣੇ ਬਾਰੇ ਬਾਅਦ ਚ ਸੋਚੋ। ਇੱਕ ਇਹ ਵੀ ਹੈ ਵੇ ਕਿ ਔਰਤ ਨੂੰ ਲੱਗਦਾ ਕਿ ਹਾਂ ਮੈਨੂੰ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਧਿਆਨ ਰੱਖਣਾ, ਹੀਲਰ ਹੀਲਿੰਗ ਜਿਹੜੀ ਹੈ ਉਹ ਮੈਨੂੰ ਹੀ ਕਰਨੀ ਹੈ। ਉਹ ਸਾਰੀ ਜਿਹੜੀ ਕੈਪੈਸਿਟੀ ਹੈ ਨਾ ਔਰਤ ਦੀ, ਉਹ ਸੋਸ਼ਲਾਈਜ਼ ਸਾਨੂੰ ਇਸ ਤਰ੍ਹਾਂ ਕੀਤਾ ਗਿਆ ਵਾ। ਤੇ ਅਸੀਂ ਫਿਰ ਉਹ ਵਿਕਟਿਮ ਹੁੱਡ ਤੋਂ ਕਿਸ ਤਰ੍ਹਾਂ ਨਿਕਲਣਾ ਵੇ, ਇਹ ਅਸੀਂ ਆਪਣੇ ਵਾਸਤੇ ਇੱਕ ਆਪਣਾ ਪਾਥ ਚੁਣਨਾ ਵੇ। ਅੱਛਾ, ਮੈਂ ਤੁਹਾਡੀਆਂ ਕਿਤਾਬਾਂ ਜਦੋਂ ਦੇਖ ਰਹੀ ਸੀ ਉਹਦੇ ਵਿੱਚ ਇੱਕ ਕਿਤਾਬ, ਹਾਲਾਂਕਿ ਕਾਫੀ ਪੁਰਾਣੀ ਕਿਤਾਬ ਆ, ਉਹ ਕਰੀਬਨ 40 ਸਾਲ ਪੁਰਾਣੀ ਤੁਹਾਡੀ ਕਿਤਾਬ ਹੈ, ਉਹ ਓਪਰੈਸ਼ਨ ਆਫ ਵਿਮਨ ਬਾਈ ਵਿਮਨ। ਇਹ ਬੜੀ ਮਤਲਬ ਫੈਮਿਲੀ ਡਿਸਕੋਰਸ ਵਿੱਚ ਬੜੀ ਜ਼ਿਆਦਾ ਇਹ ਗੱਲ ਚੱਲਦੀ, ਵਿਮਨ ਐਂਟਾਗੋਨਿਜ਼ਮ ਤੇ। ਮਤਲਬ ਤੁਸੀਂ ਮੈਂ ਉਸ ਕਿਤਾਬ ਦੇ ਰੈਫਰੈਂਸ ਤੋਂ ਨਾ ਸਹੀ, ਚਲੋ ਉਸ ਤੋਂ ਬਾਅਦ ਵੀ 40 ਸਾਲ ਗੁਜ਼ਰ ਗਏ। ਮੈਂ ਹੁਣ ਤੁਹਾਨੂੰ 40 ਸਾਲਾਂ ਬਾਅਦ ਪੁੱਛਦੀ ਹਾਂ ਕਿ ਜੋ ਉਸ ਕਿਤਾਬ ਵਿੱਚ ਤੁਹਾਡਾ ਥੀਸਿਸ ਜੋ ਵੀ ਸੀ, ਕੀ ਤੁਸੀਂ ਸੱਚੀ ਮਹਿਸੂਸ ਕਰਦੇ ਹੋ ਕਿ ਮਤਲਬ does something like women antagonism exist or it is also merely a patriarchal tactic? ਮਤਲਬ ਕਿਉਂਕਿ ਇਹਦਾ ਟਾਈਟਲ ਬੜਾ ਇੰਟਰੀਗ। ਦੇਖੋ ਉਦੋਂ ਮੈਂ ਆਪਣੀ PhD ਕਰ ਰਹੀ ਸੀ, ਜਦੋਂ ਇਹ ਮੈਂ ਰਿਸਰਚ ਕੀਤੀ ਤੇ ਮੈਨੂੰ ਲੱਗਿਆ ਕਿ ਇਹ ਤੁਸੀਂ ਜਿਹੜਾ ਹਿੰਦੁਸਤਾਨੀ ਸਮਾਜ ਹੈ ਉਹਦੇ ਵਿੱਚ ਜਾਓ ਤੇ ਜਿਹੜੀ ਪ੍ਰੋਬਲਮ ਆ ਰਹੀ ਸੀ, ਔਰਤਾਂ ਜਿਹੜੀਆਂ ਐਕਸਪ੍ਰੈਸ ਕਰ ਰਹੀਆਂ ਸੀ, ਉਹ ਇਹਦੇ ਬਾਰੇ ਜ਼ਿਆਦਾ ਕਰ ਰਹੀਆਂ ਸੀ ਕਿ ਬੰਦੇ ਦੇ ਪ੍ਰਤੀ ਤੇ ਉਹਨਾਂ ਨੂੰ ਕੋਈ ਸ਼ਿਕਵਾ ਨਹੀਂ ਸੀ, ਜਾਂ ਆਪਣੇ ਨੂੰਹ ਦੇ ਬਾਰੇ ਜਾਂ ਸੱਸ ਦੇ ਬਾਰੇ ਜਾਂ ਨਨਾਣ ਬਾਰੇ ਜਾਂ ਮਾਵਾਂ ਧੀਆਂ ਦੇ ਵਿੱਚ ਵੀ ਰਿਸ਼ਤੇ ਦੇ ਵਿੱਚ ਪ੍ਰੋਬਲਮ ਸੀ, ਜਾਂ ਜਿਹੜੀਆਂ ਵੂਮਨ ਮੇਡ ਸਰਵੈਂਟਸ ਔਰ ਵੂਮਨ ਮਿਸਟ੍ਰੈਸਸ ਹੈਗੀਆਂ ਉਹਨਾਂ ਦੇ ਬਾਰੇ ਉਹ ਸਾਰੇ ਮਤਲਬ ਔਰਤਾਂ ਦੇ ਪ੍ਰਤੀ ਉਹ ਆਪਣਾ ਗਿਲਾ ਸ਼ਿਕਵਾ ਐਕਸਪ੍ਰੈਸ ਕਰ ਰਹੀਆਂ ਸਨ। ਤੇ ਫਿਰ ਮੈਂ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ
ਤੇ ਉੱਥੇ ਮੈਂ ਦੇਖਿਆ ਕਿ ਇਹ ਜਿਹੜਾ ਸਾਡੇ ਸਮਾਜ ਵਿੱਚ ਕੰਪੀਟੀਸ਼ਨ ਪੈਦਾ ਕੀਤਾ ਗਿਆ ਨਾ, ਇਹ ਦੋ ਔਰਤਾਂ ਦੇ ਵਿੱਚ ਕੰਪੀਟੀਸ਼ਨ ਪੈਦਾ ਕੀਤਾ ਗਿਆ, ਔਰ ਉਹ ਵੀ ਇਮੋਸ਼ਨਲ ਕੰਪੀਟੀਸ਼ਨ। ਜਦੋਂ ਤੱਕ ਔਰਤ ਆਪਣੀ ਆਈਡੈਂਟਿਟੀ ਨਹੀਂ ਬਣਾਉਂਦੀ ਸਮਾਜ ਵਿੱਚ, ਜਾਂ ਸਿਰਫ ਰਿਸ਼ਤਿਆਂ ਦੇ ਥਰੂ ਹੀ ਆਪਣੀ ਆਈਡੈਂਟਿਟੀ ਬਣਾਉਂਦੀ, ਮਤਲਬ ਉਸ ਘਰ ਦੇ ਵਿੱਚ ਦੇਖੋ ਬੰਦੇ ਦੇ ਰਿਸ਼ਤੇ ਮਤਲਬ ਮੇਲ ਕਿੰਨਾ ਸਿਕਿਉਰ ਆ, ਉਹਦਾ ਆਪਣੇ ਭਰਾ ਨਾਲ ਕੋਈ ਵੈਰ ਨਹੀਂ ਆ, ਉਹਦਾ ਆਪਣੀ ਭਰਜਾਈ ਨਾਲ ਕੋਈ ਵੈਰ ਨਹੀਂ ਆ, ਉਹਦੇ ਮਾਪਿਆਂ ਨਾਲ ਵੀ ਬੜੀ ਬੰਦੀ ਆ, ਉਹਦੇ ਸੱਸ ਸਹੁਰੇ ਨਾਲ ਵੀ ਬਹੁਤ ਬੰਦੀ ਆ। ਉਹਦੇ ਤੁਸੀਂ ਉਹਦੇ ਵਿਜ਼ਾ ਵੀ ਦੇਖੋ, ਇੱਕ ਔਰਤ ਦੀ ਸਾਰੇ ਉਹਦੇ ਨਾ ਸਿਰਫ ਇਹ ਕਿ ਉਹਦੀਆਂ ਜਿਹੜੀ ਸੈਕਸ਼ੂਅਲ ਚੁਆਇਸ ਉਹਦਾ ਉਹ ਸਾਰਾ ਕੁਝ ਬਹੁਤ ਲਿਮਿਟਿਡ ਕਰ ਦਿੱਤਾ ਗਿਆ ਥਰੂ ਇੰਸਟੀਟਿਊਸ਼ਨ ਆਫ ਮੈਰਿਜ, ਤੇ ਉਹਦੇ ਵਾਸਤੇ ਮੋਨੋਗੇਮੀ ਜਿਹੜੀ ਸੀ ਉਹ ਦੈਟ ਵਾਸ ਹੋਲ ਪ੍ਰੈਕਟਿਸ। ਤੇ ਉਹਦੇ ਦੋਹਰਾ ਜਿਹੜਾ ਉਹਦੇ ਤੇ ਜਿਹੜਾ ਉਤਪੀੜਨ ਹੋਇਆ ਇਸ ਗੱਲ ਦਾ ਹੋਇਆ, ਉਹਦੇ ਵਿਮਨ ਰਿਲੇਸ਼ਨਸ਼ਿਪਸ ਕਿੰਨੇ ਕਮਜ਼ੋਰ ਕਰ ਦਿੱਤੇ ਗਏ ਹੈ ਨਾ, ਉਹਨੂੰ ਕਿਵੇਂ ਉਹਦੀ ਰਿਵੈਲਰੀ ਉਹ ਕ੍ਰੀਏਟ ਕੀਤੀ। ਮੈਂ ਖੁਦ ਇਹ ਬੜਾ ਮਹਿਸੂਸ ਕਰਦੀ ਸੀ। ਦੇਖੋ ਬੰਦਾ ਘਰੋਂ ਜਾਂਦਾ, ਉਹਨੂੰ ਕੋਈ ਟੈਨਸ਼ਨ ਨਹੀਂ, ਉਹ ਕਿੰਨਾ ਰਿਲੈਕਸ ਹੋ ਕੇ ਜਾਂਦਾ। ਜਿਹੜੀ ਔਰਤ ਵਿਆਹ ਕੇ ਆਂਦੀ, ਉਹਨੇ ਕਿੰਨੇ ਲੋਕਾਂ ਨਾਲ ਨਜਿੱਠਣਾ, ਸੱਸ ਨਾਲ, ਨਨਾਣਾ ਨਾਲ, ਦਰਾਣੀ ਜਠਾਣੀ ਨਾਲ। ਸੋਚੋ ਉਹਦੀ ਸਾਰੀ ਕ੍ਰੀਏਟਿਵ એનર્ਜੀ, ਉਹਦੀ ਕਿੰਨਾ ਪੋਟੈਂਸ਼ੀਅਲ ਤਾਂ ਉਹਦੇ ਵਿੱਚ ਖੱਪ ਗਿਆ ਕਿ ਮੈਂ ਇਹਨਾਂ ਦੇ ਬਰਾਬਰ, ਇਹਨਾਂ ਦੇ ਨਾਲ ਆਪਣੇ ਆਪ ਨੂੰ ਕਿਵੇਂ ਬਚਾਉਣਾ। ਐਂਡ ਦੈਟ ਇਜ਼ ਹੋਲ ਇਟ ਇਜ਼ ਅ ਕੰਸਟਰਕਟਿਡ ਥਿੰਗ। ਉਹ ਰੀਅਲ ਵੀ ਨਹੀਂ ਆ, ਉਹ ਡਰ, ਉਹ ਇਨਸਿਕਿਉਰਿਟੀ। ਤੇ ਬੰਦੇ ਨੂੰ ਕੋਈ ਫਰਕ ਨਹੀਂ, ਉਹ ਜਿੱਥੇ ਜਾਂਦਾ ਉੱਥੇ ਸਿਕਿਉਰ ਆ। ਉਹਦਾ ਆਪਣੇ ਭਰਾ ਨਾਲ ਕੋਈ ਵੈਰ ਨਹੀਂ, ਉਹਦਾ ਆਪਣੀ ਭੈਣਾਂ ਨਾਲ ਕੋਈ ਵੈਰ ਨਹੀਂ। ਬੰਦੇ ਨੂੰ ਅਸਲ ਦੇ ਵਿੱਚ ਇਮੋਸ਼ਨਲ ਅਟੈਂਸ਼ਨ ਬੜੀ ਚਾਹੀਦੀ ਹੈ। ਤੇ ਉਹਦੇ ਕਾਰਨ ਵੀ ਇਟਸ ਲਾਈਕ ਡਿਵਾਈਡ ਐਂਡ ਰੂਲ ਪਾਲਿਸੀ, ਔਰ ਉਹ ਬੜੇ ਸਟਲ ਢੰਗ ਨਾਲ ਬੰਦੇ ਕਰਦੇ ਨੇ। ਉਹ ਮਾਂ ਦੇ ਕੋਲੋਂ ਵੀ ਸਾਰਾ ਕੁਝ ਲੈ ਲਿੱਤਾ, ਬੀਵੀ ਕੋਲੋਂ ਵੀ ਲੈ ਲਿੱਤਾ, ਬੇਟੀ ਕੋਲੋਂ ਵੀ ਲੈ ਲਿੱਤਾ, ਭੈਣ ਕੋਲੋਂ ਵੀ ਲੈ, ਸਾਰਾ they are pampered, totally attention suckers and totally attention parasites. well I don't know, maybe ਬੰਦਿਆਂ ਨੂੰ ਨਰਚਰ ਕਰਨ ਵਾਸਤੇ ਇਸੇ ਕਾਰਨ ਨਾ ਔਰਤ is a stronger being, ਨੇਚਰ ਨੇ ਉਹਨੂੰ ਇਸ ਤਰ੍ਹਾਂ ਬਣਾਇਆ ਹੋਇਆ। ਪਰ ਤੁਸੀਂ ਸੱਚੀ ਏਦਾਂ ਮੰਨਦੇ? ਮੈਂ ਇਹ ਨਹੀਂ, ਮੈਂ ਆਪਣੇ ਆਪ ਨੂੰ ਇਸ ਗੱਲ ਤੇ ਕਨਵਿੰਸ ਕਰ ਸਕੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਤਲਬ ਔਰਤਾਂ ਨੈਚੁਰਲੀ ਸਟਰੋਂਗ ਹੁੰਦੀਆਂ ਨੇ ਤੇ ਬੰਦੇ ਨੂੰ ਮਤਲਬ ਮੈਂ you know why I'll explain to you biologically ਮੈਨੂੰ ਕਿਉਂ ਲੱਗਦਾ ਕਿ ਔਰਤ ਮਰਦ ਨਾਲੋਂ ਜ਼ਿਆਦਾ ਸਟਰੋਂਗ ਹੈ। ਦੇਖੋ ਜਿਹੜਾ ਬੰਦੇ ਦਾ ਜੀਨ ਪੂਲ ਉਹ XY ਕ੍ਰੋਮੋਸੋਮਸ ਨਾਲ ਬਣਦਾ ਹੈ, ਔਰ ਔਰਤ ਦਾ XX ਨਾਲ ਬਣਦਾ ਹੈ। ਤੇ ਅਗਰ ਬੰਦੇ ਦਾ X ਖਰਾਬ ਹੋ ਜਾਵੇ ਜਾਂ Y ਖਰਾਬ ਹੋ ਜਾਵੇ, ਇੱਕ ਕ੍ਰੋਮੋਸੋਮ, ਤੇ ਉਹ ਕੀ ਕਰਦਾ ਵੇ, ਉਹ ਬਹੁਤ ਕਮਜ਼ੋਰ ਪੈ ਜਾਂਦਾ ਵੇ। ਔਰ ਅਕਸਰ ਇਹ ਹੁੰਦਾ ਹੈ ਔਰਤ ਦਾ 2X ਨੇ, ਇੱਕ X ਵੀ ਖਰਾਬ ਹੋ ਜਾਏ ਤਾਂ ਉਹਦਾ ਦੂਸਰਾ X ਫੇਰ ਕੰਮ ਕਰ ਰਿਹਾ ਵੇ। ਉਹਦੀ ਥੋੜੀ ਇਮੋਸ਼ਨਲ ਬੈਕਿੰਗ ਜਾਂ ਕੁਦਰਤ ਵੱਲੋਂ ਕਹਿ ਲਓ, ਉਹਨੂੰ ਥੋੜਾ ਜਿਹਾ ਨਾ ਜ਼ਿਆਦਾ ਇਹ ਸ਼ਕਤੀ ਮਿਲੀ ਹੋਈ ਹੈ। ਅਗਰ ਉਹ ਉਹਨੂੰ ਟੈਪ ਕਰੇ, ਨਹੀਂ ਕਰੇ ਤੇ ਉਹ ਗੱਲ ਅਲੱਗ ਹੈ। but it's all about like knowing it, accessing it, to be able to so ਮੈਂ ਤੇ ਇਹਨੂੰ ਸਾਇੰਟੀਫਿਕ ਫੈਕਟਸ ਦੇ ਉੱਤੇ ਨਾ ਉਹ ਇੰਟਰਪ੍ਰੀਟ ਕਰਕੇ ਦੇਖਿਆ ਕਿ ਬੰਦਾ ਇਸੇ ਕਾਰਨ ਥੋੜਾ ਉਹਨੂੰ ਅਟੈਂਸ਼ਨ ਜ਼ਿਆਦਾ ਚਾਹੀਦੀ, ਉਹਨੂੰ ਕੀ ਕਰਦਾ ਵੇ, we have to look after men because they are weaker than us. Just because they're dominating us, it doesn't mean that they are strong. No. ਡੋਮੀਨੇਟ ਕਰਨ ਦਾ ਮਤਲਬ ਤਾਂ ਬਿਲਕੁਲ ਕੋਈ ਕਮਜ਼ੋਰ ਆਦਮੀ ਜ਼ਿਆਦਾ ਡੋਮੀਨੇਟ ਕਰਦਾ, ਸਗੋਂ ਜਿਹੜਾ ਸਿਕਿਉਰ ਹੁੰਦਾ ਉਹ ਜ਼ਿਆਦਾਤਰ ਦੂਜਿਆਂ ਨੂੰ ਲੋੜ ਨਹੀਂ, ਜਿਹੜਾ ਸਟਰੋਂਗ ਹੈ ਉਹਨੂੰ ਡੋਮੀਨੇਟ ਕਰਨ ਦੀ ਲੋੜ ਹੀ ਨਹੀਂ ਹੈ। ਉਹਦੀ ਪ੍ਰੈਜ਼ੈਂਸ ਹੀ ਤੁਹਾਨੂੰ ਫੀਲ ਕਰਾ ਦਿੰਦੀ ਬਈ ਇਹ ਕੋਈ ਬੰਦਾ ਇੱਥੇ ਬੈਠਾ, ਕੋਈ ਹੈ ਵੇ ਇੱਥੇ। ਸੋ ਮੈਨੂੰ ਲੱਗਦਾ ਹੈ ਕਿ ਇਹ ਅਸੀਂ ਜੋ ਸੰਵਾਦ ਛੇੜਿਆ, ਸੋ ਮੈਨੂੰ ਲੱਗ ਰਿਹਾ ਹੈ ਕਿ ਇਹ ਬਹੁਤ ਲੰਬਾ, ਇਹਨੂੰ ਆਪਾਂ ਨੂੰ ਸਸਟੇਨ ਕਰਨਾ ਚਾਹੀਦਾ ਹੈ, ਕਿਉਂਕਿ ਇਹ ਵੀ ਇੱਕ ਮਾਰਗ, ਇੱਕ ਰਸਤਾ ਹੋ ਸਕਦਾ। ਦੇਖੋ ਬਹੁਤ ਸਾਰੇ ਰਸਤੇ ਅਸੀਂ ਅਜ਼ਮਾ ਕੇ
ਦੇਖ ਚੁੱਕੇ ਹਾਂ ਈਵਨ ਇੰਡੀਅਨ ਫੈਮਿਨਿਜ਼ਮ ਦੀ ਜਰਨੀ ਵਿੱਚ ਜੋ ਉਹਦੇ ਮੇਜਰ ਕੰਟੂਅਰਸ ਰਹੇ। ਮੈਨੂੰ ਲੱਗਦਾ ਉਹਦੇ ਵਿੱਚ ਵੀ ਨਾ ਅਸੀਂ ਮੇਲ ਮੈਥਡਸ ਨੂੰ, ਉਸ ਰੈਡੀਕਲ ਮੈਥਡਸ ਨੂੰ ਕਿਤੇ ਨਾ ਕਿਤੇ ਮਿਮਿਕ ਕੀਤਾ ਕਿ ਜੇ ਉਹ ਕੱਲਾ ਮਾਰਕਸਿਜ਼ਮ ਕਰ ਰਿਹਾ ਤੇ ਆਪਾਂ ਵੀ ਕੱਲਾ ਮਾਰਕਸਿਜ਼ਮ ਕਰਨਾ ਹੈ। ਜੇ ਉਹ ਕੱਲਾ ਜੇ ਕਿਸੇ ਹੋਰ ਜਗ੍ਹਾ ਤੇ ਕੱਲਾ ਸਾਈਕੋ ਐਨਾਲਿਸਿਸ ਕੀਤਾ ਜਾ ਰਿਹਾ ਤੇ ਅਸੀਂ ਵੀ ਐਕਸਕਲੂਸਿਵਲੀ ਉਹ ਕਰਨਾ ਹੈ। ਜਦ ਕਿ ਇੱਕ ਹਿਊਮਨ ਬੀਇੰਗ ਦੇ ਸਾਰੇ ਐਸਪੈਕਟਸ ਜ਼ਰੂਰੀ ਹੈ ਤੇ ਸਭ ਤੋਂ ਪਹਿਲਾਂ ਉਹਦੀ ਕੌਨਸ਼ੀਅਸਨੈਸ ਨੂੰ ਹੀ ਆਜ਼ਾਦ ਕਰਨਾ ਉਹ ਇੱਕ ਆਰੰਭ ਬਿੰਦੂ ਮੇਰੇ ਹਿਸਾਬ ਨਾਲ ਹੋ ਸਕਦਾ ਹੈ। ਸ਼ਾਇਦ ਇਟਸ ਹਾਈ ਟਾਈਮ ਕਿ ਅਸੀਂ ਐਟਲੀਸਟ ਪੰਜਾਬ ਦੇ ਵਿੱਚ ਹੁਣ ਇਹੋ ਜਿਹੀ ਸੋਚ ਦਾ ਵਿਸਤਾਰ ਕਰੀਏ, ਇਹੋ ਜਿਹੀ ਸੋਚ ਦਾ ਪ੍ਰਸਾਰ ਕਰੀਏ ਕਿ ਅਸੀਂ ਕੋਈ ਫਰੈਗਮੈਂਟਿਡ ਬੀਇੰਗਸ ਨਹੀਂ ਆ। ਅਸੀਂ ਉੱਦਾਂ ਦਾ ਜਿਹੜਾ ਫਰੈਗਮੈਂਟੇਸ਼ਨ ਨੇ ਵੀ ਸਾਨੂੰ ਕਿਤੇ ਨਹੀਂ ਪਹੁੰਚਾਇਆ। ਜਦੋਂ ਅਸੀਂ ਕੇਵਲ ਆਪਣੇ ਆਪ ਨੂੰ ਇਕਨੋਮਿਕ ਆਬਜੈਕਟ ਸਮਝਿਆ, ਇਕਨੋਮਿਕ ਕੌਨਸੀਕੁਐਂਸ ਸਮਝਿਆ, ਤੇ ਜੇ ਮੈਂ ਉਸ ਕੌਨਸੀਕੁਐਂਸ ਨੂੰ ਮੰਨ ਲਓ ਓਵਰਕਮ ਕਰ ਵੀ ਲਿਆ, ਮੇਰੀ ਆਰਥਿਕਤਾ ਆਜ਼ਾਦ ਆ, ਤਾਂ ਵੀ ਮੇਰੀ ਮਾਨਸਿਕਤਾ ਆਜ਼ਾਦ ਹੈ ਕਿ ਨਹੀਂ? ਮੈਂ ਆਪਣੀ ਬੀਇੰਗ ਵੀ ਬੜਾ ਵੱਡਾ ਕੁਐਸਚਨ, ਜਿਵੇਂ ਤੁਸੀਂ ਕਿਹਾ ਕਿ ਵੀ ਹੈਪੀਨੈਸ ਦਾ ਕੁਐਸਚਨ ਵੀ ਉਨਾ ਹੀ ਇੰਪੋਰਟੈਂਟ ਆ, ਜਿਹਨੂੰ ਸ਼ਾਇਦ ਸਿਮੋਨ ਵਰਗੇ ਲੋਕ, ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਸ਼ਾਇਦ ਬਹੁਤ ਜ਼ਿਆਦਾ ਅਰਜੈਂਸੀ ਵਿੱਚ ਉਸਨੇ ਉਹ ਕੰਮ ਕੀਤਾ ਜਿੱਦਾਂ ਦਾ, ਕਿਉਂਕਿ ਉਹਦੇ ਕੋਲ ਸ਼ਾਇਦ ਉਦਾਂ ਦੀ ਲੀਗੇਸੀ ਨਹੀਂ ਸੀ ਕਿ ਉਹਨੂੰ ਕੁਝ ਪਹਿਲਾਂ ਤੋਂ ਉਹਨੇ ਕੁਝ ਇਨਹੈਰਿਟ ਕੀਤਾ ਹੋਵੇ ਜਿਹਦੇ ਤੇ ਉਹਨੇ ਬਿਲਡ ਕੀਤਾ। ਸੋ ਸਮ ਆਫ ਹਰ ਪੋਸਟੂਲੇਟਸ ਵਰ ਲਾਈਕ ਦ things happening for the first time. So maybe I know it there was was revolutionary at that time. They were revolutionary at that time. So he might have that sense of immediacy, that sense of urgency. ਔਰ ਜਦੋਂ ਅਸੀਂ ਕਹਿੰਦੇ ਆ ਨਾ ਕਿ ਅਸੀਂ ਬਹੁਤ ਜਦੋਂ ਰੋਟੀ ਕੱਪੜੇ ਮਕਾਨ ਦੇ ਮਸਲੇ ਸੁਲਝਾ ਰਹੇ ਹੁੰਦੇ ਆ ਤਾਂ ਆਤਮਿਕਤਾ, ਹਾਰਦਿਕਤਾ ਜਿਹੜੀ ਹੈ ਨਾ ਉਹ ਸਾਨੂੰ ਬੜੀ ਸੈਕੰਡਰੀ ਲੱਗਦੀ ਹੈ, ਜਦ ਕਿ ਉਹ ਬਿਲਕੁਲ ਨਾਲ ਨਾਲ ਤੁਰਨ ਵਾਲੀ ਇੱਕ। ਹਾਂ, ਪਰ ਉਹੀ ਮੈਂ ਕਹਿ ਰਹੀ ਹਾਂ ਕਿ ਸਾਡੀ ਜਿਹੜੀ ਡੇਲੀ ਸਟਰਗਲ ਹੈਗੀ ਹੈ, ਇਹ ਮੇਰੀ ਵੂਮਨ ਰੀਬੋਰਨ ਕਿਤਾਬ 'ਚ ਮੈਂ ਪੂਰਾ ਲਿਖਿਆ, ਜਿਹੜਾ ਫੀਮੇਲ ਮਾਡਲ ਹੈਗਾ ਨਾ ਉਹ, ਕਿ ਸਾਡਾ ਜਿਹੜਾ ਵੇ ਨਾ ਇਹ ਡੇਲੀ ਲਾਈਫ ਦੇ ਵਿੱਚ, ਡੇਲੀ ਸਟਰਗਲਸ ਦੇ ਵਿੱਚ ਨਾਲ ਹੀ ਸਾਡਾ ਸਪਿਰਿਚੁਅਲ ਸਟਰਗਲ ਹੈ ਜਿਹੜੀ ਅਸੀਂ ਕਰਦੇ ਹਾਂ ਔਰ ਜਾਂ ਕਰਨੀ ਚਾਹੀਦੀ ਹੈ, ਜਿਹਦੇ ਨਾਲ ਕਿ ਸਾਡਾ ਨਾ ਵੀ ਡਿਵੈਲਪ ਐਜ਼ ਹੋਲਸਮ ਬੀਇੰਗਸ, ਕਿਉਂਕਿ ਇਸ ਪੱਖ ਦੇ ਉੱਤੇ ਉਹ ਕੋਈ ਉਹ ਤਵੱਜੋ ਹੀ ਨਹੀਂ ਦਿੰਦਾ ਵੇ। ਔਰ ਇਸੇ ਕਰਕੇ ਫਿਰ ਅਸੀਂ ਦੇਖੋ ਦੈਟ ਇਜ਼ ਦਾ ਰੀਜ਼ਨ ਕਿ ਅੱਜ ਸਾਰੇ ਮੰਨਦੇ ਆ ਕਿ ਨੌਕਰੀਸ਼ੁਦਾ ਔਰਤਾਂ ਵੀ ਆਜ਼ਾਦ ਨਹੀਂ ਹੋ ਸਕੀਆਂ। ਸਿਰਫ ਚਾਈਨਾ ਦੇਖ ਲਓ, ਰੂਸ ਦੇਖ ਲਓ, ਜਿੱਥੇ ਕਿ ਔਰਤਾਂ ਨੂੰ ਇਕਨੋਮਿਕ ਇੰਡੀਪੈਂਡੈਂਸ ਮਿਲੀ, ਉੱਥੇ ਵੀ ਉਹਨਾਂ ਦਾ ਇਹ ਕੰਕਲੂਜਨ ਹੋਇਆ ਕਿ ਇਟ ਇਜ਼ ਅ ਨੈਸੈਸਰੀ ਕੰਡੀਸ਼ਨ, ਮਤਲਬ ਇਕਨੋਮਿਕ ਇੰਡੀਪੈਂਡੈਂਸ, ਬਟ ਇਟ ਇਜ਼ ਨਾਟ ਅ ਸਫੀਸ਼ੀਐਂਟ ਕੰਡੀਸ਼ਨ। ਤੇ ਮੈਨੂੰ ਲੱਗਦਾ ਕਿ ਸਾਨੂੰ ਇਹੋ ਜਿਹੀ ਭੁੱਲ ਤੋਂ ਬਲਕਿ ਹੁਣ ਬਚਾ ਕਰਕੇ ਇੱਕ ਹੋਲਿਸਟਿਕ ਫੈਮਿਨਿਜ਼ਮ ਜਿਹੜਾ ਹੈ ਉਹਦੇ ਬਾਰੇ ਸਾਨੂੰ ਮਤਲਬ ਕਲੈਕਟਿਵਲੀ ਵੀ ਸ਼ੁੱਡ ਲਾਈਕ ਟਾਕ ਅਬਾਊਟ ਇਟ। ਅਸੀਂ ਬਹੁਤ ਸਾਰੀਆਂ ਪਿਛਲੀਆਂ ਚਰਚਾਵਾਂ ਵਿੱਚ ਗੱਲ ਕੀਤੀ ਕਿ ਅਸੀਂ ਇੱਕ ਫੀਮੇਲ, ਅਸੀਂ ਕਹਿੰਦੇ ਆ ਕਿ ਤੁਸੀਂ ਮੇਲ ਸੈਂਸ ਨੂੰ ਕਾਪੀ ਨਾ ਕਰੋ, ਉਹਨੂੰ ਮਿਮਿਕ ਨਾ ਕਰੋ, ਪਰ ਫਿਰ ਸਾਡੇ ਕੋਲ ਕੋਈ ਆਲਟਰਨੇਟਿਵ, ਕੋਈ ਵੈਕਲਪਿਕ ਮਾਡਲ ਹੋਵੇ ਵੀ ਤਾਂ ਸਹੀ ਨਾ ਸਬਸਕ੍ਰਾਈਬ ਕਰਨ ਲਈ। ਜਿਹੜੀਆਂ ਆਮ ਔਰਤਾਂ ਜਿਹੜੀਆਂ ਆਪ ਬਹੁਤ ਜ਼ਿਆਦਾ ਆਤਮ ਬੌਧਿਕ ਚਿੰਤਨ ਨਹੀਂ ਕਰ ਸਕਦੀਆਂ, ਦੇ ਆਰ ਆਲਸੋ ਲਾਈਕ ਆਵਰ ਕੰਪੈਨੀਅਨਸ, ਆਰ ਫੈਲੋ ਟਰੈਵਲਰਸ। ਤੇ ਮੈਂ ਚਾਹੂੰਗੀ ਕਿ ਜੇ ਤੁਹਾਨੂੰ ਵੀ ਚੰਗਾ ਲੱਗੇ ਤੇ ਆਪਾਂ ਫਿਰ ਕਿਤੇ ਇਸ ਵਿਸ਼ੇ ਦੇ ਉੱਪਰ ਕਿ ਤੁਸੀਂ ਕਿੱਦਾਂ ਦਾ ਉਹ ਮਾਡਲ ਡਿਵਾਈਸ ਕੀਤਾ, ਉਹਦੀਆਂ ਕੀ ਸੰਭਾਵਨਾਵਾਂ ਨੇ, ਫਿਰ ਆਉਣ ਵਾਲੇ ਕਿਸੇ ਚਰਚਾ ਦੇ ਵਿੱਚ ਮੈਂ ਚਾਹੂੰਗੀ ਕਿ ਆਪਾਂ ਉਹਦੇ ਤੇ ਵੀ ਗੱਲ ਕਰੀਏ। ਵੈਸੇ ਤਾਂ ਕਿਤਾਬ ਹੀ ਪੜ੍ਹਨੀ ਚਾਹੀਦੀ ਹੈ, ਪਰ ਜਦੋਂ ਲੇਖਕ ਆਪ ਦਾ ਇੱਕ ਅਸੀਂ ਡਾਇਲੋਗ ਕਰਦੇ ਹਾਂ ਤੇ ਹੋਰ ਗੱਲਾਂ ਵੀ ਸਾਹਮਣੇ ਆਉਂਦੀਆਂ ਹੈ। ਤੋ ਰੇਨੂਕਾ ਜੀ ਬਹੁਤ ਸ਼ੁਕਰੀਆ, ਮੈਂ ਬੜਾ ਇੰਜੋਏ ਕੀਤਾ ਤੁਹਾਡੇ ਨਾਲ ਗੱਲਬਾਤ ਕਰਕੇ। ਆਈ ਹੋਪ ਸੇਮ ਹੇਅਰ, ਥੋੜਾ ਕਿਸੇ ਨਾ ਕਿਸੇ ਦਾ ਕਿਤੇ ਨਾ ਕਿਤੇ ਫਾਇਦਾ ਹੋਏਗਾ। ਬਿਲਕੁਲ ਵੀ ਹੈਵ ਟੂ ਬਿਲੀਵ ਕਿ ਇੱਕ ਜਿੱਦਾਂ ਦੇਖੋ ਅਗਿਆਨਤਾ ਦਾ ਇੱਕ ਕਣ ਜਿਹੜਾ ਉਹ ਜੇ ਰਿਫਲੈਕਟ ਕਰਦਾ ਹੈ ਤੇ ਅਵੇਕਨਿੰਗ ਦਾ ਵੀ ਪਾਰਟੀਕਲ ਜਿਹੜਾ ਉਹਦਾ ਵੀ ਪੋਟੈਂਸ਼ੀਅਲ ਹੁੰਦਾ ਹੀ ਹੈ। ਸੋ ਬਲਕਿ ਮੈਂ ਤਾਂ ਕਹੂੰਗੀ ਕਿ ਤੁਸੀਂ ਅਸੁਵਿਧਾ ਨਾਲ ਤੇ ਸਾਡੇ ਨਾਲ ਹਮੇਸ਼ਾ ਜੁੜੇ ਰਹੋ। ਵੀ ਰੀਅਲੀ ਸੀਕ ਯੋਰ ਹੈਲਪ, ਯੋਰ ਸਪੋਰਟ ਐਂਡ ਆਲਸੋ ਯੋਰ ਗਾਈਡੈਂਸ, ਤਾਂ ਕਿ ਅਸੀਂ ਮਤਲਬ ਹੁਣ ਆਪਣੀਆਂ ਪੰਜਾਬੀ ਵਿਮਨ ਪਰਟੀਕੁਲਰਲੀ, ਇਸੇ ਕਰਕੇ ਦੇਖੋ ਅਸੀਂ ਇਹਦਾ ਮੀਡੀਅਮ ਵੀ ਪੰਜਾਬੀ ਪ੍ਰੈਫਰੇਬਲੀ ਰੱਖਦੇ ਹਾਂ
ਕਿ ਹਾਂਜੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਕਨੈਕਟ ਕਰ ਸਕੀਏ। ਸੋ ਤੁਹਾਡਾ ਇੱਕ ਵਾਰੀ ਅਸੁਵਿਧਾ ਦੇ ਹੋਰ ਆਡੀਅנס ਵੱਲੋਂ ਤੇ ਮੇਰੇ ਵੱਲੋਂ ਬਹੁਤ ਸ਼ੁਕਰੀਆ ਤੇ ਐਂਡ ਆਈ ਹੋਪ ਟੂ ਸੀ ਯੂ ਬਸ ਮੋਰ ਥੈਂਕ ਆਫਨ। ਯੂ ਵੈਰੀ ਮਚ yeah ਥੈਂਕ ਯੂ। yes so yeah all the best ਥੈਂਕ ਯੂ।